ਸਾਰਿਆਂ ਨੂੰ ਪੂਰਾ ਹੱਕ ਦਿੰਦਾ ਹੈ ਸੰਵਿਧਾਨ ਜੀ। ਅੱਜ ਤੁਹਾਨੂੰ ਦੱਸ ਹੀ ਦਿੰਦੇ ਹਾਂ ਕੌਣ ਹੋਵੇਗਾ ਨਵੇਂ ਸ਼ਹਿਰ ਦਾ ਨਵਾਂ ਪ੍ਰਧਾਨ ਜੀ। P32 ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ। ਇਸ ਸਮੇਂ ਕਮੇਟੀ ਘਰ ਦੇ ਬਿਲਕੁਲ ਸਾਹਮਣੇ ਖੜੇ ਹਾਂ, ਬੈਰੀਗੇਟਿੰਗ ਹੋਈ ਹੈ। ਪਿੱਛੇ DSP ਸਾਹਿਬ ਵੀ ਆ ਰਹੇ ਨੇ। ਇੱਧਰਲਾ ਪਾਸਾ ਵੀ ਦਿਖਾ ਦਿਓ, ਕੋਠੀ ਰੋਡ ਵੱਲ ਜਿਹੜੀ ਸੜਕ ਜਾਂਦੀ ਹੈ ਉੱਥੇ ਵੀ ਬੈਰੀਗੇਟਿੰਗ ਹੋਈ ਹੈ। ਪੁਲਿਸ ਪ੍ਰਸ਼ਾਸਨ ਪੂਰਾ ਮੌਜੂਦ ਹੈ। SDM ਸਾਹਿਬ ਵੀ ਪਹੁੰਚ ਚੁੱਕੇ ਨੇ ਔਰ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਪ੍ਰਸ਼ਾਸਨ ਦੀ ਕਿ ਨਿਰਵਿਘਨ ਜਿਹੜਾ ਕੰਮ ਕੀਤਾ ਜਾਵੇ। SDM ਸਾਹਿਬ ਪਹੁੰਚ ਚੁੱਕੇ ਨੇ ਔਰ ਸਰ ਅੰਦਰ ਜਾ ਰਹੇ ਨੇ ਕਿਉਂਕਿ ਪ੍ਰਕਿਰਿਆ ਸ਼ੁਰੂ ਹੋ ਜਾਣੀ ਹੈ। ਸਰ ਨੇ ਇਹ ਪ੍ਰਕਿਰਿਆ ਕਰਾਉਣੀ ਹੈ। ਪਿੱਛੇ DSP ਸਵਿੰਦਰ ਪਾਲ ਸਿੰਘ ਆ ਰਹੇ ਨੇ, SHO ਬਖਸ਼ੀਸ਼ ਸਿੰਘ ਵੀ ਆ ਰਹੇ ਨੇ ਔਰ ਸਾਨੂੰ ਹਮੇਸ਼ਾ ਹੀ ਪ੍ਰਸ਼ਾਸਨ ਤੇ ਇਹ ਤਸੱਲੀ ਰਹਿੰਦੀ ਹੈ ਕਿ ਪ੍ਰਸ਼ਾਸਨ ਜਿਹੜਾ ਵੀ ਕੰਮ ਕਰਦਾ ਸੁਚੱਜੇ ਢੰਗ ਨਾਲ ਕਰਦਾ। ਹਾਲਾਂਕਿ ਮੈਂ ਜਿਹੜੀ ਕੈਪਸ਼ਨ ਪਾਈ ਹੈ, ਜਿਹੜਾ ਤੁਹਾਨੂੰ ਚੀਜ਼ ਦੱਸੀ ਹੈ, ਉਹਦੇ ਤੇ ਮੈਂ ਸਪਸ਼ਟ ਅੱਜ ਸਾਰੀ ਹਿਸਟਰੀ ਵੀ ਦੱਸ ਦੇਣੀ ਹੈ। ਅੱਜ ਮੈਂ ਸਾਰਾ ਤਸੱਲੀ ਬਖਸ਼ ਦੱਸ ਦੇਣਾ ਕਿ ਕਿਹਦੇ ਤੇ ਪੂਰੇ ਨਵੇਂ ਸ਼ਹਿਰ ਨੇ ਆਸ਼ਵਾਸਨ ਰੱਖਿਆ ਹੈ, ਕਿਹਦੀ ਸ਼ਿਓਰਿਟੀ ਬਣਦੀ ਨਜ਼ਰ ਆ ਰਹੀ ਹੈ। ਮੈਂ 1 ਬਾਏ 1 ਦੱਸਣ ਦੀ ਕੋਸ਼ਿਸ਼ ਕਰਦਾ ਕਿ ਤੁਹਾਨੂੰ ਪਤਾ ਹੈ ਰਿਜ਼ਲਟ ਜਦੋਂ ਪਿਛਲੇ ਮਹੀਨੇ ਫਰਵਰੀ 17 ਨੂੰ ਆਇਆ ਸੀ ਤਾਂ ਉਸ ਵੇਲੇ ਇਹ ਕਿਹਾ ਗਿਆ ਸੀ, ਅੰਗਦ ਉਹਨਾਂ ਨੇ ਉਸ ਵੇਲੇ ਕਲੀਅਰ ਕਰਤਾ ਸੀ ਕਿ ਅਗਰ ਕਾਂਗਰਸ ਜਿੱਤਦੀ ਹੈ ਤਾਂ ਪ੍ਰਧਾਨ ਰੋਮੀ ਖੋਸਲਾ ਹੋਣਗੇ। ਇਹ ਉਹਨਾਂ ਨੇ ਕਲੀਅਰ ਕਰ ਦਿੱਤਾ ਸੀ। ਬਟ ਰੋਮੀ ਖੋਸਲਾ ਜੀ ਉਹ ਚੋਣ ਵਿੱਚ ਹਾਰ ਗਏ ਔਰ ਸਿਰ ਦਾ ਤਾਜ ਜਿਹੜਾ ਜਿੱਤ ਦਾ ਤਾਜ ਹੈ ਉਹ ਮੱਖਣ ਗਰੇਵਾਲ ਦੇ ਸਿਰ ਤੇ ਸੱਜ ਗਿਆ। ਸੋ ਇਸ ਕਰਕੇ ਇਹ ਡਿਲੇ ਹੋ ਗਿਆ ਕਿ ਕਾਂਗਰਸ ਦਾ ਪ੍ਰਧਾਨ ਕੌਣ ਹੋਵੇਗਾ। ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਅਗਰ ਅੰਗਦ ਸਿੰਘ ਉਸ ਵੇਲੇ ਹੀ ਫੈਸਲਾ ਲੈ ਲੈਂਦੇ ਤਾਂ ਸ਼ਾਇਦ ਇਹਨਾਂ ਰੇੜਕਾ ਨਾ ਪੈਂਦਾ ਜਾਂ ਇੰਨੀ ਸਮਝਣ ਵਿੱਚ ਅਸਹਿਜਤਾ ਨਾ ਹੁੰਦੀ ਜਾਂ ਇਹਨੇ ਲੋਕਾਂ ਦੇ ਸੁਝਾਅ ਨਾ ਮਿਲਦੇ। ਪਰ ਜਲਦੀ ਤੋਂ ਜਲਦੀ ਡਿਸੀਜਨਸ ਆਪਾਂ ਉਦੋਂ ਲੈ ਸਕਦੇ ਹਾਂ ਜਦੋਂ ਵੀਡੀਓ ਗੇਮ ਖੇਡਦੇ ਹਾਂ। ਰਿਐਲਿਟੀ ਵਿੱਚ ਡਿਸੀਜਨਸ ਲੈਣ ਨੂੰ ਸਮਾਂ ਲੱਗਦਾ। DSP ਰਾਜਕੁਮਾਰ ਸਾਹਿਬ ਇੱਥੇ ਪਹੁੰਚੇ ਨੇ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਡਾ ਪ੍ਰਸ਼ਾਸਨ ਹਮੇਸ਼ਾ ਸਤਰਕ ਰਹਿੰਦਾ ਔਰ ਕੋਸ਼ਿਸ਼ ਰਹਿੰਦੀ ਹੈ ਕਿ ਨਿਰਵਿਘਨ ਜਿਹੜੇ ਕੰਮ ਹੋ ਸਕਣ। ਦ੍ਰਿੜ ਨਿਸ਼ਚੇ ਨਾਲ ਸਾਡਾ ਪ੍ਰਸ਼ਾਸਨ ਪਹੁੰਚਿਆ ਹੁੰਦਾ। ਪਰ ਮੈਂ ਅਗਲੀ ਗੱਲ ਸ਼ੁਰੂ ਕਰਦਾ ਜੀ। ਜਿਵੇਂ ਅਸੀਂ ਮਹੀਨਾ ਪਹਿਲਾਂ ਵੀ ਇੱਕ ਪੋਸਟ ਪਾਈ ਸੀ ਤੁਹਾਡੇ ਕਾਲ ਸੈਸ਼ਨ 'ਚ, ਤੁਹਾਡੀਆਂ ਕਾਲਸ ਵੀ ਲਈਆਂ ਔਰ ਉਸ ਤੋਂ ਬਾਅਦ ਇਹ ਚਰਚਾ ਛਿੜ ਗਈ, ਚਰਚਾ ਆਮ ਹੋ ਗਈ ਕਿ ਯੂਥ ਚਾਹੁੰਦਾ ਹੈ ਕਿ ਸਚਿਨ ਦੀਵਾਨ ਹੋਣ ਨਵੇਂ ਸ਼ਹਿਰ ਦੇ ਅਗਲੇ ਪ੍ਰਧਾਨ। ਕੁਝ ਲੋਕ ਇਹ ਕਹਿੰਦੇ ਨੇ ਡਾਕਟਰ ਕਮਲ ਹੋਣੇ ਚਾਹੀਦੇ ਨੇ ਅਗਲੇ ਪ੍ਰਧਾਨ। ਕੁਝ ਇਹ ਵੀ ਕਹਿੰਦੇ ਨੇ ਕਿ ਸੀਨੀਅਰਿਟੀ ਬੇਸਿਸ ਤੇ ਮੈਮ ਜਿਹੜੇ ਕੁਲਵੰਤ ਕੌਰ ਨੇ ਉਹ ਵੀ ਪ੍ਰਧਾਨ ਹੋ ਸਕਦੇ ਨੇ। ਬਟ ਪਹਿਲਾਂ ਇਹ ਵੀ ਕਿਤੇ ਮਨ 'ਚ ਸ਼ੰਕੇ ਸੀ ਕਿ ਸੀਟ ਅਗਰ ਐਸੀ ਰਿਜ਼ਰਵ ਹੁੰਦੀ ਹੈ ਤਾਂ ਡਾਕਟਰ ਕਮਲ ਪ੍ਰਧਾਨ ਬਣ ਸਕਦੇ ਨੇ। ਬਟ ਜਨਰਲ ਕੈਟਾਗਰੀ ਵਿੱਚ ਆਈ ਤਾਂ ਸਾਰਿਆਂ ਲਈ ਜਿਹੜੀ ਇਹ ਸੀਟ ਅਵੇਲੇਬਲ ਸੀ, ਸਾਰਿਆਂ ਲਈ ਫਿਜ਼ੀਬਲ ਸੀ, ਕੋਈ ਵੀ ਬਣ ਸਕਦਾ। ਹੁਣ ਮੈਂ ਲੜੀ ਨੂੰ ਸ਼ੁਰੂ ਤੋਂ ਸ਼ੁਰੂ ਕਰਦਾ, ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਅਸੀਂ ਜ਼ਮੀਨੀ ਹਕੀਕਤ ਦੀ ਗੱਲ ਕਰਦੇ ਹਾਂ। ਕੋਠੀ ਰੋਡ ਤੇ ਲੋਕਾਂ ਦੇ ਕੀ ਵਿਚਾਰ ਨੇ, ਰਵਿਦਾਸ ਮਹੱਲੇ ਵਿੱਚ ਕੀ ਵਿਚਾਰ ਨੇ, ਗੁਲਾਮ ਰੋਡ ਤੇ ਲੋਕਾਂ ਦੇ ਕੀ ਵਿਚਾਰ ਨੇ। ਮੈਂ ਕਲੀਅਰਲੀ 1 ਬਾਏ 1 ਤੁਹਾਡੇ ਸਾਰਿਆਂ ਦੀਆਂ ਗੱਲਾਂ ਅੱਜ ਤੁਹਾਡੇ ਸਾਰਿਆਂ ਨਾਲ ਹੀ ਸਾਂਝੀਆਂ ਕਰ ਦੇਣੀਆਂ। ਅਗਰ ਮੈਂ ਗੱਲ ਕਰਾਂ, ਕੁਲਵੰਤ ਕੌਰ ਚਾਰ ਵਾਰ ਜਿਹੜੇ ਆ ਉਹ ਪਾਰਸ਼ਦ ਬਣ ਚੁੱਕੇ ਨੇ। ਡਾਕਟਰ ਕਮਲ ਆਈ ਥਿੰਕ ਸੋ 3 ਵਾਰ ਜਿਹੜੇ ਉਹ ਪਾਰਸ਼ਦ ਬਣ ਚੁੱਕੇ ਨੇ। ਸਚਿਨ ਦੀਵਾਨ ਦੂਜੀ ਵਾਰ ਪਾਰਸ਼ਦ ਬਣੇ ਨੇ। ਕਿਆਸ ਇਹੀ ਹੈ ਕਿ ਇਹਨਾਂ ਦੋਨਾਂ ਵਿੱਚ ਟਫ ਕੰਪੀਟੀਸ਼ਨ ਹੈ। ਪਰ ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਹੈ, ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਸ਼ਾਇਦ ਇਹਨਾਂ ਦੋਨਾਂ ਦੀ ਲੜਾਈ ਵਿੱਚ ਕੁਲਵੰਤ ਕੌਰ ਜੀ ਬਾਜੀ ਨਾ ਮਾਰ ਜਾਣ, ਤੀਜਾ ਬੰਦਾ ਨਾ ਲੈ ਜਾਵੇ। ਕਿਉਂਕਿ ਕੁਲਵੰਤ ਕੌਰ ਬੜਾ ਸੀਰੀਅਸਲੀ, ਬੜਾ ਇੰਟਰਸਟਿੰਗਲੀ ਇਸ ਚੀਜ਼ ਵਿੱਚ ਉਹਨਾਂ ਨੇ ਜਿਹੜਾ ਆਪਣੀ ਸ਼ਮੂਲੀਅਤ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਹੈ, ਸਾਨੂੰ ਸੂਤਰਾਂ ਤੋਂ ਜਿਹੜਾ ਪਤਾ ਲੱਗਿਆ ਕਿ ਸੀਨੀਅਰਿਟੀ ਦੇ ਬੇਸਿਸ ਤੇ ਪ੍ਰਧਾਨਗੀ ਤਾਂ ਮੇਰੀ ਬਣਦੀ ਹੈ। ਕਿਉਂਕਿ ਮੈਨੂੰ ਸ਼ੇਅਰ ਵੀ ਯਾਦ ਆ ਰਿਹਾ, 2 ਅੱਖਾਂ ਵਿੱਚ ਹੰਝੂ ਬਰੂਦ ਨਾਲੋਂ ਵੱਧ ਕਰਦੇ ਨੇ ਬਾਰ ਜੀ। ਮੈਂ ਸਾਰੇ ਦਰਵਾਜ਼ੇ ਖੜਕਾਈ ਆ, ਸ਼ਾਇਦ ਕੋਈ ਤਾਂ ਲੈ ਲਵੇ ਮੇਰੀ ਸਾਰ ਜੀ। ਕੁਝ ਹਾਲੇ ਵੀ ਇਹੀ ਕਹੀ ਜਾਂਦੇ ਨੇ ਕਿ ਬੱਲੂ ਪ੍ਰਧਾਨ ਹੋਣੇ ਚਾਹੀਦੇ ਨੇ ਨਵੇਂ ਪ੍ਰਧਾਨ। ਬਟ ਦਿਸ ਇਜ਼ ਟੈਕਨੀਕਲੀ ਨਾਟ ਪੋਸੀਬਲ ਕਿਉਂਕਿ ਅਕਾਲੀਆਂ ਕੋਲ 3 ਸੀਟਾਂ ਨੇ, ਹਮ ਖਿਆਲੀਆਂ ਕੋਲ 2 ਸੀਟਾਂ ਨੇ, 2 ਆਜ਼ਾਦ ਨੇ, 1 BSP ਕੋਲ ਹੈ ਔਰ ਬਹੁਮਤ ਕਾਂਗਰਸ ਕੋਲ ਹੈ। ਹਾਲਾਂਕਿ ਵੀ ਆਰ ਨੋਟ ਸਪੋਰਟਿੰਗ ਕਾਂਗਰਸ ਜਾਂ ਕਾਂਗਰਸ ਦੇ ਫੇਵਰ ਵਿੱਚ ਨਹੀਂ ਹੈ। ਬਟ ਅੱਜ ਪ੍ਰਧਾਨ ਕਾਂਗਰਸ ਦਾ ਹੀ ਬਣੇਗਾ ਕਿਉਂਕਿ ਬਹੁਮਤ ਉਹਨਾਂ ਕੋਲ ਹੈ। ਪਿੱਛੇ ਤੁਸੀਂ ਪੁਲਿਸ ਪ੍ਰਸ਼ਾਸਨ ਵੀ ਦੇਖ ਰਹੇ ਹੋ। ਤਾਂ ਮੈਂ ਨਾਲ ਦੀ ਨਾਲ ਗੱਲ ਸਾਰੀ ਕਲੀਅਰ ਕਰ ਦੇਣਾ ਜੀ। ਸਾਰੀ ਹਿਸਟਰੀ ਅੱਜ ਸਚਿਨ ਦੀਵਾਨ ਹੋਣਾ ਦੀ, ਡਾਕਟਰ ਕਮਲ ਹੋਣਾ ਦੀ, ਕੁਲਵੰਤ ਕੌਰ ਹੋਣਾ ਦੀ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਚਾਹੁੰਦਾ। ਅੰਗਦ ਹੋਣੀ ਕੁਝ ਵੀ ਕਹਿਣ, ਕਾਂਗਰਸ ਪਾਰਟੀ ਕੁਝ ਵੀ ਕਵੇ, ਲੇਕਿਨ ਲੋਕਾਂ ਦੀਆਂ ਜਿਹੜੀਆਂ ਨਿਗਾਹ ਟਿਕੀ ਹੋਈ ਹੈ ਉਹਦਾ ਕਾਰਨ ਇਹ ਹੈ ਸਵੇਰ ਤੋਂ ਟਿਕ ਲਾ ਕੇ ਬੈਠੇ ਹੋਏ ਨੇ। ਕਿਉਂਕਿ ਹਰ ਇੱਕ ਬੰਦਾ ਇਹੀ ਚਾਹੁੰਦਾ ਹੈ ਕਿ 19 ਦੇ 19 ਵਾਰਡਸ ਨੂੰ ਅੱਗੇ ਲੈ ਕੇ ਚੱਲਣ ਵਾਲਾ ਸਾਨੂੰ ਜਿਹੜਾ ਆ ਪ੍ਰਧਾਨ ਚਾਹੀਦਾ। ਇਹ ਨਹੀਂ ਕਿ ਕਾਂਗਰਸ ਦਾ ਵਫਾਦਾਰ ਹੋਵੇ, ਉਹ ਸਾਨੂੰ ਹੁਣ 12 ਨਹੀਂ ਖਾਣਾ। ਕਿਉਂਕਿ ਅੱਖਾਂ ਦੇ ਹੰਝੂਆਂ ਨਾਲ ਹੁਣ ਅੱਗ ਨਹੀਂ ਵਧਣੀ, ਜਿਹੜੀ ਉਹ ਬੰਦ ਹੋਣੀ ਔਰ ਜੱਗ ਨੂੰ ਹੁਣ ਹੱਕ ਚਾਹੀਦਾ ਜੀ।
ਕੀ ਕਹਿ ਰਹੇ ਹੋ? MC 1 by 1 करके अंदर जा रहे हैं क्योंकि ਜਿਹੜੇ MC ने ਇਹਨਾਂ ਦੀ ਵੀ ਜਿਹੜੀ ਵੋਟ ਹੋਣੀ ਹੈ ਅੰਦਰ 19 ਦੇ 19 MC ਤੁਸੀਂ ਦੇਖ ਪਾ ਰਹੇ ਹੋ ਕਿ ਸਾਬਕਾ MC ਲਲਿਤ ਮੋਹਨ ਪਾਠਕ ਅੰਦਰ ਜਾ ਰਹੇ ਨੇ, ਮੱਖਣ ਗਰੇਵਾਲ ਸਾਬਕਾ ਪ੍ਰਧਾਨ ਲਲਿਤ ਮੋਹਨ ਪਾਠਕ, ਮੱਖਣ ਗਰੇਵਾਲ ਜੀ ਅੰਦਰ ਜਾ ਰਹੇ ਨੇ। ਤਾਂ 1 by 1 ਸਾਰੇ ਅੰਦਰ ਜਾ ਰਹੇ ਨੇ ਕਿਉਂਕਿ ਸਾਰਿਆਂ ਦੇ ਅੰਦਰ ਸ਼ਮੂਲੀਅਤ ਹੋਣਾ ਬਹੁਤ ਜ਼ਰੂਰੀ ਹੈ। ਲੇਕਿਨ ਮੈਂ ਗੱਲ ਨੂੰ ਫਿਰ ਤੋਂ ਕੰਟੀਨਿਊ ਕਰਦਾ। ਰੀਜ਼ਨ ਇਜ਼ ਦਿਸ ਕਿ ਅਗਰ ਉੱਥੇ ਖੜ ਕੇ ਅਸੀਂ ਇਹ ਗੱਲ ਕਰਦੇ ਹਾਂ ਤਾਂ ਕਈ ਵੇਲੇ ਪੁਲਿਸ ਪ੍ਰਸ਼ਾਸਨ ਨੂੰ ਦਿੱਕਤ ਆਉਂਦੀ ਹੈ ਸਾਡੇ ਜ਼ਿਆਦਾ ਹਾਈ ਵੋਲਿਊਮ ਤੇ ਬੋਲਣ ਲਈ। ਸੋ ਮੈਂ ਇੱਕ ਚੀਜ਼ ਕਲੀਅਰ ਕਰ ਦੇਣਾ ਚਾਹੁੰਦਾ ਕਿ ਸਚਿਨ ਜੀ ਦੇ ਫਾਦਰ ਸਾਹਿਬ ਨੂੰ ਵੀ 2008 ਜਿੱਥੇ ਤੱਕ ਮੈਨੂੰ ਯਾਦ ਆ ਰਿਹਾ ਕਿ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਨੈਕਸਟ ਟਾਈਮ ਅਸੀਂ ਤੁਹਾਨੂੰ ਜ਼ਰੂਰ ਜਿਹੜਾ ਪ੍ਰਧਾਨ ਬਣਾਵਾਂਗੇ। ਉਦੋਂ ਵੀ ਉਹਨਾਂ ਨੇ ਬਲੀਦਾਨ ਦਿੱਤਾ ਸੀ ਔਰ ਉਦੋਂ ਰਾਣੂ ਚੋਪੜਾ ਜੀ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਸੀ। ਬਟ ਲਾਸਟ ਟਾਈਮ ਜਿਹੜਾ ਬਲੀਦਾਨ ਹੈ, ਜਿਹੜਾ ਸੈਕਰੀਫਾਈਸ ਹੈ, ਉਹ ਡਾਕਟਰ ਕਮਲ ਹੋਣਾ ਨੇ ਦਿੱਤਾ। ਜੋ ਸਾਨੂੰ ਸੁਣਨ ਵਿੱਚ ਆ ਰਿਹਾ, ਸੂਤਰਾਂ ਤੋਂ ਪਤਾ ਚੱਲ ਰਿਹਾ ਕਿ ਡਾਕਟਰ ਕਮਲ ਹੋਣਾ ਨੇ ਲਾਸਟ ਟਾਈਮ ਜਿਹੜਾ ਸੈਕਰੀਫਾਈਸ ਕੀਤਾ ਔਰ ਉਦੋਂ ਲਲਿਤ ਮੋਹਨ ਪਾਠਕ ਜੀ ਨੂੰ ਦੂਜੀ ਵਾਰ ਪ੍ਰਧਾਨ ਬਣਾਇਆ ਗਿਆ। ਹਾਲਾਂਕਿ ਇੱਕ ਵਾਰ ਇਹ ਵੀ ਚੀਜ਼ ਕਲੀਅਰ ਕਰ ਦਿੰਦਾ ਕਿ 2000 ਅਰਾਊਂਡ 8 ਦੀ ਗੱਲ ਹੈ, 2008 ਦੇ ਅਰਾਊਂਡ ਗੱਲ ਹੈ ਕਿ ਡਾਕਟਰ ਕਮਲ ਔਰ ਸਚਿਨ ਦੀਵਾਨ ਜੀ ਦੇ ਫਾਦਰ ਸਾਹਿਬ ਆਮੋ ਸਾਹਮਣੇ ਸੀ, ਇੱਕ ਦੂਜੇ ਦੇ ਓਪੋਨੈਂਟ ਸੀ। ਉਦੋਂ ਸਚਿਨ ਦੀਵਾਨ ਹੋਣਾ ਦੇ ਫਾਦਰ ਡਾਕਟਰ ਕਮਲ ਜੀ ਨੂੰ ਹਰਾ ਕੇ ਜਿੱਤੇ ਸੀਗੇ। ਕਈ ਵੇਲੇ ਕਿਹਾ ਜਾਂਦਾ ਸੀ ਕਿ ਸ਼ਾਇਦ ਇੱਕ ਦੂਜੇ ਦੇ ਰਾਈਵਲ ਨੇ, ਇੱਕ ਦੂਜੇ ਦੇ ਅਗੇਂਸਟ ਨੇ, ਪਰ ਤੁਸੀਂ ਕੱਲ੍ਹ ਦਾ ਮਾਹੌਲ ਦੇਖਿਆ ਹੋਣਾ ਕਿਉਂਕਿ ਪੋਲੀਟਿਕਸ ਵਿੱਚ ਕੋਈ ਪਰਮਾਨੈਂਟ ਦੁਸ਼ਮਣ ਨਹੀਂ ਹੈ, ਕੋਈ ਪਰਮਾਨੈਂਟ ਦੋਸਤ ਨਹੀਂ ਹੈ। ਕੱਲ੍ਹ ਤੁਸੀਂ ਦੇਖਿਆ ਹੋਣਾ ਇਕੱਠੇ ਹੀ ਸਚਿਨ ਦੀਵਾਨ ਔਰ ਡਾਕਟਰ ਕਮਲ ਇੱਕੋ ਕਿਊ ਵਿੱਚ ਸੀਗੇ ਜਿੱਥੇ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਫੁੱਲ ਮਾਲਾ ਅਰਪਿਤ ਕਰਨ ਗਏ ਸੀਗੇ। ਸੋ ਇਹ ਇਕੱਠੇ ਨੇ, ਹਮੇਸ਼ਾ ਇਹਨਾਂ ਨੂੰ ਇਕੱਠਿਆਂ ਦੇਖਿਆ ਜਾਂਦਾ ਹੈ। ਲੇਕਿਨ ਕੰਪੀਟੀਸ਼ਨ ਵੀ ਇਹਨਾਂ ਦੋਨਾਂ ਵਿੱਚ ਹੈ। ਕੁਲਵੰਤ ਕੌਰ ਜੀ ਨੇ ਜਿਵੇਂ ਪਹਿਲਾਂ ਕਿਹਾ ਕਿ ਬੜਾ ਸੀਰੀਅਸਲੀ ਲੈ ਲਿਆ। ਸਭ ਤੋਂ ਪੁਰਾਣੇ ਪਾਰਸ਼ਦ ਚੇਤਰਾਮ ਰਤਨ ਜੀ, ਅਗਰ ਮੈਂ ਉਹਨਾਂ ਬਾਰੇ ਗੱਲ ਕਰਾਂ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦਾ ਝੁਕਾਵ ਸਚਿਨ ਦੀਵਾਨ ਵੱਲ ਹੈ ਕਿ ਮੈਂ ਚਾਹੁੰਦਾ ਕਿ ਸਚਿਨ ਦੀਵਾਨ ਬਣ ਜਾਵੇ। ਇਹ ਸੂਤਰਾਂ ਤੋਂ ਹੀ ਪਤਾ ਚੱਲਿਆ। ਔਰ ਜਿਹੜੇ ਮੈਮ ਕੁਲਵੰਤ ਕੌਰ ਨੇ, ਉਹਨਾਂ ਨੇ ਫਿਰ ਇਹੀ ਕਿਹਾ ਸੀਗਾ ਕਿ ਮੈਨੂੰ ਹੋਣਾ ਚਾਹੀਦਾ ਸੀਨੀਅਰਿਟੀ ਬੇਸਿਸ 'ਤੇ। ਲੇਕਿਨ ਕਿਤੇ ਨਾ ਕਿਤੇ ਸੁਣਨ ਵਿੱਚ ਇਹ ਵੀ ਆ ਰਿਹਾ ਕਿ ਸ਼ਾਇਦ ਉਹ ਸੀਨੀਅਰ ਵਾਈਸ ਪ੍ਰਧਾਨ ਦੀ ਜਿਹੜੀ ਪੋਜੀਸ਼ਨ ਹੈ ਉਹਨਾਂ ਨੂੰ ਮਿਲ ਸਕਦੀ ਹੈ। ਔਰ ਫਿਰ ਤੋਂ ਕੰਪੀਟੀਸ਼ਨ ਸਚਿਨ ਦੀਵਾਨ ਔਰ ਡਾਕਟਰ ਕਮਲ ਦੇ ਵਿੱਚ ਹੀ ਹੈ। ਹਾਲਾਂਕਿ ਕਾਂਗਰਸ ਪਾਰਟੀ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਜਿਵੇਂ ਵੀ ਅਸੀਂ ਬਾਹਰ ਆਵਾਂਗੇ ਕੋਈ ਰੇੜਕਾ ਨਹੀਂ ਹੋਏਗਾ, ਸਾਰੇ ਇੱਕ ਦੂਜੇ ਨਾਲ ਸਲਾਹ ਮਸ਼ਵਰੇ ਰਾਏ ਵਿਚਾਰ ਵਟਾਂਦਰੇ ਕਰਕੇ ਹੀ ਜਿਹੜਾ ਫੈਸਲਾ ਲਿਆ ਜਾਵੇਗਾ ਔਰ ਇੱਕ ਦੂਜੇ ਨਾਲ ਤਸੱਲੀ ਬਖਸ਼ ਸਲਾਹ ਕਰਕੇ ਉਸ ਤੋਂ ਬਾਅਦ ਹੀ ਅਸੀਂ ਕੋਈ ਫੈਸਲਾ ਲਵਾਂਗੇ। ਲੇਕਿਨ ਤੁਸੀਂ ਦੇਖ ਪਾ ਰਹੇ ਹੋਗੇ ਇੱਥੇ ਬਾਹਰ ਸਪੋਰਟਰਸ ਵੀ ਪਹੁੰਚ ਰਹੇ ਨੇ। ਔਰ ਮੈਂ ਸਚਿਨ ਦੀਵਾਨ ਦੀ ਅਗਰ ਗੱਲ ਕਰਾਂ ਤਾਂ ਕੁਝ ਲੋਕ ਯੂਥ, ਕਿਉਂਕਿ ਕਈ ਵਾਰ ਅਸੀਂ ਕਾਲ ਸੈਸ਼ਨ ਲਿਆ ਹੈ, ਕਾਲ ਸੈਸ਼ਨ ਵਿੱਚ ਹਮੇਸ਼ਾ ਹੀ ਇਹ ਕਿਹਾ ਜਾਂਦਾ ਹੈ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਦਿਖਾਤਾ ਕਿ 60% ਜਿਹੜੀ ਪਬਲਿਕ ਹੈ ਉਹ ਸਚਿਨ ਦੀਵਾਨ ਦੇ ਨਾਂ ਦਾ ਨਾਰਾ ਲਗਾਉਂਦੀ। ਉਹਦਾ ਰੀਜ਼ਨ ਇਹ ਹੈ ਕਿ ਯੂਥ ਵਿੱਚ ਹੈ ਔਰ ਉਹਨਾਂ ਨੇ ਆਪਣੇ ਜਿਹੜਾ ਵਾਰਡ ਹੈ ਉਹਦੀ ਡਿਵੈਲਪਮੈਂਟ ਬਹੁਤ ਕੀਤੀ ਹੈ। ਪਰ ਡਾਕਟਰ ਕਮਲ ਹੁਣੀ ਵੀ ਬੜੇ ਸੀਨੀਅਰ ਨੇ, ਬੜੇ ਸਪਸ਼ਟ ਨੇ, ਬੜੇ ਸਟੀਕ ਨੇ, ਬੜੇ ਪਰਫੈਕਟਲੀ ਗੱਲ ਕਰਦੇ ਨੇ। ਇੱਕ ਲੀਡਰਸ਼ਿਪ ਕੁਆਲਿਟੀ ਹੈ। ਤਾਂ ਜਿਹੜੀ ਡਾਕਟਰ ਕਮਲ ਨਾਲ ਜਿਹੜੀ ਆਮ ਪਬਲਿਕ ਜੁੜੀ ਹੋਈ ਹੈ ਉਹ ਡਾਕਟਰ ਕਮਲ ਦੇ ਨਾਮ ਦਾ ਜਿਹੜੀ ਆਵਾਜ਼ ਨੂੰ ਬੁਲੰਦੀ ਨਾਲ ਕਹਿੰਦੀ ਹੈ ਕਿ ਸਾਨੂੰ ਡਾਕਟਰ ਕਮਲ ਚਾਹੀਦੇ ਨੇ। ਔਰ ਇੱਕ ਚੀਜ਼ ਹੋਰ ਮੈਂ ਬੜੀ ਸਪੈਸ਼ਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਅੱਜ ਵੀ ਮੈਂ ਅਖਬਾਰਾਂ ਵਿੱਚ ਟਿੱਪਣੀ ਪੜ੍ਹੀ ਹੈ ਕਿ ਸੁਖਬੀਰ ਬਾਦਲ ਦੇ ਬਿਆਨ ਨੇ ਬਾਬਾ ਸਾਹਿਬ ਅੰਬੇਦਕਰ ਦੇ ਜਨਮ ਦਿਨ ਵਾਲੇ ਦਿਨ ਵੀ ਜਿਹੜੀ ਆ ਪੋਲੀਟਿਕਸ ਛੇੜ ਦਿੱਤੀ। ਕੈਪਟਨ ਸਾਹਿਬ ਕਹਿੰਦੇ ਨੇ ਕਿ ਅਸੀਂ ਬਹੁਤ ਵੱਡਾ ਸਟੈਚੂ ਬਣਾਵਾਂਗੇ ਬਾਬਾ ਸਾਹਿਬ ਅੰਬੇਦਕਰ ਦਾ ਔਰ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕਿਉਂਕਿ ਇਹ ਕਿਹਾ ਜਾਂਦਾ ਕਿ ਦੁਆਬੇ ਵਿੱਚ 32% ਦੀ ਜਿਹੜੀ ਵੋਟ ਹੈ ਉਹ SC ਕਮਿਊਨਿਟੀ ਦੀ ਹੈ ਤਾਂ ਉਸ ਨੂੰ ਕਿਤੇ ਨਾ ਕਿਤੇ ਅਲਿਓਰ ਕਰਨਾ, ਆਪਣੇ ਤਰਫ ਅਟਰੈਕਟ ਕਰਨ ਕਰਕੇ ਕੈਪਟਨ ਸਾਹਿਬ ਕਹਿੰਦੇ ਨੇ ਕਿ ਬਾਬਾ ਸਾਹਿਬ ਅੰਬੇਦਕਰ ਦਾ ਬਹੁਤ ਵੱਡਾ ਸਟੈਚੂ ਲਗਾਇਆ ਜਾਵੇਗਾ। ਸੁਖਬੀਰ ਬਾਦਲ ਕਹਿੰਦੇ ਨੇ ਕਿ ਅਗਰ ਸਾਡੀ ਸਰਕਾਰ ਆਂਦੀ ਹੈ ਤਾਂ ਦਲਿਤ ਜਿਹੜਾ ਭਰਾ ਹੋਏਗਾ, ਦਲਿਤ ਭਾਈਚਾਰੇ ਵਿੱਚੋਂ ਹੀ ਜਿਹੜਾ ਹੋਏਗਾ ਉਪ ਮੁੱਖ ਮੰਤਰੀ ਹੋਏਗਾ। ਔਰ ਇੱਥੇ ਵੀ ਕਿਤੇ ਨਾ ਕਿਤੇ ਇਹੀ ਗੱਲ ਲੱਗ ਰਹੀ ਸੀ ਕਿਉਂਕਿ ਮੈਂ ਬਾਰ-ਬਾਰ ਕਹਿ ਰਿਹਾ ਸੀ ਦਿਲ 'ਚ ਦੀਵਾਨ ਸਚਿਨ ਦੀਵਾਨ ਦਾ ਲੱਗ ਗਿਆ, ਦਿਮਾਗ ਵਿੱਚ ਡਾਕਟਰ ਕਮਲ ਦਾ ਫੁੱਲ ਹੈ। ਪਰ ਅੰਗਦ ਸਿੰਘ ਉਹਨਾਂ ਲਈ ਇਹ ਦੁਚਿੱਤੀ ਵਾਲੀ ਸਥਿਤੀ ਹੈ, ਕਨਫਿਊਜ਼ ਵਾਲੀ ਸਥਿਤੀ ਹੈ ਕਿ ਮੈਂ ਕਿਹਨੂੰ ਬਣਾਵਾਂ ਕਿਉਂਕਿ ਕਿਤੇ ਨਾ ਕਿਤੇ ਜੇ ਸਚਿਨ ਉਹਨਾਂ ਨੂੰ ਨਿਗਲੈਕਟ ਕਰਦੇ ਨੇ ਕਿਉਂਕਿ ਸਚਿਨ ਉਹਨਾਂ ਲਈ ਬਹੁਤ ਲੋਕੀ ਆਵਾਜ਼ ਰੇਜ਼ ਕਰ ਰਹੇ ਨੇ, ਸਚਿਨ ਉਹਨਾਂ ਨੂੰ ਨਿਗਲੈਕਟ ਕਰਦੇ ਨੇ ਤਾਂ ਕਿਤੇ ਨਾ ਕਿਤੇ ਇੱਕ ਇਹ ਵੀ ਆਮ ਪਬਲਿਕ ਦਾ ਭਰੋਸਾ ਟੁੱਟਦਾ ਹੈ ਕਿ ਸਚਿਨ ਨੂੰ ਇਗਨੋਰ ਕੀਤਾ ਗਿਆ। ਸਚਿਨ ਯੂਥ ਵਿੱਚ ਹੈ, ਸਚਿਨ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ। ਇੱਕ ਗੱਲ ਸਚਿਨ ਦੀ ਵੀ ਇਹ ਪੋਪੂਲਰ ਹੋ ਕੇ ਸਾਹਮਣੇ ਆ ਰਹੀ ਹੈ ਕਿ ਸਚਿਨ ਦੀਵਾਨ ਬੱਲੂ ਪ੍ਰਧਾਨ ਵਾਲੀ ਉਹਨਾਂ 'ਚ ਕੁਆਲਿਟੀ ਇਹ ਹੈ ਕਿ ਜਿੱਥੇ ਵੀ ਕਿਸੇ ਨੂੰ ਜ਼ਰੂਰਤ ਹੈ ਉਹ ਪਹਿਲ ਦੇ ਆਧਾਰ ਤੇ ਪਹੁੰਚ ਜਾਂਦੇ, ਬੜੀ ਜਲਦੀ ਪਹੁੰਚਦੇ ਨੇ। ਬੱਲੂ ਪ੍ਰਧਾਨ ਤੋਂ ਬਾਅਦ ਅਗਰ ਕਿਸੇ ਦੀ ਸਪੀਡਲੀ ਸਰਵਿਸ ਹੈ ਤਾਂ ਉਹ ਸਚਿਨ ਦੀਵਾਨ ਦੀ ਹੈ। ਔਰ
ਬੜੇ ਹੀ ਪੋਲਾਈਟ ਵੇ ਨਾਲ, ਬੜੇ ਹੀ ਪਿਆਰ ਵੇ ਨਾਲ, ਬੜੇ ਸਤਿਕਾਰ ਵੇ ਨਾਲ ਹਰੇਕ ਦੀ ਗੱਲ ਸੁਣਦੇ ਨੇ। ਆਮ ਪਬਲਿਕ ਚਾਹੁੰਦੀ ਵੀ ਹੈ ਕਿ ਕੋਈ ਸਾਡੀ ਗੱਲ ਤਾਂ ਸੁਣੇ, ਕਿਉਂਕਿ ਹਰ ਬੰਦਾ ਹੀ ਦੁਖੀ, ਹਰ ਬੰਦਾ ਬੋਲਣਾ ਚਾਹੁੰਦਾ, ਹਰ ਬੰਦਾ ਚਾਹੁੰਦਾ ਕਿ ਮੇਰਾ ਪਾਰਸ਼ਦ ਜਾਂ ਮੇਰਾ ਪ੍ਰਧਾਨ ਅਗਰ ਮੇਰੀ ਗੱਲ ਸੁਣ ਕੇ ਉਹਦੇ 'ਤੇ ਕੋਈ ਕਾਰਵਾਈ ਕਰੇ ਤਾਂ ਉਹ ਚੰਗੀ ਗੱਲ ਹੈ, ਨਾ ਕਿ ਮੈਨੂੰ ਸੁਣਾਵੇ। ਬਟ ਦੂਜੇ ਪਾਸੇ ਡਾਕਟਰ ਕਮਲ ਬੜੇ ਸਪਸ਼ਟ ਨੇ, ਬੜੇ ਸਟੀਕ ਨੇ, ਲੀਡਰਸ਼ਿਪ ਕੁਆਲਿਟੀ ਹੈ, ਸਹੀ ਫੈਸਲੇ ਲੈ ਸਕਦੇ ਨੇ ਕਿਉਂਕਿ ਤਜਰਬਾ ਬਹੁਤ ਹੈ, ਤਜਰਬਾ ਬਹੁਤ ਵੱਡੀ ਚੀਜ਼ ਹੁੰਦੀ ਹੈ। ਪਰ ਅੰਗਦ ਹੋਣਾ ਲਈ ਇੱਕ ਕਨਫਿਊਜ਼ ਵਾਲੀ ਸਥਿਤੀ ਹੈ, ਫਿਊਜ਼ ਉੜਨ ਵਾਲੀ ਸਥਿਤੀ ਹੈ। ਰੀਜ਼ਨ ਇਹ ਹੈ ਕਿ ਵਿਧਾਨ ਸਭਾ ਦੀਆਂ ਵੋਟਾਂ ਅੱਗੇ ਆ ਰਹੀਆਂ ਨੇ ਔਰ ਹਰ ਪਾਰਟੀ ਦਾ ਧਿਆਨ ਹੁਣ ਵਿਧਾਨ ਸਭਾ ਵੱਲ ਹੀ ਹੈ। ਇੱਕ ਦੋ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਸੀਗੀਆਂ, ਮੈਂ ਤੁਹਾਨੂੰ ਉਹ ਵੀ ਕਲੀਅਰ ਕਰ ਦੇਵਾਂ। ਹਵਾ ਬਣ ਰਹੀ ਸੀ ਕਿ ਸ਼ਾਇਦ ਲਲਿਤ ਮੋਹਨ ਪਾਠਕ ਜਿਹੜੇ ਆ ਆਮ ਆਦਮੀ ਪਾਰਟੀ ਵਿੱਚ ਜਾ ਰਹੇ ਆ। ਕੁਝ ਕੁ ਤਾਂ ਮੈਨੂੰ ਵੀ ਵਿਦੇਸ਼ਾਂ ਤੋਂ ਕਾਲਸ ਆਈਆਂ ਕਿ ਲਲਿਤ ਮੋਹਨ ਪਾਠਕ ਜੀ ਦਾ ਕਲੀਅਰ ਹੋ ਗਿਆ, ਤੁਸੀਂ ਪੋਸਟ ਪਾ ਦਿਓ। ਪਰ ਮੈਂ ਇੱਕ ਬੰਦੇ ਦੇ ਕਹੇ 'ਤੇ ਪੋਸਟ ਨਹੀਂ ਪਾ ਸਕਦਾ। ਔਰ ਫਿਰ ਮੈਂ ਸੀਨੀਅਰ ਜਿਹੜੇ ਨੇ ਆਮ ਆਦਮੀ ਪਾਰਟੀ ਤੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉੱਥੇ ਇਹ ਪਤਾ ਚੱਲਿਆ ਕਿ ਨਾਟ ਓਨਲੀ ਲਲਿਤ ਮੋਹਨ ਪਾਠਕ, ਹੀ ਇਜ਼ ਇਨ ਅ ਕਿਊ। ਉਹਨਾਂ ਤੋਂ ਅੱਗੇ ਵੀ ਬਹੁਤ ਲੋਕ ਨੇ, ਪਿੱਛੇ ਵੀ ਬਹੁਤ ਲੋਕ ਨੇ। ਇਹ ਜਿਹੜਾ ਫੈਸਲਾ ਹੈ ਇਹ ਹਾਈ ਕਮਾਂਡ ਨੇ ਕਰਨਾ ਆਮ ਆਦਮੀ ਪਾਰਟੀ ਦੇ। ਇਹ ਲੋਕਲ ਜਿਹੜੇ ਹਲਕਾ ਇੰਚਾਰਜ ਜਾਂ ਹੋਰ ਜਿਹੜੇ ਪ੍ਰਧਾਨ ਨੇ ਉਹ ਇਸ ਦਾ ਚੀਜ਼ ਦਾ ਫੈਸਲਾ ਨਹੀਂ ਕਰ ਸਕਦੇ, ਇਹ ਹਾਈ ਕਮਾਂਡ ਨੇ ਫੈਸਲਾ ਕਰਨਾ। ਕਿਉਂਕਿ ਆਮ ਆਦਮੀ ਪਾਰਟੀ ਇਹ ਕਹਿੰਦੀ ਨਜ਼ਰ ਆਉਂਦੀ ਹੈ ਕਿ ਇਸ ਵਾਰ ਅਸੀਂ ਚੋਣਾਂ ਨਹੀਂ ਲੜਨੀਆਂ, ਚੋਣਾਂ ਜਿੱਤਣੀਆਂ ਨੇ, ਸਾਨੂੰ ਪੋਪੂਲਰ ਬੰਦਾ ਚਾਹੀਦਾ। ਔਰ ਪੋਪੂਲਰ ਔਰ ਫੇਮਸ ਵਿੱਚ ਬੜਾ ਫਰਕ ਹੈ। ਫੇਮਸ ਉਹ ਹੁੰਦਾ ਜੀ ਜਿਹਨੂੰ ਸਾਰੇ ਜਾਣਦੇ ਨੇ, ਪੋਪੂਲਰ ਉਹ ਹੁੰਦਾ ਜਿਹੜਾ ਲੋਕਪ੍ਰਿਯ ਹੋਵੇ। ਉਹਨਾਂ ਨੇ ਦੇਖਣਾ ਕਿਹੜਾ ਬੰਦਾ ਪਿੰਡਾਂ ਵਿੱਚ ਲੋਕਪ੍ਰਿਯ ਹੈ, ਸ਼ਹਿਰ ਵਿੱਚ ਵੀ ਇਕੁਅਲੀ ਉਹਦੀ ਪੋਪੂਲੈਰਿਟੀ ਹੈ। ਤਾਂ ਇਹ ਚੀਜ਼ਾਂ, ਇਹ ਪੈਰਾਮੀਟਰ ਸਾਰੇ ਹੀ ਜਿਹੜੇ ਆ ਉਹ ਉਹਨਾਂ 'ਤੇ ਕਿਹੜਾ ਖਰਾ ਉਤਰਦਾ ਉਹਦੀ ਚੋਣ ਕੀਤੀ ਜਾਵੇਗੀ। ਕਿ ਹਾਲੇ ਕੋਈ ਵੀ ਚੀਜ਼ ਫਾਈਨਲਾਈਜ਼ ਨਹੀਂ ਹੈ। ਔਰ ਮੈਨੂੰ ਲੱਗਦਾ ਕਿ MLA ਅੰਗਦ ਸਿੰਘ ਹੁਣ ਪਹੁੰਚੇ ਨੇ ਕਿਉਂਕਿ ਫੋਰਚੂਨਰ ਦੇ ਉੱਤੇ MLA ਲਿਖਿਆ ਨਜ਼ਰ ਆ ਰਿਹਾ। ਔਰ MLA ਦੀ ਗੱਡੀ ਵਿੱਚ ਡਾਕਟਰ ਕਮਲ ਜੀ ਨਿਕਲ ਕੇ ਆ ਰਹੇ ਨੇ। ਔਰ ਡਾਕਟਰ ਕਮਲ ਅਗਰ ਉਹਨਾਂ ਦੀ ਗੱਡੀ 'ਚੋਂ ਬਾਹਰ ਆ ਰਹੇ ਨੇ ਤਾਂ ਕਿਤੇ ਨਾ ਕਿਤੇ ਸ਼ਾਇਦ ਇਹ ਸਪਸ਼ਟ ਹੁੰਦਾ ਹੋ ਰਿਹਾ ਹੋਵੇਗਾ ਕਿ ਡਾਕਟਰ ਕਮਲ ਹੀ ਪ੍ਰਧਾਨ ਹੋਣਗੇ। ਬਟ ਫਿਰ ਵੀ ਕਿਆਸ ਸਚਿਨ ਹੋਣਾ ਦੇ ਬਰਾਬਰ ਨੇ ਅੱਜ ਤੱਕ ਅਖਬਾਰ ਦੀ ਕਟਿੰਗ 'ਚ। ਸੋ ਸਚਿਨ ਜੀ ਵੀ ਨਾਲ ਹੀ ਨੇ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਦਿਮਾਗ ਵਿੱਚ ਕਮਲ ਨੇ ਔਰ ਦਿਲ ਵਿੱਚ ਸਚਿਨ ਦੀਵਾਨ ਜੀ ਨੇ ਦੀਵਾਨ ਸਜਾਇਆ ਹੋਇਆ। ਤਾਂ ਅੰਗਦ ਸਿੰਘ ਲਈ ਇਹ ਦੁਚਿੱਤੀ ਵਾਲੀ ਸਿਚੁਏਸ਼ਨ ਹੈ, ਕਨਫਿਊਜ਼ ਵਾਲੀ ਸਿਚੁਏਸ਼ਨ ਹੈ ਕਿਉਂਕਿ ਅਗਲੀ ਨਿਗਾਹ ਜਿਹੜੀ ਆ ਉਹ ਵਿਧਾਨ ਸਭਾ ਦੀ ਵੋਟਾਂ 'ਤੇ ਹੈ। ਸੋ ਹਰੇਕ ਚੀਜ਼ ਨੂੰ ਜਿਹੜਾ ਪੈਰਲਲ ਕਰਨਾ ਪੈਣਾ, ਹਰੇਕ ਚੀਜ਼ ਨੂੰ ਬੈਲੈਂਸ ਕਰਨਾ ਪੈਣਾ, ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਹੈ। ਔਰ ਮੈਂ ਥੋੜ੍ਹਾ ਜਿਹਾ ਤੁਹਾਨੂੰ ਅਗਰ ਸਰ ਇੱਕ ਮਿੰਟ ਇੱਕ ਜਗ੍ਹਾ ਦੇ ਦਿਓ ਜੀ, ਅਗਰ ਥੋੜ੍ਹਾ ਜਿਹਾ ਅੱਗੇ ਲਿਜਾ ਕੇ ਦਿਖਾ ਦਵਾਂ। ਹਾਲਾਂਕਿ ਅਸੀਂ ਇਹਨਾਂ ਨੂੰ ਕੋਈ ਡਿਸਟਰੈਕਟ ਨਹੀਂ ਕਰਨਾ, ਕੋਈ ਕਿਸੇ ਨਾਲ ਗੱਲ ਨਹੀਂ ਕਰਨੀ ਕਿਉਂਕਿ ਇਹਨਾਂ ਨੇ ਹਾਲੇ ਫੈਸਲਾ ਜਿਹੜਾ ਅੰਦਰ ਜਾ ਕੇ ਦੱਸਣਾ, ਫੈਸਲੇ ਤੋਂ ਬਾਅਦ ਜ਼ਰੂਰ ਗੱਲ ਕਰਾਂਗੇ। ਪਰ ਇੱਕ ਚੀਜ਼ ਮੈਂ ਆਮ ਜਨਤਾ ਨੂੰ ਕਲੀਅਰ ਕਰ ਦੇਣਾ ਚਾਹੁੰਦਾ, ਵਿਜੇ ਜੀ ਥੋੜ੍ਹਾ ਅੱਗੇ ਹੋ ਕੇ ਚਿਹਰੇ ਦਿਖਾ ਦਿਓ। ਇੱਕ ਚੀਜ਼ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਕਿ ਇਹਨਾਂ 'ਚੋਂ ਕੋਈ ਵੀ ਪ੍ਰਧਾਨ ਬਣਦਾ, ਸਵਾਲ ਫਿਰ ਆਮ ਜਨਤਾ ਦੇ ਸ਼ੁਰੂ ਹੋਣਗੇ। ਸਵਾਲ ਫਿਰ ਤੋਂ ਲੈਣੇ ਸ਼ੁਰੂ ਕਰਾਂਗੇ। ਵਿਜੇ ਅੱਗੇ ਹੋ ਜਾਓ। ਸਵਾਲ ਫਿਰ ਤੋਂ ਲੈਣੇ ਸ਼ੁਰੂ ਕਰਾਂਗੇ। ਇੱਥੇ ਖੜ ਕੇ ਕਰ ਦਿਓ ਵਿਜੇ। ਸਵਾਲ ਫਿਰ ਅਸੀਂ ਲੈਣੇ ਸ਼ੁਰੂ ਕਰਾਂਗੇ ਜਦੋਂ ਕੋਈ ਪ੍ਰਧਾਨ ਬਣ ਜਾਏਗਾ ਕਿਉਂਕਿ ਹਾਲ ਦੀ ਘੜੀ ਇਹ ਆਪਣੀ ਪ੍ਰਕਿਰਿਆ ਕਰ ਲੈਣ, ਹਾਲ ਦੀ ਘੜੀ ਜਿਹੜੀ ਇਹਨਾਂ ਦੀ ਕਾਰਵਾਈ ਹੈ ਉਹ ਕਰ ਲੈਣ ਕਿਉਂਕਿ ਪ੍ਰਧਾਨ ਚੁਣਨਾ ਬਹੁਤ ਜ਼ਰੂਰੀ ਹੈ। ਹਾਲ ਦੀ ਘੜੀ ਇਹ ਸਹੁੰ ਵੀ ਚੱਕ ਲੈਣ। ਉਸ ਤੋਂ ਬਾਅਦ 19 ਦੇ 19 ਵਾਰਡਸ ਸਭ ਅਸੀਂ ਰੁਕਣੀ ਭੇਜਣੇ ਨਾ ਤੇ ਇਹ ਇੱਕ ਵਾਰੀ ਰਿਜ਼ਲਟ ਆ ਜਾਵੇ ਫਿਰ ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ। ਉਸ ਤੋਂ ਬਾਅਦ ਤੁਹਾਨੂੰ ਹਰੇਕ ਇਕੱਲੇ ਪਾਰਸ਼ਦ ਨਾਲ ਜਿਹੜੀ ਗੱਲਬਾਤ ਕਰਾ ਦਾਂਗੇ। ਔਰ ਸਤਿ ਸ਼੍ਰੀ ਅਕਾਲ ਜੀ। ਸੋ ਪੁਲਿਸ ਪ੍ਰਸ਼ਾਸਨ ਹਮੇਸ਼ਾ ਹੀ ਸਤਰਕ ਰਹਿੰਦਾ। ਕੁਲਦੀਪ ਰਾਣਾ ਜੀ ਵੀ ਪਹੁੰਚੇ ਨੇ ਔਰ ਰਾਣਾ ਜੀ ਦਾ ਜਿਹੜਾ ਇੱਕ ਰਸੂਖ ਹੈ ਕਾਂਗਰਸ ਪਾਰਟੀ ਵਿੱਚ ਬਹੁਤ ਵੱਡਾ ਮੰਨਿਆ ਜਾਂਦਾ। ਔਰ ਰੋਹਿਤ ਚੋਪੜਾ ਜੀ ਵੀ ਇੱਥੇ ਸਾਡੇ ਨਾਲ ਨੇ। ਸਰ ਸੂਤਰਾਂ ਤੋਂ ਤਾਂ ਬੜਾ ਕੁਝ ਪਤਾ ਚੱਲਿਆ ਪਰ ਤੁਸੀਂ ਦੱਸ ਸਕਦੇ ਹੋ ਕੁਝ ਵੀ ਦੱਸ ਸਕਦੇ ਹੋ? ਕੁਝ ਨਹੀਂ, ਨੋ ਕਮੈਂਟਸ। ਪਾਰਟੀ ਬੜੀ ਮੈਂ ਕਹਿੰਦਾ ਸਮਝਦਾਰ ਹੋ ਗਈ, ਇੱਕ ਵੀ ਲੂਪ ਪੁਆਇੰਟ ਨਹੀਂ ਛੱਡ ਰਹੀ। ਨੋ ਕਮੈਂਟਸ। ਕੋਈ ਆਈਡੀਆ? ਨੋ। ਅੱਛਾ ਅਖਬਾਰਾਂ ਵਿੱਚ ਤੇ ਕਟਿੰਗ ਆ ਗਈ ਕਿ ਸਚਿਨ ਹੀ ਹੋਣਗੇ ਪ੍ਰਧਾਨ ਤੇ ਪਰ ਹਜੇ ਸਾਡੇ ਲਈ ਨੋ ਕਮੈਂਟਸ ਹੈ। ਨੋ ਕਮੈਂਟਸ। ਚਲੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਨੋ ਕਮੈਂਟਸ ਦੀ ਸਥਿਤੀ ਉਦੋਂ ਹੁੰਦੀ ਹੈ ਜਦੋਂ ਦੁਚਿੱਤੀ ਹੋਵੇ ਕਿ ਅਗਰ ਮੈਂ ਫਲਾਣੇ ਨੂੰ ਮਨਾ ਕਰ ਦਿੱਤਾ ਤਾਂ ਸ਼ਾਇਦ ਉਹ ਨਾਰਾਜ਼ ਨਾ ਹੋਵੇ। ਲੇਕਿਨ ਸੂਤਰਾਂ ਤੋਂ ਵੀ ਪਤਾ ਚੱਲਿਆ ਕਿ ਇਹਨਾਂ ਨੇ ਸੰਧੀ ਕਰ ਲਈ ਹੈ। ਇਹ ਸ਼ਾਇਦ ਸਾਰੇ ਅੰਗਦ ਸਿੰਘ ਉਹਨਾਂ ਦੀ ਕੋਠੀ ਤੋਂ ਹੀ ਇੱਥੇ ਪਹੁੰਚੇ ਨੇ, ਉਹਨਾਂ ਦੇ ਘਰ ਤੋਂ ਹੀ ਇੱਥੇ ਪਹੁੰਚੇ ਨੇ। ਇਹਨਾਂ ਨੇ ਸੰਧੀ ਕਰ ਲਈ ਹੈ ਕਿ ਪ੍ਰਧਾਨ ਕੋਈ ਵੀ ਹੋਵੇ ਲੇਕਿਨ ਪਾਰਟੀ ਆਪਸ ਵਿੱਚ ਰੇੜਕਾ ਨਹੀਂ ਪਾਏਗੀ, ਪਾਰਟੀ ਆਪਸ ਵਿੱਚ ਇਕੱਠਿਆ ਰਹੇਗੀ। ਮੈਂ ਇੱਕ ਚੀਜ਼ ਹੋਰ ਕਲੀਅਰ ਕਰ ਦੇਵਾਂ, ਕਾਂਗਰਸ ਪਾਰਟੀ ਦਾ ਬਾਰ-ਬਾਰ ਨਾਮ ਆ ਰਿਹਾ ਕਿਉਂਕਿ ਬਹੁਮਤ ਇਹਨਾਂ ਕੋਲ ਹੈ। ਬਟ ਅਸੀਂ 19 ਦੇ 19 ਵਾਰਡਸ ਦੀ ਤਰੱਕੀ ਚਾਹੁੰਦੇ ਹਾਂ। ਤੁਸੀਂ ਸਾਡੇ ਨਾਲ ਰਹਿਣਾ। ਅਸੀਂ ਜਿਹੜਾ ਮੈਂ ਸਲੋਗਨ ਬਣਾਇਆ P32 ਨਵਾਂ ਸ਼ਹਿਰ ਤੁਹਾਡੇ
ਹੱਕ ਦਾ ਪਹਿਰੇਦਾਰ। ਤਾਂ 19 ਦੇ 19 ਵਾਰਡਸ ਦੀ ਤਰੱਕੀ ਹੋਣੀ ਬਹੁਤ ਜ਼ਰੂਰੀ ਹੈ। ਮੈਨੂੰ ਨਹੀਂ ਪਤਾ 5 ਸਾਲ ਪਹਿਲਾਂ ਕੀ ਸੀ, ਲੇਕਿਨ ਨੈਕਸਟ 5 ਇਅਰਸ ਕੀ ਹੋਣਾ ਉਹ ਅਸੀਂ ਜ਼ਰੂਰ ਦੱਸ ਸਕਦੇ ਹਾਂ, ਕਿਉਂਕਿ ਹਰ ਬੰਦੇ ਕੋਲ ਸੋਸ਼ਲ ਮੀਡੀਆ, ਹਰ ਬੰਦਾ ਘਰੋਂ ਲਾਈਵ ਹੋ ਜਾਂਦਾ। ਮੇਰੀ ਗਲੀ ਨਹੀਂ ਬਣੀ, ਮੇਰੀ ਨਾਲੀ ਨਹੀਂ ਬਣੀ। ਇਸ 5 ਸਾਲਾਂ ਵਿੱਚ ਗਲੀਆਂ ਨਾਲੀਆਂ ਇਹ ਪੱਕੀਆਂ ਤਾਂ ਜ਼ਰੂਰ ਹੋਣਗੀਆਂ, ਕਿਉਂਕਿ ਅਗਲੇ 5 ਸਾਲ ਬਾਅਦ ਜਦੋਂ ਕੋਈ ਵੋਟ ਮੰਗਣ ਆਏਗਾ, ਫਿਰ ਲਾਇਬ੍ਰੇਰੀ ਦੀ ਗੱਲ ਹੋਏਗੀ, ਫਿਰ ਡਿਸਪੈਂਸਰੀ ਦੀ ਗੱਲ ਹੋਏਗੀ, ਫਿਰ ਕਾਉਂਸਲਿੰਗ ਹਾਲਸ ਦੀ ਗੱਲ ਹੋਏਗੀ। ਤਾਂ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਵਿੱਚ ਵੀ ਆਰ ਗੋਇੰਗ ਟੂ ਡਿਮਾਂਡ। ਇਹ ਇੱਕ ਵਾਰੀ ਸਹੁੰ ਚੱਕ ਲੈਣ, ਇੱਕ ਵਾਰੀ ਪ੍ਰਧਾਨ ਪਤਾ ਲੱਗ ਜਾਵੇ ਕੌਣ ਹੈ, ਉਸ ਤੋਂ ਬਾਅਦ ਡੈਫੀਨੇਟਲੀ ਆਮ ਜਨਤਾ ਦੇ ਕੁਐਸਚਨ ਹੀ ਰੇਜ਼ ਕੀਤੇ ਜਾਣਗੇ। ਡਾਕਟਰ ਕਮਲ ਜੀ ਦੇ ਬ੍ਰਦਰ ਵੀ ਇੱਥੇ ਮੌਜੂਦ ਨੇ, ਔਰ ਸਭ ਨੂੰ ਉਮੀਦ ਹੈ ਕਿ ਸਾਡਾ ਹੀ ਜਿਹੜਾ ਨੇੜਲਾ ਸਦੱਸਿਆ ਉਹ ਪ੍ਰਧਾਨ ਬਣੇ, ਕਿਉਂਕਿ ਸਭ ਨੂੰ ਇਹੀ ਲੱਗਦਾ ਹੁੰਦਾ ਕਿ ਮੈਂ ਅਗਰ ਪ੍ਰਧਾਨ ਬਣਦਾ ਮੈਂ ਜ਼ਿੰਮੇਵਾਰੀ ਨੂੰ ਪੂਰੀ ਜਸਟੀਫਾਈ ਕਰਾਂਗਾ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ। ਬਟ ਕੀ ਫੈਸਲਾ ਹੁੰਦਾ, ਇਹ ਕਾਂਗਰਸ ਪਾਰਟੀ ਦਾ ਫੈਸਲਾ, ਕਿਉਂਕਿ ਇਹਦੇ ਵਿੱਚ ਜਿਹੜੀ ਆ MLA ਦੀ ਵੋਟ ਵੀ ਮਾਇਨੇ ਰੱਖਦੀ ਹੈ, ਬਾਕੀ ਪਾਰਸ਼ਦਾਂ ਦੀ ਵੋਟ ਵੀ ਮਾਇਨੇ ਰੱਖਦੀ ਹੈ। ਸੋ ਇਹ ਫੈਸਲਾ ਜਿਹੜਾ ਅੰਦਰੋਂ ਹੋਣਾ। ਵਿਜੇ ਜੀ ਤੁਸੀਂ ਥੋੜਾ ਅੱਗੇ ਹੋ ਕੇ ਤਸਵੀਰਾਂ ਦਿਖਾ ਦਿਓ, ਥੋੜਾ ਅੱਗੇ ਹੋ ਕੇ ਤਸਵੀਰਾਂ ਦਿਖਾ ਦਿਓ। ਮੈਂ ਸਾਹਿਬ ਕੀ ਹਾਲ ਹੈ ਜੀ? ਠੀਕ ਹੈ ਹੋਰ ਜੀ ਠੀਕ ਹੋ ਸਰ? ਸੋ ਔਰ ਮੈਂ ਜਿਵੇਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਕਿ ਕੋਠੀ ਤੋਂ ਹੀ ਆਏ ਨੇ ਸਾਰੇ। ਅੰਗਦ ਸਿੰਘ ਹੋਣਾ ਦੀ ਕੋਠੀ ਤੋਂ ਸਾਰੇ ਆਏ ਨੇ, ਉਹਨਾਂ ਦੇ ਘਰ ਤੋਂ ਆਏ ਨੇ। ਜਿੱਥੇ ਤੱਕ ਉਮੀਦ ਇਹੀ ਹੈ ਕਿ ਡਿਸੀਜਨ ਇਹ ਲੈ ਚੁੱਕੇ ਨੇ। ਡਿਸੀਜਨ ਸ਼ਾਇਦ ਜੋ ਸੂਤਰਾਂ ਤੋਂ ਪਤਾ ਕੱਲ ਰਾਤੀ 1 ਵਜੇ ਡਿਸੀਜਨ ਲੈ ਲਿਆ ਗਿਆ ਸੀ। ਮੈਂ ਤੁਹਾਨੂੰ ਕਲੀਅਰ ਕਰ ਦਿੰਦਾ, ਡਿਸੀਜਨ ਸ਼ਾਇਦ ਕੱਲ ਰਾਤੀ 1 ਵਜੇ ਹੀ ਲੈ ਲਿਆ ਗਿਆ ਸੀ, ਜੋ ਸੂਤਰਾਂ ਤੋਂ ਪਤਾ ਚੱਲਿਆ। ਲੇਕਿਨ ਹੁਣ ਅਨਾਉਂਸਮੈਂਟ ਹੋਣੀ ਬਾਕੀ ਹੈ। ਸਿਰਫ ਇਹ ਜਨਤਕ ਕਰਨਾ ਹੀ ਰਹਿ ਗਿਆ ਹੈ ਕਿ ਕੌਣ ਪ੍ਰਧਾਨ ਹੋਵੇਗਾ। ਲੇਕਿਨ ਚਿਹਰੇ ਮੈਨੂੰ ਸਚਿਨ ਜੀ ਦੇ ਵੀ ਉਨੀ ਰੌਣਕ ਨਹੀਂ ਲੱਗੀ, ਡਾਕਟਰ ਕਮਲ ਦੇ ਵੀ ਉਨੀ ਲੱਗੀ, ਕਿਉਂਕਿ ਹਾਲੇ ਉਹ ਲੱਗਦਾ ਸ਼ਸ਼ੋਪਨ ਵਿੱਚ ਹੀ ਨੇ ਕਿ ਸ਼ਾਇਦ ਮੈਂ, ਸ਼ਾਇਦ ਤੂੰ, ਸ਼ਾਇਦ ਤੂੰ, ਸ਼ਾਇਦ ਮੈਂ। ਹਾਲੇ ਇਹੀ ਚੱਲ ਰਿਹਾ ਹੋਣਾ ਦਿਲ ਵਿੱਚ, ਕਿਉਂਕਿ ਪੋਲੀਟਿਕਸ ਨੂੰ ਤੁਸੀਂ ਕਦੀ ਸਮਝ ਨਹੀਂ ਸਕਦੇ। ਸ਼ਾਇਦ ਬਾਹਰ ਪ੍ਰਧਾਨ ਮੈਨੂੰ ਕਹਿ ਕੇ ਗਏ, ਹੁਣ ਅੰਦਰ ਜਾ ਕੇ ਸਾਡੀ ਟੀਮ 'ਚੋਂ ਕੋਈ ਹੋਰ ਬਣ ਜਾਵੇ। ਸਿਚੁਏਸ਼ਨ ਇਹਦੇ ਵਿੱਚ ਸਿਮਿਲਰ ਨਹੀਂ ਲੈਂਦੀ, ਔਰ ਨਾ ਹੀ ਕੋਈ ਪਰਮਾਨੈਂਟ ਦੋਸਤ ਰਹਿੰਦਾ, ਨਾ ਹੀ ਕੋਈ ਪਰਮਾਨੈਂਟ ਦੁਸ਼ਮਣ ਰਹਿੰਦਾ। ਇਹ ਚੀਜ਼ ਜਿਹੜੀ ਹੈ, ਤੁਸੀਂ ਇੱਕ ਵਾਰੀ ਤਸਵੀਰਾਂ ਦੇਖ ਲਓ ਫਿਰ ਤੋਂ। ਜਿਨ੍ਹਾਂ ਨੂੰ ਅਲਾਉਡ ਹੈ ਉਹੀ ਅੰਦਰ ਜਾ ਰਹੇ ਨੇ, ਔਰ ਪੂਰੇ ਪ੍ਰੋਟੋਕੋਲਸ, ਪੁਲਿਸ ਪ੍ਰਸ਼ਾਸਨ ਪੂਰੇ ਪ੍ਰੋਟੋਕੋਲਸ ਨੂੰ ਮੈਨੇਜ ਕਰ ਰਿਹਾ। ਬਿਨਾਂ ਮਾਸਕ ਤੋਂ ਕਿਸੇ ਦੀ ਐਂਟਰੀ ਨਹੀਂ ਹੈ। ਔਰ ਮੈਂ ਜਿਵੇਂ ਤੁਹਾਨੂੰ ਕਈ ਵਾਰ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਹਮੇਸ਼ਾ ਹੀ ਕੋਸ਼ਿਸ਼ ਕਰਦਾ ਹੈ ਕਿ ਹਰ ਕਾਰਵਾਈ ਨਿਰਵਿਘਨ ਤਰੀਕੇ ਨਾਲ ਹੋਵੇ, ਸਹੀ ਤਰੀਕੇ ਨੇਪਰੇ ਚੜੇ। ਵਿਜੇ ਜੀ ਇਹ ਥੋੜਾ ਹੋਣਾ ਹੀ ਹੈ ਤੁਹਾਡੇ ਨਾਲ, ਤਾਂ ਤੁਸੀਂ ਪਲੀਜ਼ ਇੱਧਰ ਉੱਧਰ ਹੋ ਕੇ ਕਰੋ, ਕਿਉਂਕਿ ਇੱਕ ਨੈਕਸਸ ਹੈ ਜੀ ਜੀ। ਤਾਂ ਤੁਹਾਨੂੰ ਪਤਾ ਹੀ ਹੈ ਇਹ ਥੋੜਾ ਹੋਣਾ ਹੀ ਹੈ, ਤਾਂ ਤੁਸੀਂ ਪਲੀਜ਼ ਇੱਕ ਆਪ ਸਾਈਡ ਬਣਾਓ, ਆਪ ਜਗ੍ਹਾ ਬਣਾਉਣੀ ਹੈ। ਔਰ ਔਰ ਜੋ ਪ੍ਰੋਟੋਕੋਲਸ ਨੇ ਆਈ ਥਿੰਕ ਵੀ ਹੈਵ ਟੂ ਫੋਲੋ। ਅਸੀਂ ਕੁਝ ਪੁਲਿਸ ਪ੍ਰਸ਼ਾਸਨ ਤੁਸੀਂ ਦੇਖੋ ਅੰਦਰ ਹੈ, ਔਰ ਕੋਸ਼ਿਸ਼ ਕਰਦਾ ਮੈਂ ਇਹਨਾਂ ਨਾਲ ਗੱਲਬਾਤ ਕਰਕੇ ਅਗਰ ਸਾਨੂੰ ਅੰਦਰਲੇ ਤਸਵੀਰਾਂ ਉੱਥੇ ਲੈ ਦੇ ਸਕਣ ਤਾਂ। ਵਿਜੇ ਇੱਕ ਸਾਰੇ ਅੰਦਰ ਭੇਜੋ ਫਿਰ। ਡੀਐਸਪੀ ਸਾਹਿਬ ਸਾਰੇ ਵਾਸਤੇ ਨੂੰ ਬਰਾਬਰ ਰੱਖੋ ਨਾ ਫਿਰ। ਪ੍ਰੇਮ ਯਾਰ ਵਿਆਹ ਸਾਰੇ ਅੰਦਰ ਭੇਜ ਦੋ ਜਾਂ ਬਾਹਰ ਕਰ ਦੋ। ਸਾਰੇ ਜਾ ਕੇ ਸਾਰੇ ਅੰਦਰ ਕਰੋ ਫਿਰ। ਸੋ ਐਜ਼ ਯੂਜੂਅਲ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰਦਾ, ਮੈਂ ਐਜ਼ ਯੂਜੂਅਲ ਨਵਾਂ ਸ਼ਹਿਰ ਵਿੱਚ ਚੀਜ਼ ਹੋ ਜਾਂਦੀ ਹੈ ਕਿ ਸਾਰੇ ਕਿਤੇ ਨਾ ਕਿਤੇ ਮੈਨੂੰ ਪ੍ਰਾਇੋਰਟੀ ਨਹੀਂ ਮਿਲੀ, ਮੈਨੂੰ ਪ੍ਰਾਇੋਰਟੀ ਨਹੀਂ ਮਿਲੀ। ਉਸ ਚੀਜ਼ ਨਾਲ ਮੈਨੂੰ ਤੁਸੀਂ ਦੇਖ ਸਕਦੇ ਹੋ ਮੀਡੀਆ 'ਚੋਂ ਇੱਕ ਵਿਅਕਤੀ ਅੰਦਰ ਚਲਾ ਗਿਆ ਤਾਂ ਬਾਕੀ ਵੀ ਡਿਮਾਂਡ ਕਰ ਰਹੇ ਨੇ ਕਿ ਸਾਨੂੰ ਵੀ ਅੰਦਰ ਜਾਣ ਦਿਓ। ਹਾਲਾਂਕਿ PB 32 ਨਵਾਂ ਸ਼ਹਿਰ ਦੀ ਟੀਮ ਤੁਹਾਨੂੰ ਕੱਲੀ ਰਿਪੋਰਟ ਦਿੰਦੀ ਰਹੇਗੀ। ਇਹੋ ਜਿਹੀ ਗੱਲ ਕਿਤੇ ਨਾ ਕਿਤੇ ਹੋ ਜਾਂਦੀ ਹੈ, ਬਟ ਸਭ ਦਾ ਦਿਲ ਹੁੰਦਾ ਕਿ ਅਗਰ ਦੂਜੇ ਨੂੰ ਮੌਕਾ ਮਿਲ ਰਿਹਾ ਮੈਨੂੰ ਕਿਉਂ ਨਹੀਂ ਮਿਲ ਰਿਹਾ। ਸੋ ਇਹ ਗੱਲ ਵੀ ਇਹਨਾਂ ਦੀ ਸਹੀ ਹੈ, ਕਿਉਂਕਿ ਡਿਫਰੈਂਸ ਇੱਥੇ ਹੋ ਰਿਹਾ, ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਇੱਕ ਵਿਅਕਤੀ ਅਗਰ ਅੰਦਰ ਜਾ ਕੇ ਕਵਰੇਜ ਕਰ ਰਿਹਾ ਤਾਂ ਬਾਕੀ ਕਿਉਂ ਨਹੀਂ ਅਲਾਉਡ ਹੈਗੇ। ਤਾਂ ਇਹ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ। ਵਿਜੇ ਜੀ ਅੱਗੇ ਆ ਕੇ ਦਿਖਾ ਦਿਓ। ਇਹ ਗੱਲ ਕਿਤੇ ਨਾ ਕਿਤੇ ਸਾਰੇ ਮੀਡੀਆ ਦੀ ਜਾਇਜ਼ ਹੈ ਕਿ ਅਗਰ ਨਗਰ ਕੌਂਸਲ ਦੀ ਹੋ ਰਹੀ ਹੈ, ਪਰ ਆਮ ਜਿਹੜੇ ਆ ਉਹ ਆਗੂ ਆ ਜੀ ਤੁਸੀਂ ਇਹ ਦੇਖ ਸਕਦੇ ਹੋ ਕਿ ਨਵਾਂ ਇਸ਼ੂ ਇੱਥੇ ਕ੍ਰੀਏਟ ਹੋ ਗਿਆ ਕਿ ਕਾਂਗਰਸੀ ਵਰਕਰ ਕਹਿੰਦੇ ਨੇ ਅੰਦਰ ਜਾ ਰਹੇ ਨੇ, ਆਗੂ ਅੰਦਰ ਜਾ ਰਹੇ ਨੇ।
ਔਰ ਸਾਡੇ ਕੈਮਰਾਮੈਨ ਦੀ। ਸੋ ਇਹ ਆਵਾਜ਼ ਜਿਹੜੀ ਆ ਇਹ ਜਦੋਂ ਮੀਡੀਆ ਨੇ ਚੱਕੀ ਆ ਤਾਂ ਡੈਫੀਨੇਟਲੀ ਉਹ ਬਾਕੀ ਜਿਹੜੇ ਲੋਕ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਰਹੇ ਉਹ ਬਾਹਰ ਆ ਰਹੇ ਨੇ ਔਰ ਮੀਡੀਆ ਦੀ ਇਹ ਆਵਾਜ਼ ਸਫਲ ਰਹੀ ਹੈ। ਤਾਂ ਇਹ ਚੀਜ਼ ਹੈ ਕਿ ਅਗਰ ਮੀਡੀਆ ਇਕਜੁੱਟ ਹੋ ਕੇ ਆਵਾਜ਼ ਚੱਕੇ ਤਾਂ ਮੇਰੇ ਹਿਸਾਬ ਨਾਲ ਮੁੱਦੇ ਹੱਲ ਹੋ ਸਕਦੇ ਨੇ। ਸੋ ਲੋੜ ਹੈ ਕਿ ਅਸੀਂ ਇਕਜੁੱਟ ਹੋਈਏ, ਇਕੱਠੇ ਹੋਈਏ, ਇਕੱਤਰਿਤ ਹੋਈਏ। ਸੋ ਜੀ ਸਾਡੀ ਜਿਹੜੇ ਕੈਮਰਾਮੈਨ ਨੇ ਉਹ ਤੁਹਾਨੂੰ ਦਿਖਾ ਪਾ ਰਹੇ ਨੇ ਜੀ। ਕਮੈਂਟਸ ਅਸੀਂ ਨਾਲ ਦੀ ਨਾਲ ਲੈ ਲੈਂਦੇ ਹਾਂ ਕਿਉਂਕਿ ਹਾਲ ਦੀ ਘੜੀ ਥੋੜਾ ਟਾਈਮ ਲੱਗਣਾ ਹੈ। ਐਡਵਾਂਸ ਕੰਗ੍ਰੈਚੁਲੇਸ਼ਨ ਟੂ ਬੱਲੂ ਪ੍ਰਧਾਨ ਫॉर ਨੈਕਸਟ MLA ਨਵਾਂ ਸ਼ਹਿਰ ਸਿਟੀ। ਇਹ ਪੰਕਜ ਸੋਨੀ ਕਹਿ ਰਹੇ ਨੇ। ਮਾਲ ਸਾਹਿਬ ਕਹਿ ਰਹੇ ਨੇ ਡਾਕਟਰ ਕਮਲ ਜੀ ਤੇਲ ਦੇਖੋ, ਤੇਲ ਦੀ ਧਾਰਨਾ ਦੇਖੋ, ਫੈਸਲਾ ਬਿਲਕੁਲ ਸਰਬਸੰਮਤੀ ਨਾਲ ਅਤੇ ਸਰਬ ਪ੍ਰਵਾਨਿਤ ਹੋਵੇਗਾ। ਇਹ ਚੀਜ਼ ਮੈਂ ਤੁਹਾਨੂੰ ਪਹਿਲੇ ਹੀ ਕਹਿ ਚੁੱਕਾ ਜੀ ਕਿ ਇੱਥੇ ਤੇਲ ਦੀ ਧਾਰ ਨਹੀਂ ਦੇਖਣੀ ਕਿਉਂਕਿ ਲੱਕੜਹਾਰ ਦੇ ਬੱਚੇ ਨੂੰ ਪਤਾ ਲੱਕੜੀ ਕਿਵੇਂ ਘੜਨੀ ਹੈ। ਤਾਂ ਇਹ ਜਿੰਨੇ ਵੀ ਅੰਦਰ ਨੇ ਸਾਰੇ ਪਿਓਰ ਪੋਲੀਟੀਸ਼ੀਅਨਸ ਨੇ, ਇਹਨਾਂ ਨੂੰ ਪਤਾ ਹੈ ਕਿ ਕਿਵੇਂ ਹਰੇਕ ਨੂੰ ਸਹਿਮਤ ਕਰਨਾ, ਹਰੇਕ ਨਾਲ ਸੰਧੀ ਕਰਨੀ ਆ, ਹਰੇਕ ਨੂੰ ਸਮਝਾਉਣਾ, ਹਰੇਕ ਨੂੰ ਬੁਝਾਉਣਾ। ਤਾਂ ਇਹ ਬਿਲਕੁਲ ਪਰਪੱਕ ਨੇ। ਤਾਂ ਇਸ ਚੀਜ਼ ਦਾ ਕੋਈ ਖਦਸ਼ਾ ਨਹੀਂ ਹੈ। ਸਚਿਨ ਦੀਵਾਨ ਇੱਕ ਹਰਸ਼ ਜਾਂਗੜਾ ਜੀ ਦਾ ਕਮੈਂਟ ਵੀ ਆ ਰਿਹਾ ਕਿ ਕਿਸੇ ਨੇ ਮਾਸਕ ਨਹੀਂ ਲਾਇਆ ਭਾਜੀ, ਹੁਣ ਕਰੋਨਾ ਹੈ ਨਹੀਂ। ਸਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਜੀ, ਕਰੋਨਾ ਤਾਂ ਵਿਚਾਰਾ ਮਿੰਨਤਾਂ ਕਰ ਰਿਹਾ ਕਿ ਮੈਨੂੰ ਚਾਈਨਾ ਭੇਜ ਦਿਓ। ਮੈਂ ਬਹੁਤ ਤੰਗ ਹੋ ਚੁੱਕਾ। ਇੰਨਾ ਤਾਂ ਲੇਖਾ ਮੇਰੇ ਤੋਂ ਚਾਈਨਾ ਨੇ ਵੀ ਨਹੀਂ ਲਿਆ ਜਿੰਨਾ ਮੇਰੇ ਤੋਂ ਪੰਜਾਬ ਔਰ ਭਾਰਤ ਵਿੱਚ ਲਿਆ ਜਾ ਰਿਹਾ। ਤਾਂ ਕਰੋਨਾ ਦੀ ਗੱਲ ਆਪਾਂ ਨਾ ਹੀ ਕਰੀਏ ਤਾਂ ਠੀਕ ਹੈ ਕਿਉਂਕਿ ਕਰੋਨਾ ਬਹੁਤ ਜ਼ਿਆਦਾ ਪਰੇਸ਼ਾਨ ਹੈ। ਉਹਦੀ PK ਫਿਲਮ ਵਾਲੀ ਸਥਿਤੀ ਬਣ ਚੁੱਕੀ ਹੈ ਕਿ ਮੁਝੇ ਘਰ ਜਾਣਾ ਹੈ। ਔਰ ਮੈਂ ਜ਼ਰੂਰ ਕੈਮਰੇ ਥਰੂ ਦੇਖਣਾ ਚਾਹਾਂਗਾ ਕਿ ਅੰਦਰਲੀ ਜਿਹੜੀ ਤੁਸੀਂ ਕਾਰਵਾਈ ਉਹ ਦੇਖ ਪਾ ਰਹੇ ਹੋ। ਔਰ ਥੈਂਕਸ ਜਿੰਨੇ ਵੀ ਜੁੜੇ ਹੋਏ ਨੇ, ਜਿੰਨੇ ਵੀ ਪਰਿਵਾਰਕ ਮੈਂਬਰ ਜੁੜੇ ਹੋਏ ਨੇ। ਔਰ ਅਸੀਂ ਤੁਹਾਡੇ ਲਈ ਇਹ ਭੱਜ ਨੱਠ ਕਰਦੇ ਹਾਂ, ਤੁਹਾਡੇ ਕਰਕੇ ਹੀ ਇੱਥੇ ਪਹੁੰਚਦੇ ਹਾਂ। ਔਰ ਕਮੈਂਟਸ ਮੈਂ ਫਿਰ ਤੋਂ ਨਾਲ ਦੀ ਨਾਲ ਲੈ ਲੈਂਦਾ। ਸੋ ਇੱਕ ਚੀਜ਼ ਲਈ ਹੋਰ ਸਾਨੂੰ ਰਿਵਾਰਡ ਦੇਣਾ ਬਣਦਾ ਕਿਉਂਕਿ ਜੋ ਤੁਹਾਡੀ ਟੀਮ ਸ਼ੁਰੂ ਕਰਦੀ ਹੈ ਫਿਰ ਸਾਰਿਆਂ ਨੂੰ ਕਰਨਾ ਪੈਂਦਾ। ਭਾਰਤ ਕੁੰਦਰਾ ਕਹਿੰਦੇ ਨੇ ਵੈਰੀ ਵੈਲ ਕਵਰੇਜ ਸ਼ੂਰੀ ਸਾਹਿਬ। ਥੈਂਕ ਯੂ ਸਰ। ਕੁੰਦਰਾ ਸਾਹਿਬ ਤੁਸੀਂ ਹੋ। ਗਰਚਾ ਪ੍ਰਿੰਸ ਸ਼ੁਕਰਾਨਾ ਭੇਜ ਰਹੇ ਨੇ। ਜਸ ਰੁੜਕੀ ਇੱਕ ਵਾਰ ਦੁਬਾਰਾ ਦੱਸ ਦਿਓ ਸੂਰੀ ਜੀ ਕੀ। ਜਸ ਰੁੜਕੀ ਜੀ ਦੱਸੋ ਕੀ ਦੱਸਣਾ। ਮੈਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਦੱਸ ਦਿੰਦਾ ਪਰ ਮੈਂ ਜਿਵੇਂ ਪਹਿਲਾਂ ਕਿਹਾ ਮੈਂ ਕੁਝ ਕੁ ਗੱਲਾਂ ਪਿਛਲੇ ਭੁੱਲ ਗਿਆ ਸੀਗਾ ਕਿ ਗੱਲਾਂ ਇਹ ਨੇ ਕਿ ਸਚਿਨ ਦੀਵਾਨ ਹੋਣਾ ਨੇ ਦੇ ਫੈਮਿਲੀ ਨੇ ਵੀ ਇੱਕ ਵਾਰ ਬਲੀਦਾਨ ਦਿੱਤਾ, ਕੁਰਬਾਨੀ ਦਿੱਤੀ ਹੈ ਔਰ ਡਾਕਟਰ ਕਮਲ ਜੀ ਨੇ ਵੀ ਦਿੱਤੀ ਹੈ। ਸਾਡੇ ਨਾਲ ਅਮਿਤ ਜੀ ਨੇ, ਬਹੁਤ ਸੀਨੀਅਰ ਨੇ, ਸਾਡੇ ਵੱਡੇ ਬ੍ਰਦਰ ਨੇ, ਬੜੀ ਰਿਸਪੈਕਟ ਹੈ। ਸਰ ਕੀ ਲੱਗਦਾ ਫਿਰ ਅੱਜ ਕੌਣ ਬਾਜੀ ਮਾਰ ਜੂਗਾ? ਕਿ ਦੋ ਦੀ ਜਿਵੇਂ ਲੜੇ ਕਿਤੇ ਤੀਜਾ ਤਾਂ ਨਹੀਂ ਬਾਜੀ ਮਾਰ ਜੂ? ਨਹੀਂ, ਜੋ ਮੈਨੂੰ ਲੱਗਦਾ ਹੈ ਜਿੱਦਾਂ ਸਚਿਨ ਦੀਵਾਨ ਦੇ ਇੰਪ੍ਰੈਸ਼ਨਸ ਤੁਸੀਂ ਦੇਖੇ ਹੋਣੇ ਆ ਜਾਣ ਤੋਂ ਪਹਿਲਾਂ ਨੇ ਵੀ ਉਹਨਾਂ ਨੇ ਥੰਮ ਦਾ ਨਿਸ਼ਾਨ ਕੀਤਾ, ਉਹ ਤੋਂ ਮੈਨੂੰ ਲੱਗ ਰਿਹਾ ਕਿ ਸਚਿਨ ਦੀਵਾਨ ਦਾ ਲਗਭਗ ਬਣਨਾ ਫਾਈਨਲ ਆ। ਬਾਕੀ 15 ਮਿੰਟ ਬਾਅਦ ਰੁਝਾਨ ਪਹਿਲਾਂ ਕਿਵੇਂ ਆਇਆ ਸੀ ਕਿਉਂਕਿ ਤੁਸੀਂ ਵੀ ਆਪਣੇ ਚੈਨਲ ਤੇ ਜਿਹੜਾ ਆਮ ਪਬਲਿਕ ਸਚਿਨ ਦੀਵਾਨ ਔਰ ਡਾਕਟਰ ਕਮਲ ਦੇ ਬਾਰੇ ਕਿਹਾ ਜਾ ਰਿਹਾ ਸੀ ਪਰ ਸਚਿਨ ਦੀਵਾਨ ਦੀ ਜੋ ਬਾਡੀ ਲੈਂਗੁਏਜ ਸੀਗੀ ਅੰਦਰ ਜਾਂਦੇ ਹੋਏ ਵੀ ਤੁਸੀਂ ਦੇਖੀ ਹੋਣੀ ਆ। ਸਚਿਨ ਦੀਵਾਨ ਡਾਕਟਰ ਕਮਲ ਦੀ ਬਾਡੀ ਲੈਂਗੁਏਜ ਵਿੱਚ ਡਿਫਰੈਂਸ ਸੀ। ਉਹ ਬਾਡੀ ਲੈਂਗੁਏਜ ਤੋਂ ਲੱਗ ਰਿਹਾ ਕਿ ਸਚਿਨ ਦੀਵਾਨ ਨੂੰ ਸ਼ਾਇਦ ਹਰੀ ਝੰਡੀ ਮਿਲ ਚੁੱਕੀ ਹੈ ਜੀ। ਮੈਂ ਆਪਣੀ ਅਮਿਤ ਸ਼ਰਮਾ ਜੀ ਬਹੁਤ ਸੀਨੀਅਰ ਪੱਤਰਕਾਰ ਔਰ ਨਵੇਂ ਸ਼ਹਿਰ ਦੇ ਜਿਵੇਂ ਪੁਲਿਸ ਕੋ ਚੱਪੇ ਚੱਪੇ ਦੀ ਖਬਰ ਹੁੰਦੀ ਹੈ ਸਰਵਣਾ ਕੋ ਵੀ ਹੁੰਦੀ ਹੈ। ਤਾਂ ਮੈਂ ਵੀ ਜਿਵੇਂ ਤੁਹਾਨੂੰ ਰਾਤੀ ਦੱਸ ਦਿੱਤਾ ਸੀਗਾ ਕਿ ਰਾਤੀ ਸ਼ਾਇਦ 1 ਵਜੇ ਹੀ ਇਹ ਕਲੀਅਰ ਹੋ ਗਿਆ ਸੀਗਾ ਕਿ ਕੌਣ ਹੋਵੇਗਾ ਨਵੇਂ ਸ਼ਹਿਰ ਦਾ ਅਗਲਾ ਪ੍ਰਧਾਨ। ਜੋ ਵੀ ਪ੍ਰਧਾਨ ਹੋਵੇ ਸਿਟੀ ਡਿਵੈਲਪਮੈਂਟ ਕਰਾਏ। ਸਰ ਇੱਕ ਵਾਰੀ ਇਹਨਾਂ ਨੂੰ ਪ੍ਰਧਾਨ ਬਣ ਲੈਣ ਦਿਓ then definitely we are going to ask them questions। ਅਸੀਂ ਉਹਨਾਂ ਤੋਂ ਕੁਐਸਚਨਸ ਪੁੱਟ ਕਰਾਂਗੇ ਕਿਉਂਕਿ ਵੱਡੀ ਚੀਜ਼ ਇਹ ਹੈ ਕਿ ਨਵੇਂ ਸ਼ਹਿਰ ਨੂੰ ਸਵਾਰਨਾ ਹੈ, ਨਵੇਂ ਸ਼ਹਿਰ ਨੂੰ ਐਕਚੁਅਲ ਵਿੱਚ ਨਵਾਂ ਸ਼ਹਿਰ ਨੂੰ ਨਿਊ ਸਿਟੀ ਬਣਾਉਣਾ ਹੈ। ਐਦਾਂ ਨਹੀਂ ਹੈ ਕਿ ਅਸੀਂ ਅਗਲੇ 5 ਸਾਲਾਂ ਬਾਅਦ ਵੀ ਇਹ ਕਹੀਏ ਕਿ ਯਾਰ ਸਾਡੀ ਗਲੀ ਨਹੀਂ ਬਣੀ। ਜਿਵੇਂ ਹਾਲ ਹੀ ਵਿੱਚ ਅਸੀਂ ਇੱਕ ਵਾਰਡ ਵਿੱਚ ਜਾ ਕੇ ਆਏ ਆ, ਉੱਥੇ ਜਿਹੜੇ ਕਹਿੰਦੇ ਸੀ ਕਿ 20 ਜਿਹੜੀ ਫੁੱਟ ਦੀ ਗਲੀ ਕੱਟੀ ਹੈ ਲੇਕਿਨ ਗਲੀ ਸਾਡੀ ਹੁਣ 4 ਫੁੱਟ ਦੀ ਨਜ਼ਰ ਆ ਰਹੀ ਹੈ, ਬਾਕੀ ਛੱਪੜ ਹੀ ਨਜ਼ਰ ਆ ਰਿਹਾ। ਸੋ ਇਸ ਕਰਕੇ ਇਹ ਡਿਵੈਲਪਮੈਂਟ ਬਹੁਤ ਜ਼ਰੂਰੀ ਹੈ ਔਰ ਡਿਵੈਲਪਮੈਂਟ ਹੀ ਕਰਾਵਾਂਗੇ। ਅਮਿਤ ਸ਼ਰਮਾ ਜੀ ਨਾਲ ਗੱਲ ਕਰਵਾ ਦਿੱਤੀ ਹੈ ਲੇਕਿਨ ਸਾਡੇ ਹੋਰ ਸੀਨੀਅਰ ਮਹੇ ਸਾਹਿਬ ਨਹੀਂ ਅਸੀਂ ਨਹੀਂ ਕਰਦੇ ਮਹੇ ਸਾਹਿਬ ਕਿਉਂਕਿ ਸਮਟਾਈਮਸ ਯੂ ਕੈਨ ਅੰਡਰਸਟੈਂਡ ਕੈਮਰਾ ਕੌਨਸ਼ੀਅਸ ਔਰ ਜਾਂ ਬਾਕੀਆਂ ਦੇ ਦਿਲ ਵਿੱਚ ਹੁੰਦਾ ਕਿ ਯਾਰ ਤੂੰ ਮੈਂ ਹੁਣ ਕੀ ਕਹਾਂ ਜੀ, ਤੁਸੀਂ ਅੰਡਰਸਟੈਂਡ ਕਰ ਹੀ ਗਏ ਹੋ। ਔਰ ਫਿਰ ਵੀ ਅਸੀਂ ਅਟਲ ਇੱਥੇ ਆ ਤਾਂ ਇੱਥੇ ਹੀ ਰਹਾਂਗੇ। ਤੁਸੀਂ ਵਿਜੇ ਜੀ ਇੱਕ ਵਾਰੀ ਤਸਵੀਰਾਂ ਫਿਰ ਤੋਂ ਦਿਖਾ ਦਿਓ, ਅੰਦਰਲੀਆਂ ਤਸਵੀਰਾਂ ਦਿਖਾ ਦਿਓ। ਅੰਕੁਸ਼ ਕਹਿ ਰਹੇ ਨੇ ਮੇ ਦਾ ਮੋਸਟ ਡਿਜ਼ਰਵਿੰਗ ਗੈਟ ਦਾ ਚਾਂਸ। ਮੈਂ ਜਿਵੇਂ ਤੁਹਾਨੂੰ ਪਹਿਲੇ ਹੀ ਦੱਸਦਾ ਕਿ ਸਰ ਜਿਨ੍ਹਾਂ ਵਿੱਚ ਕੰਪੀਟੀਸ਼ਨ ਹੈ ਦੋਨਾਂ ਦੀ ਫੈਮਿਲੀ ਨੇ ਇੱਕ ਵਾਰ ਸੈਕਰੀਫਾਈਸ ਕਰ ਚੁੱਕੇ ਨੇ, ਇੱਕ ਵਾਰ ਬਲੀਦਾਨ ਦੇ ਚੁੱਕੇ ਨੇ ਔਰ ਅਸੀਂ ਵੀ ਇਹੀ ਕੋਸ਼ਿਸ਼ ਕਰ ਰਹੇ ਹਾਂ।
ਸੋ ਦਿਨੇਸ਼ ਜੈਨ ਜੀ ਦਾ ਇੱਕ ਕਮੈਂਟ ਆ, ਇਹ ਸਰ ਹਮੇਸ਼ਾ ਕੰਟਰਾਸਟ ਵਿੱਚ ਕਮੈਂਟ ਕਰਦੇ ਨੇ, ਇਸ ਕਰਕੇ ਮੈਨੂੰ ਇਹਨਾਂ ਦਾ ਜਿਹੜਾ ਆ ਜਵਾਬ ਦੇਣਾ ਵੀ ਬਹੁਤ ਚੰਗਾ ਲੱਗਦਾ। ਇਹ ਕਹਿੰਦੇ ਨੇ ਵਾਈਸ ਪ੍ਰਧਾਨਗੀ ਦੀ ਦੌੜ ਮੇਂ ਕੌਣ ਕੌਣ ਹੈ। ਮੈਂ ਸਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਕਿ ਜਿੱਥੇ ਤੱਕ ਮੈਨੂੰ ਪਤਾ ਲੱਗਾ ਮੈਂ ਇਸ ਚੀਜ਼ ਨੂੰ ਸਪਸ਼ਟ ਨਹੀਂ ਕਰ ਸਕਦਾ, ਕਲੀਅਰ ਨਹੀਂ ਕਰ ਸਕਦਾ। ਸਾਨੂੰ ਇਹ ਲੱਗ ਰਿਹਾ ਕਿ ਕੁਲਵੰਤ ਕੌਰ ਮੈਮ ਨੇ ਜਿਹੜੇ ਉਹ ਸ਼ਾਇਦ ਵਾਈਸ ਪ੍ਰਧਾਨ ਹੋ ਜਾਣ, ਕਿਉਂਕਿ ਉਹ ਪਹਿਲਾਂ ਇਸ ਦੌੜ ਵਿੱਚ ਸੀਗੇ ਕਿ ਮੈਂ ਪ੍ਰਧਾਨ ਬਣਨਾ ਕਿਉਂਕਿ ਮੈਂ ਸਭ ਤੋਂ ਸੀਨੀਅਰ ਆ। ਲੇਕਿਨ ਹੋ ਸਕਦਾ ਕਿ ਉਹਨਾਂ ਨੂੰ ਪੈਸੀਫਾਈ ਕਰਕੇ ਮਨਾਇਆ ਗਿਆ ਹੋਵੇ ਕਿ ਡਾਕਟਰ ਕਮਲ ਔਰ ਸਚਿਨ ਦੀ ਚੋਣ ਹੋਣੀ ਹੈ, ਤੁਸੀਂ ਸੀਨੀਅਰ ਵਾਈਸ ਪ੍ਰਧਾਨ ਬਣ ਜਾਓ। ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਸੀਨੀਅਰ ਵਾਈਸ ਪ੍ਰਧਾਨ ਉਹ ਮੈਮ ਕੁਲਵੰਤ ਕੌਰ ਹੀ ਹੋਣਗੇ, ਕਿਉਂਕਿ ਸੀਨੀਅਰ ਵੀ ਨੇ, 4 ਵਾਰ ਚੌਥੀ ਵਾਰ ਦੇ ਇਸ ਸਮੇਂ ਦੇ ਪਾਰਸ਼ਦ ਨੇ। ਮਿਸਟਰ ਸੂਰੀ, ਵੀ ਨੀਡ ਇੰਪਾਰਸ਼ੀਅਲ ਐਂਡ ਹੌਨੈਸਟ ਮੀਡੀਆ ਲਾਈਕ ਯੂ। ਥੈਂਕ ਯੂ। ਇਹ KPS ਗਿੱਲ, KPS ਸ਼ੇਰ ਗਿੱਲ, ਇਹ ਐਡਵੋਕੇਟ ਨੇ ਔਰ ਇਹ ਵੀ ਡਿਮਾਂਡ ਕਰ ਰਹੇ ਨੇ। ਸ਼ਾਮ ਲਾਲ ਜੀ ਜਿਹੜੀ ਸ਼ਲਾਘਾ ਭੇਜ ਰਹੇ, ਮੈਂ ਚਾਹੁੰਦਾ ਤੁਸੀਂ ਸ਼ਲਾਘਾ ਦੀ ਜਗ੍ਹਾ ਅੱਜ ਕੁਐਸਚਨਸ ਪੁੱਟ ਕਰੋ, ਕਿਉਂਕਿ ਸ਼ਲਾਘਾ ਤੁਸੀਂ ਹਮੇਸ਼ਾ ਹੀ ਭੇਜ ਦਿਓ, ਐਪਰੀਸੀਏਸ਼ਨ ਤੁਹਾਡੀ ਹਮੇਸ਼ਾ ਹੀ ਮਿਲਦੀ ਹੈ। ਅਗਰ ਤੁਸੀਂ ਕੁਐਸਚਨ ਪੁੱਟ ਕਰੋ ਤਾਂ ਉਹ ਜ਼ਿਆਦਾ ਚੰਗਾ ਰਹੇਗਾ, ਕਿਉਂਕਿ ਵਿਜੇ ਜੀ ਇੱਕ ਮਿੰਟ ਸਰ ਹੁਣ ਤੇ ਫੋਕਸ ਕਰਨਾ ਜੀ। ਅਸੀਂ ਇਹਨਾਂ, ਤੁਹਾਡਾ ਨਾਮ ਸ਼ਾਮ ਲਾਲ ਹੈ ਅਗਰ ਮੈਂ ਗਲਤ ਨਹੀਂ ਹਾਂ ਜੀ? ਕੀ ਨਾਮ ਕੀ ਹੈ? ਹੈਗਾ ਸ਼ਾਮ ਲਾਲ ਹੀ ਆ ਪਰ ਹਾਂ ਮੈਂ ਯਾਦ ਹੈ ਨਾ, ਮੈਂ ਸਰ ਉਹਨਾਂ ਨੂੰ ਕੋਠੀ ਰੋਡ ਤੇ ਮਿਲਿਆ ਸੀ ਜਿੱਦਣ ਸ਼ਿਵਰਾਤਰੀ ਸੀ ਤੇ ਇਹ ਸੇਵਾ ਕਰ ਰਹੇ ਸੀ। ਔਰ ਅਸਲ ਹੀਰੋ ਇਹ ਨੇ ਜੀ। ਇੱਕ ਵਾਰੀ ਪਲੀਜ਼ ਜ਼ੂਮ ਇਨ ਕਰੋ ਵਿਜੇ ਸਰ, ਇੱਕ ਵਾਰੀ ਮਾਸਕ ਲਾ ਕੇ ਥੋੜਾ ਚਿਹਰਾ ਦਿਖਾ ਦਿਓ, ਮਾਸਕ ਉੱਤੇ ਕਰ ਲੈਣਾ ਤੁਸੀਂ। ਅਸਲੀ ਹੀਰੋ ਸ਼ਹਿਰ ਦੇ ਇਹ ਨੇ ਜਿਨ੍ਹਾਂ ਨੇ ਸਾਡੇ ਸ਼ਹਿਰ ਨੂੰ ਸਾਂਭਿਆ, ਕਿਉਂਕਿ ਕਰੋਨਾ ਟਾਈਮ ਜਦੋਂ ਕੋਈ ਸਾਫ਼ ਸੁਥਰੀ ਚੀਜ਼ਾਂ ਨੂੰ ਵੀ ਹੱਥ ਨਹੀਂ ਸੀ ਲਾਉਂਦਾ ਤਾਂ ਇਹਨਾਂ ਵਰਗੇ ਸਫਾਈ ਕਰਮਚਾਰੀ ਗੰਦੀਆਂ ਚੀਜ਼ਾਂ ਨੂੰ ਵੀ ਚੱਕਦੇ ਨੇ ਔਰ ਇਹ ਅਸਲੀ ਹੀਰੋ ਨੇ ਜੀ। ਔਰ ਇਹਨਾਂ ਲਈ ਵੀ ਅਸੀਂ ਜਿਹੜਾ ਪ੍ਰਧਾਨ ਹੋਏਗਾ ਉਹਨਾਂ ਕੋਲ ਜ਼ਰੂਰ ਡਿਮਾਂਡ ਕਰਾਂਗੇ ਕੁਝ ਨਾ ਕੁਝ ਕੀਤਾ ਜਾਵੇ, ਕਿਉਂਕਿ ਦਿਨ ਰਾਤ ਇੱਕ ਕਰਦੇ ਨੇ ਤਾਂ ਕਿ ਸ਼ਹਿਰ ਦੀ ਸਫਾਈ ਬਣੀ ਰਹੇ। ਸਰ 2 ਸ਼ਬਦ ਜ਼ਰੂਰ, ਕਿਉਂਕਿ ਤੁਸੀਂ ਹੀ ਜਿਹੜੇ ਸਫਾਈ ਕਰਮਚਾਰੀ ਹੋ, ਵੱਡਾ ਮਾਣ ਉਹਨਾਂ ਦਾ, ਕਿਉਂਕਿ ਸਾਡੇ ਵਰਗੇ ਲੋਕ ਤਾਂ ਗੰਦ ਪਾਉਂਦੇ ਨੇ, ਸਫਾਈ ਤੁਸੀਂ ਕਰਦੇ ਹੋ ਜੀ। 2 ਸ਼ਬਦ। ਮੈਂ ਤਾਂ ਜੀ ਸਾਰੀ ਜ਼ਿੰਦਗੀ 'ਚ 42 ਸਾਲ ਕੰਮ ਕੀਤਾ, ਦਫ਼ਤਰ ਵੀ ਸਾਫ਼ ਕਰਦਾ, ਕੋਠੀ ਰੋਡ ਵੀ ਸਾਫ਼ ਕਰਦਾ, ਹਰ ਮੈਂ ਮਜ਼ਬੂਤ ਆ ਜੀ। 4 ਵਜੇ ਕੰਮ ਤੇ ਆ ਕੇ ਵੀ ਸਾਰੀ ਸਫਾਈ ਕਰਦਾ। ਸਵੇਰੇ 4 ਵਜੇ? ਹਾਂਜੀ ਸਵੇਰੇ 4 ਵਜੇ? ਹਾਂ 4 ਵਜੇ ਆ ਕੇ ਵੀ। ਸਵੇਰੇ 4 ਵਜੇ ਆਉਂਦੇ ਨੇ? ਐਤਵਾਰ ਵੀ ਮੈਂ ਵਿਹਲਾ ਰਹਿੰਦਾ ਤਾਂ ਵੀ ਕੰਮ ਕਰਦਾ ਆ ਕੇ ਮੈਂ। ਪਰ ਲੱਗਿਆ ਕਿ ਜਿਹੜਾ ਤੁਸੀਂ ਐਤਵਾਰ ਵੀ ਜਿਵੇਂ ਆਪਣਾ ਸਹਿਯੋਗ ਪਾਉਂਦੇ ਹੋ, ਤੁਹਾਨੂੰ ਉਨਾ ਇਹਨਾਂ ਵੱਲੋਂ ਸਹਿਯੋਗ ਮਿਲਿਆ? ਹਾਂਜੀ, ਮੈਂ ਕੁਛ ਵੀ ਨਹੀਂ ਮਿਲਿਆ ਮੈਨੂੰ। ਕੁਛ ਵੀ ਨਹੀਂ ਮਿਲਿਆ। ਇਹਦੇ ਲਈ ਲੜਨਾ ਸੀ, ਇਹ ਬਣਦੇ ਨੇ, ਉਹ ਰਿਪੋਰਟਿੰਗ ਕਰਨੀ ਇੱਕ ਵੱਖਰੀ ਚੀਜ਼ ਹੈ। ਪਰ ਜਿਵੇਂ ਇਹ ਕਹਿ ਰਹੇ ਨੇ ਸਾਨੂੰ ਕੁਝ ਨਹੀਂ ਮਿਲਿਆ, ਜਿਨ੍ਹਾਂ ਦੀ ਗਲੀਆਂ ਨਾਲੀਆਂ ਨੇ ਬਣੀਆਂ, ਮੀਡੀਆ ਨੇ ਵੀ 32 ਨਵਾਂ ਸ਼ਹਿਰ ਨੇ, ਮੈਂ ਆਪਣੀ ਗੱਲ ਕਰਦਾ ਕਿਸੇ ਹੋਰ ਦੀ ਨਹੀਂ ਕਹਿ ਸਕਦਾ, ਅਸੀਂ ਹੁਣ ਇਹਨਾਂ ਲਈ ਆਵਾਜ਼ ਬੁਲੰਦ ਕਰਨੀ ਆ। ਬਿਮਾਰ ਹੋ ਗਿਆ, 8 ਲੱਖ ਰੁਪਇਆ ਲਾਇਆ ਮੈਂ ਬਰਬਾਦ ਹੋ ਗਿਆ, ਸਭ ਕੁਝ ਵੇਚ ਚੁੱਕਾ ਮੈਂ, ਹਜੇ ਠੀਕ ਨਹੀਂ ਹੋਇਆ। ਨਾ ਹੋਇਆ ਕਿ ਬੇਟੇ ਨੂੰ ਕੀ ਹੋਇਆ ਜੀ? ਉਹਦੇ ਲੀਵਰ 'ਚ ਪਾਣੀ ਭਰ ਗਿਆ, ਨੁਕਸਾਨ ਬਹੁਤ ਹੋਇਆ ਤੇ ਮੈਂ ਸਭ ਕੁਝ ਜਗ੍ਹਾ ਸਾਰੀ ਵੇਚ ਦਿੱਤੀ। ਬਸ ਮੈਂ ਮੰਗ ਕੇ ਪੈਸੇ ਇਕੱਠੇ। ਮੈਂ ਉਹੀ ਕਹਿਣਾ ਜੀ, ਇਹੀ ਤਰਾਸ਼ਦੀ ਹੈ ਕਿ ਹੰਝੂਆਂ ਨਾਲ ਅੱਗ ਨਹੀਂ ਬੁਝਦੀ। ਤੇ ਇਹ ਦੇਖੋ ਇੱਕ ਸਟੋਰੀ ਤੁਹਾਡੇ ਸਾਹਮਣੇ ਨਜ਼ਰ ਆ ਗਈ। ਮੈਂ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦੇ ਘਰ ਵੀ ਜਾ ਕੇ ਆਵਾਂ, ਇਹਨਾਂ ਦੇ ਬੇਟੇ ਨੂੰ ਵੀ ਮਿਲਾਂ ਤੇ ਜਿੰਨੀਆਂ NGO ਸਾਡੇ ਨਾਲ ਜੁੜੀਆਂ ਉਹਨਾਂ ਨੂੰ ਵੀ ਬੇਨਤੀ ਕਰੀਏ। ਇਹੀ ਤਰਾਸ਼ਦੀ ਦੀ ਗੱਲ ਕਰਦੇ ਆ ਕਿ ਅਕਲ ਜੀ ਤੁਸੀਂ ਹੌਸਲਾ ਨਹੀਂ ਛੱਡਣਾ, ਕਿਉਂਕਿ ਮੈਨੂੰ ਪਤਾ ਤੁਹਾਡੇ ਅੰਦਰ ਜਜ਼ਬਾ ਬਹੁਤ ਕਾਇਮ ਹੈ। ਮੇਰੀ ਉਮਰ ਲੰਘੇ ਸਾਰੀ ਮੈਂ ਸੇਵਾ ਕਰਦੀ ਜੀ। ਅੱਛਾ, ਇਹ ਸਵਾਲ ਤੁਹਾਡਾ ਨਹੀਂ ਹੈ, ਇਹ ਸਵਾਲ ਜਿਹੜੇ ਸਾਬਕਾ ਪ੍ਰਧਾਨ ਨੇ ਜਾਂ ਜਿੰਨੇ ਵੀ ਇੱਥੇ ਪਾਰਸ਼ਦ ਨੇ ਉਹਨਾਂ ਦਾ ਹੈ। ਇੱਥੇ ਸਫਾਈ ਕਿਉਂ ਨਹੀਂ ਹੁੰਦੀ? ਅਸੀਂ ਅੰਦਰ ਕਦੀ ਮਿਲਣ ਆਈਏ, ਇੰਨੀ ਸਮੈਲ ਆਉਂਦੀ ਵਾਸ਼ਰੂਮ 'ਚ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਜੀ, ਕੋਈ ਦਵਾਈ ਨਹੀਂ, ਕੋਈ ਲੈਣ ਦੇਣ ਨਹੀਂ, ਤੇ ਸਫਾਈ ਕਰਦਾ, ਝਾੜੂ ਮਾਰਦਾ, ਪੋਚਾ ਲਾਉਂਦਾ, ਬਾਕੀ ਜੋ ਮਿਲਦਾ ਮੈਂ ਕਰਦਾ। ਅੱਛਾ, ਅੰਦਰ ਵਾਸ਼ਰੂਮ ਲਈ ਕੋਈ ਦਵਾਈ ਨਹੀਂ ਤੁਹਾਨੂੰ ਮਿਲਦੀ, ਕੋਈ ਮੁਹੱਈਆ ਨਹੀਂ ਕਰਵਾਉਂਦੇ? ਮਿਲਦੀ ਹੈਗੀ ਆ, ਪਰ ਉਹ ਜਿਹੜੇ ਨਾ ਲੋਕੀ ਆਉਂਦੇ ਆ ਉਹ ਟੱਟੀਆਂ ਫਿਰ ਜਾਂਦੇ, ਪਾਣੀ ਹੁੰਦਾ ਨਹੀਂ, ਉਹ ਗੰਦ ਫਿਰ ਮੈਂ ਧੋਣਾ ਆ ਕੇ ਬਾਅਦ 'ਚ। ਕਮੇਟੀ ਘਰ ਵਿੱਚ ਹੀ ਪਾਣੀ ਨਹੀਂ ਹੁੰਦਾ? ਆਉਂਦਾ ਪਾਣੀ ਜ਼ਰੂਰ ਆ, ਉਹ ਚੋਦਨ ਦੀਆਂ ਟੈਂਕੀਆਂ ਚੋ ਜਾਂਦੀਆਂ ਤੇ ਉਹ ਕਹਿੰਦੇ ਠੀਕ ਕਰਾ ਲਓ, ਉਹ ਕਹਿੰਦੇ ਕਰਾਵਾਂਗੇ। ਆਸ਼ਵਾਸਨ ਨਹੀਂ ਹੈ ਜੀ, ਕਾਰਵਾਈ ਨਹੀਂ ਹੈ। ਸੋ ਇਹ ਅਸਲੀਅਤ ਸੁਣ ਲਈ ਹੈ ਸ਼ਾਮ ਲਾਲ ਜੀ ਤੋਂ। ਸ਼ਾਮ ਲਾਲ ਜੀ, ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਜੀ ਤੁਹਾਡੇ ਘਰ ਵੀ ਪਹੁੰਚੀਏ। ਤੁਹਾਡੇ ਆਸਰੇ ਸ਼ਹਿਰ ਹੈ ਜੀ, ਕਿਉਂਕਿ ਸਫਾਈ ਕਰਮਚਾਰੀ ਅਗਰ ਨਾ ਹੋਣ ਤਾਂ ਕਰੋਨਾ ਮੇਰੇ ਖਿਆਲ ਹੋਰ ਤੇਜ਼ੀ ਨਾਲ ਫੈਲੇ। ਤਾਂ ਇਹਨਾਂ ਦਾ ਬਹੁਤ ਸ਼ੁਕਰੀਆ। 4 ਵਜੇ ਪੌਣੇ 3 ਵਜੇ ਮੈਂ ਕੰਮ ਤੇ ਲਾਜ਼ਮੀ ਹੁੰਦਾ, ਮੀਂਹ ਜਾਵੇ ਹਨੇਰੀ ਜਾਵੇ ਜਿੱਦਾਂ ਮਰਜ਼ੀ ਆਵਾਂ ਜੀ। ਹਾਂਜੀ ਠੀਕ ਹੈ, ਬਹੁਤ ਸ਼ੁਕਰੀਆ ਸ਼ਾਮ ਲਾਲ ਜੀ। ਜੀ ਸ਼ਾਮ ਲਾਲ ਜੀ, ਤੁਹਾਡਾ ਧੰਨਵਾਦ। ਮੈਂ ਬਾਰ-ਬਾਰ ਕਹਿ ਰਿਹਾ, ਮੈਂ ਇਹਨਾਂ ਨੂੰ ਬੜੀ ਦਫਾ ਦੇਖਿਆ, ਮਨ ਵਿੱਚ ਇੱਕ ਤਾਂਘ ਹੁੰਦੀ ਸੀ ਗੱਲ ਕਰੀਏ, ਔਰ ਅੱਜ ਆਮ ਜਨਤਾ ਨਾਲ ਵੀ ਕਰਵਾ ਦਿੱਤੀ ਹੈ। ਸ਼ਾਮ ਲਾਲ ਜੀ, ਤੁਹਾਡੀ ਮਿਹਰਬਾਨੀ। ਔਰ ਬਜ਼ੁਰਗ ਨੇ ਔਰ ਉਹਨਾਂ ਦੇ ਤੁਸੀਂ ਗੱਲ ਸੁਣ ਲਈ ਹੈ ਕਿ 8 ਲੱਖ ਬੱਚੇ ਤੇ ਲੱਗ ਚੁੱਕਾ, ਲੇਕਿਨ ਮੈਨੂੰ ਸਹਾਇਤਾ ਕਿਸੇ ਤੋਂ ਨਹੀਂ ਮਿਲੀ, ਸਹਿਯੋਗ ਕਿਸੇ ਤੋਂ ਨਹੀਂ ਮਿਲਿਆ, ਸਹਾਨੁਭੂਤੀ ਕਿਸੇ ਤੋਂ ਨਹੀਂ ਮਿਲੀ। ਸਿਆਣੇ ਵੀ ਹੋ ਗਏ ਕਹਿੰਦੇ ਤਾਂ ਵੀ ਕੰਮ ਕਰਦੇ ਆ। ਤਾਂ ਜਦੋਂ ਅਸੀਂ ਨਾ ਕਿਉਂਕਿ ਇਹ ਗੱਲਾਂ ਤਾਂ ਚੱਲਦੀਆਂ ਰਹਿਣੀਆਂ, ਇਹ ਐਕਚੁਅਲੀ ਜਿਹੜੇ ਨੀਡੀ ਨੇ, ਲੋੜਵੰਦ ਨੇ, ਉਹਨਾਂ ਬਾਰੇ ਗੱਲ ਕਰੀਏ।
ਜਦੋਂ ਸਮਟਾਈਮਸ ਪਹਿਲਾਂ ਅਸੀਂ ਵੀ ਗੱਡੀ 'ਚੋਂ ਲੰਘਦੇ ਸੀ ਜਾਂ ਮੋਟਰਸਾਈਕਲ ਤੇ ਜਾਂਦੇ ਸੀ ਤਾਂ ਜਿੱਥੇ ਗੰਦਗੀ ਹੁੰਦੀ ਸੀ ਅੱਖ ਬੰਦ ਕਰ ਲੈਂਦੇ ਸੀ, ਪਰ ਕਬੂਤਰ ਵਾਂਗੂ ਅੱਖ ਮੀਟ ਕੇ ਹੱਲ ਨਹੀਂ ਹੋਣਾ। ਇਹ ਅਸਲੀ ਹੀਰੋ ਨੇ, ਮੈਂ ਬਾਰ-ਬਾਰ ਕਹਿੰਦਾ ਇਹ ਅਸਲੀ ਹੀਰੋ ਨੇ ਜਿਹੜੇ ਗੰਦਗੀ ਨੂੰ ਸਾਫ਼ ਕਰਦੇ ਨੇ, ਉਹੀ ਅਸਲੀ ਹੀਰੋ ਹੁੰਦੇ ਨੇ। ਜਿਵੇਂ ਖਾਲਸਾ ਏਡ ਕੰਮ ਕਰਦਾ ਤਾਂ ਇੱਕ ਵਾਰੀ ਨਾ ਸਾਡੇ ਨਾਮ ਲਈ, ਨਾ ਚੈਨਲ ਦੇ ਨਾਮ ਲਈ, ਨਾ ਮੀਡੀਆ ਲਈ ਸ਼ਲਾਘਾ ਜ਼ਰੂਰ ਭੇਜਿਓ ਸ਼ਾਮ ਲਾਲ ਜੀ ਲਈ। ਔਰ ਮੈਨੂੰ ਬਹੁਤ ਚੰਗਾ ਲੱਗੇਗਾ ਅਗਰ ਤੁਸੀਂ ਸ਼ਾਮ ਲਾਲ ਜੀ ਨੂੰ ਰਿਸਪੈਕਟ ਦਿਓਗੇ। ਔਰ ਅੱਗੇ ਚੱਲਦਾ ਆ, ਜੀ ਕੌਣ ਪਿੱਛੇ ਚੱਲਦਾ ਆ, ਤੇ ਲਾਸਟ ਮੂਮੈਂਟ ਵਿੱਚ ਵੀ ਕਿਹਾ ਔਰ ਕੁਛ ਹਾਲੇ ਮੇਰੇ ਖਿਆਲ ਅੰਦਰ ਜਿਹੜੀ ਹੈ ਉਹ ਡਿਸੀਜਨ ਨਹੀਂ ਹੋ ਪਾ ਰਿਹਾ ਜਾਂ ਜੀ ਸਾਡੀ ਟੀਮ ਤੋਂ ਦੀਪਟੀ ਯਾਰ ਕੁਝ ਕਹਿਣਾ ਚਾਹੁੰਦੇ ਨੇ। ਦੀਪਟੀ ਯਾਰ ਜੀ ਕੋ ਅਟੈਚੀ ਵੀ ਹੈ, ਜਿਵੇਂ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਹੁੰਦੇ ਉਹਨਾਂ ਨਾਲ ਅਟੈਚੀ ਹੁੰਦਾ ਗਾਰਡਸ ਕੋਲ, ਤਾਂ ਇਹਨਾਂ ਕੋਲ ਸਾਡਾ ਅਟੈਚੀ ਹੈ। ਦੀਪ ਜੀ ਕੀ ਕਹਿਣਾ ਚਾਹੋਗੇ? ਹਾਂਜੀ, ਜਿਹੜੇ ਦਰਸ਼ਕ ਦੇਖ ਰਹੇ ਆ, ਮੈਂ ਕਹਿੰਦਾ ਵੀ ਇਹ ਤਸਵੀਰਾਂ ਲਾਈਵ ਤਸਵੀਰਾਂ ਚੱਲਦੀਆਂ ਸ਼ੇਅਰ ਕਰ ਦੇਣ ਤਾਂ ਕਿ ਹੋਰ ਵੀ ਸ਼ਹਿਰ ਵਾਸੀਆਂ ਨੂੰ ਪਤਾ ਲੱਗ ਸਕੇ ਜੋ ਅੱਜ ਇਹ ਜਿਹੜੀ ਗਤੀਵਿਧੀ ਹੋ ਰਹੀ ਆ, ਪ੍ਰਤੀਕਿਰਿਆ ਹੋ ਰਹੀ ਆ, ਤਾਂ ਸਾਰੇ ਲੋਕਾਂ ਤੱਕ ਪਹੁੰਚ ਸਕੇ। ਮੈਂ ਚਾਹੁੰਦਾ ਤੁਸੀਂ ਇੱਕ ਮਿੰਟ ਕੈਮਰੇ ਦੀ ਤਰਫ ਜਾਓ, ਮੈਂ ਵਿਜੇ ਨਾਲ ਵੀ ਗੱਲ ਕਰਨਾ ਚਾਹੁੰਦਾ ਕਿਉਂਕਿ ਵਿਜੇ ਸ਼ਹਿਰ ਦੇ ਨੇ। ਦੇਖੋ ਕਈ ਵੇਲੇ ਸਾਨੂੰ ਨਿਗਲੈਕਟ ਕੀਤਾ ਜਾਂਦਾ ਕਿ ਅਸੀਂ ਤੁਹਾਡੇ ਤੇ ਧੁੱਪੀ ਬੱਤੀ ਤੱਕ ਨਹੀਂ ਗੱਲ ਕਰਨਾ, ਅਸੀਂ ਕਿਸੇ ਹੋਰ ਆਧਾਰੇ ਨਾਲ ਜੁੜੇ ਹਾਂ। ਬਟ ਵਿਜੇ ਡੈਫੀਨੇਟਲੀ ਆਈ ਵਾਂਟ ਯੂ ਟੂ ਕਮ। ਵਿਜੇ ਮੈਂ ਚਾਹੁੰਦਾ ਜਾਂ ਕੁਐਸਚਨ ਤੁਸੀਂ ਪਿੱਛੇ ਹੀ ਪੁੱਛ ਲਓ। ਸਾਡੀ ਟੀਮ ਕੈਮਰਾ ਕੌਨਸ਼ੀਅਸ ਹੈ, ਤੁਸੀਂ ਅੰਡਰਸਟੈਂਡ ਕਰੋ ਜੀ। ਕੀ ਪੁੱਛਾਂ? ਕੋਈ ਕੁਐਸਚਨ ਤੁਹਾਨੂੰ ਜੋ ਲੱਗਦਾ, ਕਿਉਂਕਿ ਦਿਸ ਇਜ਼ ਦਾ ਇਸ਼ੂ ਕਿ ਪਬਲਿਕ ਕਈ ਵੇਲੇ ਅਗਰ ਟੀਮ ਦੇ ਮੈਂਬਰ ਸੀ ਕਈ ਵੇਲੇ ਕੌਨਸ਼ੀਅਸ ਹੋ ਜਾਂਦੇ ਨੇ ਮੈਂ ਕੀ ਪੁੱਛਾਂ, ਮੈਨੂੰ ਸਾਰਾ ਸ਼ਹਿਰ ਸੁਣ ਰਿਹਾ, ਤਾਂ ਆਮ ਪਬਲਿਕ ਕਿਵੇਂ ਆਪਣੀ ਵੌਇਸ ਰੇਜ਼ ਕਰੇਗੀ? ਆਮ ਪਬਲਿਕ ਨੂੰ ਵੀ ਇਸੇ ਚੀਜ਼ ਦਾ ਡਰ ਹੁੰਦਾ ਕਿ ਸ਼ਹਿਰਦਾਰੀ ਹੈ, ਛੋਟਾ ਸ਼ਹਿਰ ਹੈ, ਸਾਰਿਆਂ ਨੂੰ ਨਾਮ ਤੋਂ ਜਾਣਦੇ ਆ, ਚਿਹਰੇ ਤੋਂ ਜਾਣਦੇ ਆ, ਕਿਵੇਂ ਕਿਸੇ ਦੀ ਗੱਲ ਪੁੱਟਅਪ ਕਰੀਏ, ਕਿਵੇਂ ਕੋਈ ਪੁਆਇੰਟ ਪੁੱਟਅਪ ਕਰੀਏ। ਅਗਰ ਕੀਤਾ ਤਾਂ ਸ਼ਾਇਦ ਦੂਜਾ ਬੰਦਾ ਨਾਰਾਜ਼ ਨਾ ਹੋ ਜਾਵੇ। ਪਰ ਯਾਦ ਰੱਖਿਓ ਹੁਣ ਸਾਨੂੰ ਉਹ ਪ੍ਰਧਾਨ ਨਹੀਂ ਚਾਹੀਦੇ, ਸਾਨੂੰ ਉਹ ਪਾਰਸ਼ਦ ਨਹੀਂ ਚਾਹੀਦੇ ਜਿਹੜੇ ਵਿਆਹਾਂ ਸ਼ਾਦੀਆਂ ਜਾ ਕੇ ਕਹਿਣ ਆ ਸ਼ਗਨ ਪਾਤਾ, ਆ ਲੈ ਤੇਰੇ ਪਾਸਪੋਰਟ ਤੇ ਸਾਈਨ ਕਰਤਾ। ਤਰੱਕੀ ਚਾਹੀਦੀ ਹੈ ਜੀ। ਆਓ ਵੀਰੇ ਜੀ, ਤਸਵੀਰਾਂ ਇਹ ਤੁਹਾਨੂੰ ਹੀ ਉੱਪਰੋਂ ਦਿਖਾ ਦਿਓ। ਤਾਂ ਤੁਸੀਂ ਤਸਵੀਰਾਂ ਜਿਹੜੀਆਂ ਕੰਧ ਤੋਂ ਉੱਪਰ ਤੋਂ ਤਸਵੀਰਾਂ ਦੇਖ ਰਹੇ ਹੋ, ਜਿਹੜੀ ਵਾਲ ਹੈ ਵਾਲ ਤੋਂ ਤਸਵੀਰਾਂ ਦੇਖ ਰਹੇ ਹੋ, ਕਿਉਂਕਿ ਸਾਡੇ ਕੈਮਰਾਮੈਨ ਦੀ ਹਾਈਟ ਹੀ ਮੇਰੇ ਖਿਆਲ 6 ਫੁੱਟ 3 ਇੰਚ ਹੈ। ਔਰ ਤੁਸੀਂ ਇਸ ਹਾਈਟ ਦਾ ਪੂਰਾ ਯੂਟਿਲਾਈਜ਼ ਕਰ ਰਹੇ ਹੋ ਜੀ। ਸ਼ਾਮ ਲਾਲ ਸਰ ਜੀ ਕਰਕੇ ਸ਼ਹਿਰ ਸਾਫ਼ ਰਹਿੰਦਾ, ਪਰ ਇਹਨਾਂ ਦਾ ਸਨਮਾਨ ਸ਼ਾਮ ਲਾਲ ਜੀ ਤੁਹਾਡੇ ਲਈ ਕਮੈਂਟ ਆ ਰਿਹਾ, ਕਹਿੰਦੇ ਸ਼ਾਮ ਲਾਲ ਜੀ ਕਰਕੇ ਸ਼ਹਿਰ ਪੂਰਾ ਸਾਫ਼ ਸੁਥਰਾ, ਤੁਹਾਡਾ ਸਨਮਾਨ ਹੋਣਾ ਚਾਹੀਦਾ ਤੇ ਪੀਪੀ ਬੱਤੀ ਨਵਾਂ ਸ਼ਹਿਰ ਦੀ ਟੀਮ ਜ਼ਰੂਰ ਤੁਹਾਡਾ ਸਨਮਾਨ ਕਰੇਗੀ। ਹਾਲ ਦੀ ਘੜੀ ਸਾਡੇ ਕੋਲ ਚੀਜ਼ਾਂ ਅਵੇਲੇਬਲ ਨਹੀਂ ਹੈ, ਪਰ ਪਹਿਲ ਦੇ ਆਧਾਰ ਤੇ ਇੱਥੋਂ ਫਰੀ ਹੋ ਕੇ ਸਰ ਦਾ ਜਿਹੜਾ ਸਨਮਾਨ ਜ਼ਰੂਰ ਕੀਤਾ ਜਾਏਗਾ ਸਾਡੀ ਟੀਮ ਵੱਲੋਂ। ਔਰ ਕੋਸ਼ਿਸ਼ ਕਰਾਂਗੇ ਅਗਰ ਕੋਈ ਹੋਰ ਮੀਡੀਆ ਵਾਲਾ ਜੁੜਿਆ ਤਾਂ ਜੀ। ਤਾਂ दिए तले हनेरा म्यूनसिपल दफ्तर इसका सबसे बड़ा उदाहरण। दिनेश जैन जी, मैंने बहुत चंगे लगते इन्हों के कॉमेंट्स, क्योंकि जो तुहानू कंट्रास्ट में कोई काउंटर करके सवाल पूछता बड़ा चंगा लगता। बलविंदर जंगड़ा राहों के प्रधान वार भी जी, साडी टीम उत्थे भी पहुंची हुई है जी, बहुत जल्दी उत्थों भी लाइव करांगे। और हाँ, राजेश शिब्बा कह रहे हैं टुडे मिस यू राकेश विक्की। हालांकि वो कांग्रेस नाल जुड़े हुए सी, पर इंसान बहुत अच्छे सी राकेश विक्की जी। हरेक नूं एंटरटेन करते सी, हरेक नूं रिसीव करते सी। ਜਦੋਂ ਕਿਉਂਕਿ ਜਿਹੜੀ ਪ੍ਰੈਸ ਹੁੰਦੀ ਆ ਉਹਦੇ ਵਿੱਚ ਸਾਨੂੰ ਜਾਣਾ ਪੈਂਦਾ, ਪ੍ਰੈਸ ਨੋਟ ਜਦੋਂ ਆਉਂਦੇ ਨੇ ਜਾਂ ਪ੍ਰੈਸ ਕਾਨਫਰੰਸਿਸ ਹੁੰਦੀਆਂ ਨੇ ਤਾਂ ਹਰੇਕ ਮੀਡੀਆ ਨੂੰ ਜਾਣਾ ਪੈਂਦਾ, ਤਾਂ ਹਮੇਸ਼ਾ ਹੀ ਉਹ ਰਿਸੀਵ ਵੀ ਕਰਦੇ ਸੀ ਔਰ ਬਾਹਰ ਤੱਕ ਛੱਡਣ ਵੀ ਆਉਂਦੇ ਸੀ। ਔਰ ਜਿਹੜੇ ਵਿਚਾਰ ਵਟਾਂਦਰੇ ਕਰਦੇ ਸੀ ਕੱਲੀ ਪੋਲੀਟਿਕਸ ਦੇ ਰਿਲੇਟਡ ਜਾਂ ਮੀਡੀਆ ਦੇ ਰਿਲੇਟਡ ਨਹੀਂ, ਉਹ ਪਰਿਵਾਰਕ ਜਿਹੜੀਆਂ ਗੱਲਾਂ ਵੀ ਕਰਦੇ ਸੀ, ਆਪਣੇ ਸਮਾਜ ਦੀਆਂ ਵੀ ਗੱਲਾਂ ਕਰਦੇ ਸੀ। ਤਾਂ ਇਹ ਚੀਜ਼ ਅਗਲਾ ਜਗਦੀਸ਼ ਸਿੰਘ ਰੰਧਾਵਾ ਤਾਜਵਾਲ ਪੀ ਬੱਤੀ ਵਾਲਿਓ, ਮੇਰੀ ਇੱਛਾ ਸੀ ਮੈਂ ਤੁਹਾਡੇ ਤੋਂ ਪ੍ਰਸ਼ਨ ਕਰਦਾ ਕੈਮਰੇ ਸਾਹਮਣੇ ਪਰ ਦੂਰ ਹਾਂ। ਸਰ ਤੁਸੀਂ ਹੁਣ ਕਮੈਂਟ ਕਰ ਦਿਓ, ਜਗਦੀਸ਼ ਸਿੰਘ ਰੰਧਾਵਾ ਤਾਜੋਵਾਲ ਤੋਂ ਜਿਹੜੇ ਨੇ ਤੁਸੀਂ ਹੁਣ ਕਮੈਂਟ ਕਰ ਦਿਓ ਸਰ, ਅਸੀਂ ਸਵਾਲ ਲੈ ਲੈਂਦੇ ਹਾਂ। ਚਾਹਤ ਚੌਧਰੀ ਕਹਿੰਦੇ ਨੇ ਸਰ ਕਿਹਦੇ ਚਾਂਸ ਲੱਗਦੇ ਨੇ ਸਰ? ਆਈ ਥਿੰਕ ਸੋ, ਜਿਵੇਂ ਅਮਿਤ ਜੀ ਨੇ ਕਿਹਾ ਜਾਂ ਜਿਵੇਂ ਅਸੀਂ ਵੀ ਇਸ ਚੀਜ਼ ਨੂੰ ਦੇਖਿਆ ਕਿ ਸਚਿਨ ਜੀ ਦੇ ਚਾਂਸਸ ਹਾਲ ਦੀ ਘੜੀ ਬਹੁਤ ਜ਼ਿਆਦਾ ਲੱਗ ਰਹੇ ਨੇ, ਕਿਉਂਕਿ 60-40 ਦੀ ਰੇਸ਼ੋ ਸੀ, ਹੁਣ ਇਹ ਲੱਗ ਰਿਹਾ ਕਿ 90-10 ਦੀ ਰੇਸ਼ੋ ਰਹਿ ਗਈ ਹੈ। ਵਿੱਕੀ ਗਰੋਵਰ ਸ਼ਾਮ ਲਾਲ ਜੀ ਕੀ ਜੈ ਹੋ ਕਹਿ ਰਹੇ ਨੇ, ਜਿਹੜੇ ਸ਼ਾਮ ਲਾਲ ਜੀ ਸਫਾਈ ਕਰਮਚਾਰੀ ਨੇ, ਸਰਪੰਚ ਸਾਹਿਬ ਇਹ ਸਾਡੇ ਨਾਲ ਦਿੱਲੀ ਵੀ ਜਾਂਦੇ ਰਹੇ ਨੇ, ਤਾਂ ਚੰਗਾ ਲੱਗਿਆ ਇੱਥੇ ਦੇਖ ਕੇ। ਬਿਲਕੁਲ ਰਾਈਟ ਸੂਰੀ ਬ్రో, ਸਾਈਨ ਕਰਕੇ ਜਾਂ ਲਾਈਟ ਲਗਵਾਉਣੀ ਕੋਈ ਬੜੀ ਗੱਲ ਨਹੀਂ, ਫਸਟ ਪ੍ਰਾਇੋਰਟੀ ਡਿਵੈਲਪਮੈਂਟ। ਇਹ ਵਿਜੇਤਾ ਜੀ ਗੱਲ ਕਰ ਰਹੇ ਨੇ। ਸਚਿਨ ਦੀਵਾਨ ਜੀ ਨੂੰ ਗੋਡ ਬਲੈਸ ਆ ਰਿਹਾ। ਸੋ ਦਿਸ ਇਜ਼
ਸਰਪ੍ਰਾਈਜ਼ਿੰਗ ਨਹੀਂ ਹੈ, ਬਟ ਇਹ ਚੀਜ਼ ਪਹਿਲਾਂ ਤੋਂ ਹੀ ਹੋ ਰਹੀ ਹੈ ਕਿ ਸਚਿਨ ਦੀਵਾਨ ਦੀ ਬਹੁਤ ਫੈਨ ਫੋਲੋਇੰਗ ਹੈ ਔਰ ਡਾਕਟਰ ਕਮਲ ਜੀ ਵੀ ਪੈਰਲਲੀ ਉਹਨਾਂ ਦੀ ਜਿਹੜੀ ਫੈਨ ਫੋਲੋਇੰਗ ਤਾਂ ਹੈ, ਲੋਕ ਉਹਨਾਂ ਨੂੰ ਪਿਆਰ ਤਾਂ ਕਰਦੇ ਨੇ, ਪਰ ਸਚਿਨ ਦੀਵਾਨ ਨੂੰ ਯੂਥ ਬੜਾ ਐਪਰੀਸ਼ੀਏਟ ਕਰਦਾ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਕਿਸੇ ਵੀ ਮਾਮਲੇ ਵਿੱਚ ਪਹੁੰਚਣ ਵਿੱਚ ਇਹ ਬੱਲੂ ਪ੍ਰਧਾਨ ਦੇ ਕੰਪੀਟੀਟਰ ਹੋ ਸਕਦੇ ਨੇ, ਕਿਉਂਕਿ 2 ਮਿੰਟ 'ਚ ਇਹ ਵੀ ਪਹੁੰਚ ਜਾਂਦੇ ਨੇ। ਇਹਨਾਂ ਦੀ ਸਰਵਿਸ ਵੀ ਬੜੀ ਤੇਜ਼ ਹੈ। ਬੈਂਟੀ ਸੰਘਾ ਵੀ ਸ਼ਲਾਘਾ ਭੇਜ ਰਹੇ ਨੇ। ਧੀਰਜ ਕੁਮਾਰ ਜੀ ਕਹਿ ਰਹੇ ਨੇ ਸਾਡਾ ਨਾਮ ਵੀ ਲੈ ਦਿਓ ਸਰ, ਤੁਹਾਨੂੰ ਮਿਹਨਤ ਕਰਨ ਦੀ ਲੋੜ ਨਹੀਂ, ਤੁਸੀਂ ਸਤਿਕਾਰਯੋਗ ਹੋ, ਤੁਹਾਡਾ ਨਾਮ ਸਭ ਤੋਂ ਪਹਿਲਾਂ ਧੀਰਜ ਕੁਮਾਰ ਜੀ। ਔਰ ਉਮੀਦ ਕਰਦਾ ਸਾਡੀ ਟੀਮ ਵੀ ਹਮੇਸ਼ਾ ਹੀ ਕਹਿੰਦੀ ਹੈ, ਸਾਨੂੰ ਹੋਰ ਵੀ ਕਹਿੰਦੇ ਤੁਸੀਂ ਵੀ ਧੀਰਜ ਰੱਖਿਆ ਕਰੋ, ਜ਼ਿਆਦਾ ਤੀਬਰ ਨਾ ਹੋਇਆ ਕਰੋ, ਤਾਂ ਅਸੀਂ ਵੀ ਧੀਰਜ ਰੱਖਦੇ ਹਾਂ। ਕੇਵਲ ਮਹੇ ਵੀ ਜਿਹੜੀ ਆ ਉਹ ਸ਼ਲਾਘਾ ਭੇਜਦੇ ਨੇ। ਹਰਸ਼ ਪੰਡਿਤ ਵੀ ਸਚਿਨ ਦੀਵਾਨ ਜੀ ਦਾ ਨਾਮ ਲੈ ਰਹੇ ਨੇ। ਸੋ ਬਾਰ-ਬਾਰ ਬੈਂਟੀ ਸੰਘਾ ਫਿਰ ਤੋਂ ਕਹਿ ਰਹੇ ਨੇ ਕਿ ਵਿੱਕੀ ਨੂੰ ਬਹੁਤ ਮਿਸ ਕਰਦੇ। ਤਾਂ ਇਹ ਮੈਂ ਜਿਵੇਂ ਕਿਹਾ ਕਿ ਪ੍ਰਾਪਤੀ ਹੁੰਦੀ ਹੈ ਕਿਸੇ ਇਨਸਾਨ ਦੀ ਕਿ ਉਸਦੇ ਚਲੇ ਜਾਣ ਤੋਂ ਬਾਅਦ ਵੀ ਅਗਰ ਉਹਨੂੰ ਯਾਦ ਕੀਤਾ ਜਾਵੇ ਤਾਂ ਉਹਦੇ ਵਿੱਚ ਗੁਣ ਤਾਂ ਜ਼ਰੂਰ ਹੋਣਗੇ। ਸੋ ਸਚਿਨ ਦੀਵਾਨ ਜ਼ਿੰਦਾਬਾਦ ਦੇ ਫਿਰ ਤੋਂ ਕਮੈਂਟਸ ਆਣੇ ਸ਼ੁਰੂ ਹੋ ਗਏ ਨੇ। ਸਚਿਨ 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 ਸਲੂਟ। ਸਚਿਨ ਜੀ ਔਰ ਸ਼ਾਮ ਲਾਲ ਜੀ ਦੀ ਗੱਲ ਹੋ ਰਹੀ ਹੈ, ਦੋਨੇ ਐਸ ਦੀ ਗੱਲ ਹੋ ਰਹੀ ਹੈ। ਸਰ ਸਤਿ ਸ਼੍ਰੀ ਅਕਾਲ ਜੀ। सचिन दीवान और डॉक्टर कमल जी ले कमेंट आया। सीमा शर्मा पाठक कह रहे हैं हु इज़ गोइंग टू विन। देखो जो एक्सपैक्टेशनस ने हुण जो क्यास लगाए जा रहे हैं सीमा जी, ये तो इत्थों तो यही लगता कि सचिन जी ही शायद विनर होकर बाहर निकलेंगे। और जपजीत सिंह कह रहे हैं डॉक्टर कमल इज़ गुड। आस्ट्रेलिया तो गल कर रहे, ऑस्ट्रिया सॉरी, अनुराधा डॉक्टर कमल जी का नाम ले रहे हैं। तो मैं जिवें तुहानूं पहला भी दस्सिया कि बिल्कुल नेड़े तेड़े ही काम है। डॉक्टर कमल जी दे भी बहुत प्रशंसक ने शहर विच और लोग बहुत प्यार करते हैं डॉक्टर कमल जी नूं भी, क्योंकि कमल जी बहुत सुहिरद ने, उन्हां दी सोच बड़ी सुजज्जी है और सार्थक सोच है उन्हां दी। तो डॉक्टर कमल जी नूं भी उन्ना ही प्यार किया जाता है जिन्ना बाकियां नूं किया जाता है। मैं वेट कर रहा जी जिन्हों ने कहा सी मैं सामने हुंदा तुहानूं जरूर सवाल पुछदा। और जगदीश सिंह रंधावा ताजवाल, ये नवीं आईडी बनी लगदी मैनूं, क्योंकि इदां भी कई वेले हो जाता कि अगर तुसीं ग्रो करदे होवो ਤਾਂ ਨਵੀਂ ਆਈਡੀਜ਼ ਜ਼ਰੂਰ ਬਣਦੀਆਂ ਨੇ। ਵਿੱਚ ਜੇ ਇੱਕ ਵਾਰੀ ਵਿੱਚ ਕਮੈਂਟ ਆ ਰਿਹਾ ਗੇਟ ਦੇ ਵੱਲੋਂ ਤਸਵੀਰਾਂ ਜ਼ਰੂਰ ਦਿਖਾ ਦਿਓ। ਔਰ ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦਵਾਂ, ਜਿਹੜੇ ਵਿੱਚ ਸਵਾਲ ਆਇਆ, ਇੱਕ ਚੀਜ਼ ਮੈਂ ਹੋਰ ਤੁਹਾਨੂੰ ਜ਼ਰੂਰ ਸਪਸ਼ਟ ਕਰਾਂਗਾ। ਆਓ ਵੀ ਜੇ ਆਪਾਂ ਆਡੀਅנס ਨਾਲ ਗੱਲ ਕਰਦੇ ਹਾਂ ਕਿ सचिन दीवान जी बन गए ने प्रधान जी। ये अनाउंसमेंट हो गई है DPRO साहब वालों। सचिन दीवान जेड़े ने नवे शहर के प्रधान बन चुके ने। सचिन दीवान जी नवा शहर के नवे प्रधान ने, पर उन्होंने तो सवाल भी असीं जरूर लैने हैं कि 19 ਦੇ 19 वार्ड्स नूं नाल लैके चलणगे कि नहीं। सचिन दीवान जेड़े ने वो नवा शहर के नवे प्रधान बन चुके ने। तो यूथ की ये आवाज़ सी, यूथ ये चाहुंदा सी, तो यूथ की जिहड़ी गल है उहदे ते फुल चाढ़िया गया। सचिन मैं जिवें तुहानूं पहले कहा सी 1 महीना पहला ही असीं जिहड़ी लाइव सैशन चलाया सी, उहदे च 60-40 की गल कीती सी, सवेरे 90-10 दे रेशो हो गई सी, लेकिन हुण 100% श्योर हो गया कि सचिन दीवान प्रधान ने। ये चीज़ स्पष्ट हो गई है। तो सचिन दीवान दे लई हुण तुसीं जिहड़ियां टिप्पणियां कर सकदे। कोशिश करांगे कि सब तो पहली इंटरव्यू सचिन दीवान दी DPRO हरदेव सिंह जी दी। सचिन दीवान इलैक्टेड प्रेजिडेंट ऑफ नगर कौंसिल नवा शहर। पिरथी चंद बने ने सीनियर वाइस प्रधान। तो पिरथी चंद बने ने सीनियर वाइस प्रधान और सचिन जी बने ने प्रधान। तो ये जिहड़ा एक कियास सीगा कि कुलवंत कौर जी शायद होणगे वाइस प्रेजिडेंट, तो वह कियास गलत साबित होया। पिरथी चंद बने ने वाइस प्रेजिडेंट और सचिन दीवान बने ने प्रेजिडेंट। तो मैडम कुलवंत कौर बारे जिहड़ा बयान सी कियास सी उस सही साबित नहीं होया, लेकिन सचिन दीवान बारे जिहड़ी रुझान सी टेंडेंसी सी वो सही साबित हुई है। सचिन दीवान बन गए ने नवे शहर के नवे प्रधान। और पिछे उन्होंने समर्थक तो जूम इन करके दिखा दो, जूम इन करके दिखा दो पिछे जिहड़े तैयार ने समर्थक उन्होंने फुल्लां दे हार लैके, क्योंकि समर्थकों को खुशी होंदी है ज़्यादा। बट फिर भी असी कोशिश करांगे कि 5 ਦੇ 5 ही साल इन्हां तो सवाल लैंदे रहिए, तुहाडे मुश्किलों के हल करवाते रहिए। सचिन दीवान बने ने प्रेजिडेंट और सीनियर वाइस प्रेजिडेंट पिरथी चंद बने ने। दीप जी लियाओ हुण कॉमेंट्स जिहड़े जरूर वो लेने ने। और समर्थक पहुँचने शुरू हो गए ने।
ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਤੇ ਪੂਰਾ ਸ਼ਹਿਰ ਦੇਖਦਾ ਹੈ। ਔਰ ਅਨਾਉਂਸਮੈਂਟ ਤੋਂ ਬਾਅਦ ਜਿਵੇਂ ਹੀ ਤੁਸੀਂ ਦੇਖ ਰਹੇ ਹੋ ਸਚਿਨ ਦੀਵਾਨ ਦੇ ਜਿਹੜੇ ਸਪੋਰਟਰਸ ਨੇ ਉਹ ਪਹੁੰਚਣਾ ਸ਼ੁਰੂ ਹੋ ਗਏ ਨੇ। ਐਮਐਲਏ ਅੰਗਦ ਸਿੰਘ ਨੂੰ ਵੀ ਕੰਗ੍ਰੈਚੁਲੇਸ਼ਨ ਭੇਜ ਰਹੇ ਨੇ ਕਿ ਉਹਨਾਂ ਦਾ ਡਿਸੀਜਨ ਸ਼ਾਇਦ ਉਹਨਾਂ ਨੂੰ ਸਹੀ ਲੱਗਿਆ। ਕੰਗ੍ਰੈਚੁਲੇਸ਼ਨ ਸਚਿਨ ਦੀਵਾਨ ਲਈ ਆ ਰਹੀ ਹੈ, ਲੇਕਿਨ ਅਮੀਰ ਚੰਦ ਨੇ ਉਹ ਡਾਕਟਰ ਕਮਲ ਦਾ ਫਿਰ ਤੋਂ ਨਾਮ ਲਿਖ ਰਹੇ ਨੇ। ਤਾਂ ਜਿਹੜੇ ਡਾਕਟਰ ਕਮਲ ਦੇ ਸਮਰਥਕ ਨੇ ਉਹ ਹਾਲੇ ਵੀ ਉਹਨਾਂ ਦਾ ਨਾਮ ਲਿਖ ਰਹੇ ਨੇ, ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਇਮੋਸ਼ਨਸ ਜੁੜੇ ਹੁੰਦੇ ਨੇ, ਬੰਦੇ ਨੂੰ ਲੱਗਦਾ ਹੁੰਦਾ ਕਿ ਯਾਰ ਇਹ ਬੰਦਾ ਬਿਹਤਰ ਕੰਮ ਕਰ ਸਕਦਾ। ਬਟ ਸਚਿਨ ਦੀਵਾਨ ਪ੍ਰਧਾਨ ਬਣ ਗਏ ਨੇ। ਸਚਿਨ ਦੀਵਾਨ ਲਈ ਕਮੈਂਟਸ ਆਉਣਾ ਸ਼ੁਰੂ ਹੋ ਗਏ ਨੇ, ਪ੍ਰਧਾਨ ਜੀ ਪ੍ਰਧਾਨ ਜੀ ਪ੍ਰਧਾਨ ਜੀ ਕਰਕੇ ਜਿਹੜੇ ਕਮੈਂਟ ਸ਼ੁਰੂ ਹੋ ਗਏ ਨੇ। ਸੋ ਸਚਿਨ ਦੀਵਾਨ ਬਣ ਚੁੱਕੇ ਨੇ ਨਵੇਂ ਸ਼ਹਿਰ ਦੇ ਨਵੇਂ ਪ੍ਰਧਾਨ। ਸਚਿਨ ਦੀਵਾਨ ਬਣ ਚੁੱਕੇ ਨੇ ਨਵੇਂ ਪ੍ਰਧਾਨ। ਤਾਂ ਉਹਨਾਂ ਦਾ ਦੀਵਾਨ ਜਿਹੜਾ ਕਿਹਾ ਜਾਂਦਾ ਸੀਗਾ ਕਿ ਅੰਗਦ ਸਿੰਘ ਦੇ ਦਿਲ ਦੇ ਅੰਦਰ ਲੱਗ ਗਿਆ ਹੈ, ਤਾਂ ਉਹ ਦੀਵਾਨ ਨੂੰ ਸਜਾ ਦਿੱਤਾ ਅੰਗਦ ਸਿੰਘ ਉਹਨਾਂ ਨੇ। ਔਰ ਮੌਸਮ ਵੀ ਦੇਖੋ ਸੁਹਾਵਣਾ ਹੋ ਗਿਆ। ਦਿਖਾਓ ਕਿ ਜਿਹੜੇ ਦਰਖਤ ਦੇ ਪੱਤੇ ਨੇ ਉਹ ਵੀ ਜਿਵੇਂ ਸ਼ਲਾਘਾ ਕਰਦੇ ਹੋਣ। ਹਾਲਾਂਕਿ ਵੀ ਆਰ ਨਾਟ ਸੇਇੰਗ ਕਿ ਕਾਂਗਰਸ ਹੀ ਸਹੀ ਹੈ, ਸਪਸ਼ਟ ਹੈ, ਲੇਕਿਨ ਸਚਿਨ ਦੀਵਾਨ ਯੂਥ 'ਚ ਨੇ, ਕਿਉਂਕਿ ਚੁਆਇਸ 11 ਜਿਹੜੇ ਪਾਰਸ਼ਦ ਨੇ ਉਹਨਾਂ ਵਿੱਚੋਂ ਹੀ ਹੋਣੀ ਸੀ। ਤਾਂ ਕਿਤੇ ਨਾ ਕਿਤੇ ਜਿਹੜਾ ਯੂਥ, ਜਿਹੜੀ ਆਮ ਪਬਲਿਕ ਸਚਿਨ ਦੀਵਾਨ ਦੇ ਲਈ ਹੀ ਆਵਾਜ਼ ਬਾਰ-ਬਾਰ ਬੁਲੰਦ ਕਰ ਰਹੀ ਸੀ। ਸਚਿਨ ਦੀਵਾਨ ਇਸ ਡਿਜ਼ਰਵਿੰਗ, ਮੁਕੇਸ਼ ਕਹਿ ਰਹੇ ਨੇ, ਰਮਨਦੀਪ ਰਤਨ ਕਹਿ ਰਹੇ ਨੇ, ਮੇਰੇ ਖਿਆਲ ਚੇਤਰਾਮ ਰਤਨ ਜੀ ਦੀ ਫੈਮਿਲੀ ਵਿੱਚੋਂ ਨੇ ਸਚਿਨ ਭਾਜੀ, ਅਰੁਣ ਮਨਜੀਤ ਬਾਲੀ, ਚਾਚਾ ਜੀ ਪਿਰਥੀ। ਸੋ ਮੈਂ ਤੁਹਾਨੂੰ ਇੱਕ ਚੀਜ਼ ਪਹਿਲਾਂ ਹੀ ਕਲੀਅਰ ਕਰਨਾ ਵਿਜੇ ਜੀ, ਥੋੜਾ ਜ਼ੂਮ ਇਨ ਕਰ ਲਓ ਇੱਧਰ, ਕਿ ਇਹ ਸਾਡੇ ਸੂਤਰਾਂ ਤੋਂ ਹੀ ਪਤਾ ਲੱਗਿਆ ਸੀ ਕਿ ਜਿਹੜੇ ਚੇਤਰਾਮ ਰਤਨ ਨੇ ਉਹਨਾਂ ਨੇ ਇਸ ਚੀਜ਼ ਨੂੰ ਬਹੁਤ ਬੁਲੰਦੀ ਨਾਲ ਕਿਹਾ ਸੀਗਾ ਕਿ ਆਈ ਵਾਂਟ ਸਚਿਨ ਦੀਵਾਨ, ਮੈਨੂੰ ਸਚਿਨ ਦੀਵਾਨ ਹੀ ਪ੍ਰੈਜ਼ੀਡੈਂਟ ਚਾਹੀਦੇ ਨੇ। ਤਾਂ ਉਹਨਾਂ ਦੀ ਫੈਮਿਲੀ ਤੋਂ ਵੀ ਜਿਹੜਾ ਇਹ ਬਾਰ-ਬਾਰ ਸ਼ਲਾਘਾ ਆ ਰਹੀ ਹੈ। ਸਚਿਨ ਦੀਵਾਨ ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੂਗਾ। ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਜ਼ਿੰਦਾਬਾਦ ਰਹਿਣਗੇ ਕਿ ਨਹੀਂ ਰਹਿਣਗੇ, ਕਿਉਂਕਿ ਕੰਮ ਹੱਲੇ ਕਰਾਉਣੇ ਬਹੁਤ ਬਾਕੀ ਨੇ। ਇਹ ਬਿਗਨਿੰਗ ਹੈ, ਮੈਂ ਪਹਿਲਾਂ ਹੀ ਕਹਿ ਚੁੱਕਾ ਕਿ 19 ਦੇ 19 ਵਾਰਡਸ ਨਾਲ ਲੈ ਕੇ ਚੱਲਣੇ ਪੈਣੇ ਨੇ। ਇੱਕ ਵਿਜ਼ਨ ਹੋਣਾ ਚਾਹੀਦਾ। ਕਾਂਗਰਸ ਪਾਰਟੀ ਦੇ ਵਫਾਦਾਰ ਹੋਣਗੇ, ਲੇਕਿਨ 19 ਦੇ 19 ਵਾਰਡਸ ਨੂੰ ਲੈ ਕੇ ਅੱਗੇ ਜਾਂਦੇ ਨੇ ਕਿ ਨਹੀਂ ਜਾਂਦੇ ਨੇ। ਕਿ 5 ਸਾਲ ਬਾਅਦ ਫਿਰ ਤੋਂ ਹੀ ਕਿਹਾ ਜਾਂਦਾ ਇੰਟਰਲੌਕ ਲਵਾ ਦਾਂਗੇ, ਲਾਈਟਾਂ ਲਵਾ ਦਾਂਗੇ, ਨਹੀਂ। ਸਾਨੂੰ ਨਹੀਂ ਪਤਾ ਪਹਿਲਾਂ ਕੀ ਹੋਇਆ, ਲੇਕਿਨ ਨੈਕਸਟ 5 years ਵੀ ਵਾਂਟ ਲਾਇਬ੍ਰੇਰੀਜ਼, ਸਾਨੂੰ ਕਮਿਊਨਿਟੀ ਹਾਲ ਚਾਹੀਦੇ ਨੇ, ਸਾਨੂੰ ਡਿਸਪੈਂਸਰੀਆਂ ਚਾਹੀਦੀਆਂ ਨੇ, ਸਾਨੂੰ ਜਿਮਸ ਚਾਹੀਦੇ ਨੇ। ਤਾਂ ਇਹ ਚੀਜ਼ਾਂ ਦੀ ਲੋੜ ਹੈ। ਪ੍ਰਧਾਨ ਨੂੰ ਚਾਹੀਦਾ ਉਹ ਆਪਣੇ ਕੰਮ ਦਾ ਧਿਆਨ ਦੇਣ, ਲੋਕਾਂ ਦੇ ਕਬਜ਼ੇ ਨਾ ਕਰਵਾਉਣ। ਪ੍ਰਧਾਨ ਜੀ ਮੁਬਾਰਕਾਂ। ਕੁਲਦੀਪ ਕੁਮਾਰ ਜੀ ਨੇ ਬੜਾ ਵੱਡਾ ਪ੍ਰਸ਼ਨ ਭੇਜਿਆ ਹੈ ਕਿ ਪ੍ਰਧਾਨ ਜੀ ਲੋਕਾਂ ਦੀ ਜ਼ਮੀਨਾਂ ਤੇ ਕਬਜ਼ੇ ਨਾ ਕਰਵਾਉਣ। ਇਹ ਕਿਹਨੇ ਕਰਵਾਏ ਨੇ, ਕਿਉਂ ਕਰਵਾਏ ਨੇ, ਇਹ ਬਾਅਦ 'ਚ ਅਸੀਂ ਜਿਹੜੀ ਗੱਲਬਾਤ ਕਰ ਲਾਂਗੇ। ਮੁਬਾਰਕਾਂ ਅੰਗਦ ਭਾਜੀ ਨੇ। ਸੋ ਦਿਸ ਇਜ਼ ਵੈਰੀ ਸਰਪ੍ਰਾਈਜ਼ਿੰਗ। ਸਚਿਨ ਦੀਵਾਨ ਜੀ ਦੇ ਨਾਲ ਦੀ ਨਾਲ ਅੰਗਦ ਸਿੰਘ ਨੂੰ ਵੀ ਸ਼ਲਾਘਾ ਭੇਜੀ ਜਾ ਰਹੀ ਹੈ, ਕਿਉਂਕਿ ਮੈਂ ਪਹਿਲਾਂ ਦੱਸਿਆ ਸੀ ਕਿ ਵਿਧਾਨ ਸਭਾ ਦੀ ਵੋਟਾਂ ਅੱਜ ਦੀ ਪ੍ਰਧਾਨਗੀ ਦੇ ਡਿਸੀਜਨ ਤੇ ਬਹੁਤ ਡਿਪੈਂਡ ਕਰਦੀਆਂ ਨੇ। ਕਿਉਂਕਿ ਹੁਣ ਕਾਂਗਰਸ ਸਰਕਾਰ ਲਈ ਨਵੀਂ ਚੁਣੌਤੀ ਅਗਲੀਆਂ ਆਉਣ ਵਾਲੀਆਂ ਵੋਟਾਂ ਨੇ, 2022 ਦੀਆਂ ਵੋਟਾਂ ਨੇ। ਤਾਂ ਇਸ ਡਿਸੀਜਨ ਨੂੰ ਬਹੁਤ ਕ੍ਰੂਸ਼ਲ ਮੰਨਿਆ ਜਾਂਦਾ ਸੀ। ਸੋਨੀ ਕੰਦੋਲਾ ਜੀ ਸਾਡੇ ਲਈ ਸ਼ਲਾਘਾ ਭੇਜ ਰਹੇ ਨੇ। ਸੁਮਿਤ ਗੌਤਮ, ਅਮਿਤ ਸਚਿਨ ਦੀਵਾਨ ਨੂੰ ਪ੍ਰੈਜ਼ੀਡੈਂਟ ਕਹਿ ਕੇ ਐਡਰੈਸ ਕਰ ਰਹੇ ਨੇ ਔਰ ਸ਼ਲਾਘਾ ਭੇਜ ਰਹੇ ਨੇ। ਬੀਰਾ ਸੰਗਤਪੁਰੀਆ ਡਾਕਟਰ ਕਮਲ ਨੂੰ ਫਿਰ ਤੋਂ ਉਹਨਾਂ ਦਾ ਨਾਮ ਦਾ ਜ਼ਿਕਰ ਕਰ ਰਹੇ ਨੇ। ਮੈਂ ਪਹਿਲਾਂ ਹੀ ਦੱਸ ਚੁੱਕਾ ਡਾਕਟਰ ਕਮਲ ਨੂੰ ਲੋਕ ਬਹੁਤ ਪਿਆਰ ਕਰਦੇ ਨੇ। ਫਿਰ ਤੋਂ ਅੰਗਦ ਲਈ ਸ਼ਲਾਘਾ, ਅੰਗਦ ਜੀ ਲਈ। ਜਗਦੀਸ਼ ਸਿੰਘ ਰੰਧਾਵਾ ਤਾਜਵਾਲ, ਮੈਂ ਕਹਿਣਾ ਚਾਹੁੰਦਾ ਕਿ ਗੁਰਬਖਸ਼ ਸਿੰਘ ਮਹੇ ਜੀ ਵਾਂਗ ਤੁਹਾਡੇ ਉੱਤੇ ਵੀ ਨਿਰਪੱਖਤਾ, ਨਿਡਰਤਾ ਅਤੇ ਦਲੇਰੀ ਨਾਲ ਦਬਲੇ ਕੁਚਲੇ ਲੋਕਾਂ ਦੀ ਆਵਾਜ਼ ਬਣਨ ਦੀ ਆਸ ਕੀਤੀ ਜਾ ਸਕਦੀ ਹੈ। ਸ਼ੁਕਰੀਆ ਜਗਦੀਸ਼ ਜੀ, ਤੁਹਾਡੀ ਆਈਡੀ ਨਵੀਂ ਨਹੀਂ ਪੁਰਾਣੀ ਹੈ। ਸਰ ਸਮਟਾਈਮਸ ਇਟ ਹੈਪਨਸ ਕਿ ਜਦੋਂ ਤੁਸੀਂ ਥੋੜਾ ਜਿਹਾ ਅੱਗੇ ਜਾਂਦੇ ਹੋ ਤੁਹਾਡੀ ਲੱਤਾਂ ਖਿੱਚੀਆਂ ਜਾਂਦੀਆਂ ਨੇ। ਤਾਂ ਆਈ ਥਾਟ ਕਿ ਉੱਦਾਂ ਨਾ ਹੋਵੇ, ਬਟ ਆਈ ਰੀਅਲੀ ਐਪਰੀਸ਼ੀਏਟ ਸਰ। ਗੁਰਬਖਸ਼ ਸਿੰਘ ਮਹੇ ਹੋਣਾ ਤੋਂ ਸਿੱਖਦੇ ਰਹਾਂਗੇ। ਔਰ ਮਹੇ ਸਾਹਿਬ ਤੁਸੀਂ ਆਏ ਤਾਂ ਨਹੀਂ, ਪਰ ਤੁਹਾਡੇ ਲਈ ਕਮੈਂਟ ਆ ਰਹੇ ਨੇ, ਕਹਿੰਦੇ ਗੁਰਬਖਸ਼ ਮਹੇ ਤੋਂ ਸਿੱਖਣ ਦੀ ਜ਼ਰੂਰਤ ਹੈ। ਦਲੇਰ ਬਹੁਤ ਨੇ, ਪਰ ਤੁਸੀਂ ਸਾਡੇ ਕੈਮਰੇ ਦੇ ਅੱਗੇ ਆਉਣ ਦੀ ਦਲੇਰੀ ਨਹੀਂ ਕੀਤੀ। ਪਤਾ ਨਹੀਂ ਕੀ ਕਾਰਨ ਹੈ। ਅਜੀਤ ਵਾਲੇ ਨੂੰ ਅਸੀਂ ਜਿਹੜੀ ਰਿਕੁਐਸਟ ਕਰ ਲਾਂਗੇ। ਚਲੋ ਮੈਂ ਸਾਰੇ ਸ਼ਹਿਰ ਵਾਸੀਆਂ ਦਾ, ਸਾਰੇ ਸਾਥੀਆਂ ਦਾ ਤਹਿ ਦਿਲੋਂ ਸਤਿਕਾਰ ਕਰਦਾ, ਜਿਨ੍ਹਾਂ ਨੇ ਮੈਨੂੰ ਬੋਲਣਾ ਸਾਡੀ ਫਿਤਰਤ ਨਹੀਂ ਹੈ ਨਾ। ਅਸੀਂ ਮੈਨੂੰ ਰਜਮਾ ਪਿਆਰ ਦੇ ਰਹੇ ਹੋ ਸਾਰੇ ਸਾਥੀ, ਸਾਰੇ ਸ਼ਹਿਰ ਵਾਸੀ ਜਿਨ੍ਹਾਂ ਮੈਨੂੰ ਰਜਮਾ ਪਿਆਰ ਦੇ ਰਹੇ ਹੋ, ਮੈਂ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ। ਮੈਂ ਤੁਹਾਨੂੰ ਕਮੈਂਟ ਪੜ੍ਹ ਕੇ ਸੁਣਾ ਦਿੰਦਾ। ਮੈਂ ਕਹਿਣਾ ਚਾਹੁੰਦਾ ਕਿ ਗੁਰਬਖਸ਼ ਸਿੰਘ ਮਹੇ ਜੀ ਵਾਂਗ ਤੁਹਾਡੇ ਉੱਤੇ ਵੀ ਨਿਰਪੱਖਤਾ, ਮੈਂ ਸਟ੍ਰੈਸ ਕਹਿ ਕੇ ਕਹਿ ਰਿਹਾ, ਨਿਡਰਤਾ ਤੇ ਦਲੇਰੀ ਨਾਲ ਦਬਲੇ ਕੁਚਲੇ ਲੋਕਾਂ ਦੀ ਆਵਾਜ਼ ਬਣਨ ਦੀ ਆਸ ਕੀਤੀ ਜਾ ਸਕਦੀ ਹੈ। ਇਹ ਤੁਹਾਡੇ ਬਾਰੇ ਕਿਹਾ ਨਹੀਂ, ਤੁਸੀਂ ਵੀ ਸਾਰੇ ਜਿਹੜੇ ਉਹ ਨਿਡਰ ਹੋ,
ਮੈਂ ਪਰ ਨਹੀਂ ਤੁਸੀਂ ਕਹਿੰਦਾ ਸਾਡੇ ਸਾਰੇ ਕੈਮਰੇ ਮੂਹਰੇ ਨਹੀਂ ਨਿਰਪੱਖਤਾ ਨਾਲ ਕਰਨੀ ਪੱਤਰਕਾਰੀ ਜਿਹੜਾ ਉਹ ਸਾਡਾ ਜਿਹੜਾ ਵਿਸ਼ਾ ਹੈ, ਸਾਡਾ ਧਰਮ ਹੈ। ਅਸੀਂ ਇਹ ਧਰਮ ਨੂੰ ਜਿਹੜਾ ਹਮੇਸ਼ਾ ਨਿਭਾਉਂਦੇ ਰਹਾਂਗੇ। ਮੈਂ ਵੀ ਥੋੜਾ ਐਡ ਕਰਦਾ 20 ਸਾਲ ਤੋਂ ਦੇਖ ਰਿਹਾ, ਸ਼ਾਇਦ ਉਸ ਤੋਂ ਵੱਧ ਸਮਾਂ ਹੋ ਗਿਆ ਹੋਵੇ ਇਹਨਾਂ ਨੂੰ ਪੱਤਰਕਾਰੀ 'ਚ। ਮੈਂ 20 ਸਾਲ ਤੋਂ ਦੇਖ ਰਿਹਾ ਐਦਾਂ ਹੀ ਨੇ ਔਰ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਉਪਸਥਿਤ ਨੇ। ਬਹੁਤ ਸ਼ੁਕਰੀਆ ਸਰ। ਔਰ ਪਰਦੇਸੀ ਸਾਹਿਬ ਵੀ ਮੌਜੂਦ ਨੇ ਸਰ, ਉਹਨਾਂ ਦੀ ਵੀ ਇੰਟਰਵਿਊ ਕੀਤੀ ਸੀ। ਸਚਿਨ ਦੀਵਾਨ ਬਣ ਗਏ ਨੇ, ਹੁਣ ਕੀ ਲੱਗਦਾ ਜੀ ਸ਼ਹਿਰ ਦੀ ਹੋਏਗੀ ਜਿਹੜੀ ਡਿਵੈਲਪਮੈਂਟ? ਨਹੀਂ ਦੇਖੋ, ਬੜੀਆਂ ਆਸਾਂ ਹੈਗੀਆਂ ਸ਼ਹਿਰ ਵਾਸੀਆਂ ਨੂੰ ਉਹਨਾਂ ਦੇ ਉੱਤੇ। ਸਾਡੀ ਤਾਂ ਇਹੀ ਹੈਗੀ ਗੁਜ਼ਾਰਿਸ਼ ਪਈ ਉਹ ਜਿਹੜਾ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰਨ ਜੀ। ਠੀਕ ਨੇ। ਆਗੇ ਜੀ ਮੇਰੇ ਖਿਆਲ ਜਿਹੜੇ ਪਾਰਸ਼ਾ ਤੋਂ ਬਾਹਰ ਆ ਰਹੇ ਨੇ, ਸਵੱਛ ਨਵਾਂ ਸ਼ਹਿਰ ਦਾ ਕੀ ਬਣੂ? ਗਰਚਾ ਪ੍ਰਿੰਸ ਕਹਿ ਰਹੇ ਨੇ। ਵਿਜੇ ਤੁਸੀਂ ਸੁਣਾ ਦਿਓ ਜੀ, ਆਪ ਮਾਈਕ ਫੜ ਕੇ ਵੀਰੇ, ਕਿਉਂਕਿ ਜਿੱਥੋਂ ਪਾਰ ਵੇ ਮੈਡਮ ਸ਼ੀਸ਼ ਕੌਰ ਬਿੱਕਾ ਜੀ। ਤੇ ਪ੍ਰਧਾਨ ਜੀ ਦੱਸੋਗੇ ਕਿੰਨੀਆਂ ਵੋਟਾਂ ਪ੍ਰੈਜ਼ੀਡੈਂਟ ਨੂੰ ਪਈਆਂ? ਜੋ 11 ਉਹਨਾਂ ਦੀਆਂ ਸੀ ਉਹੀ ਜਿਹਾ ਤੋਂ ਤੁਹਾਡੇ ਵੱਲੋਂ? ਨਹੀਂ, ਤੁਹਾਡੇ ਵੱਲੋਂ ਵੀ ਪਈਆਂ ਕਿ 8 ਵੋਟਾਂ? ਨਹੀਂ, ਨਾਂ ਲਿੱਤਾ ਸੀ ਡਾਕਟਰ ਕਮਲਜੀਤ ਦਾ, ਅੱਛਾ, ਸ਼ੀਸ਼ ਤੁਸੀਂ ਕੌਰ ਬੀਕਾ ਜੀ ਨੇ। ਠੀਕ ਹੈ ਜੀ। ਉਹਨਾਂ ਨੇ ਕਿਹਾ ਜੀ ਮੈਂ ਸੱਜਣ ਦੇ ਹੱਕ 'ਚ VOTING ਕਰਨੀ ਹੈ। ਅੱਛਾ, ਸ਼ੀਸ਼ ਕੌਰ ਬੀਕਾ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ। ਇਹਨਾਂ ਕੀ ਕਹਿਣਾ ਚਾਹੁੰਦੇ ਨੇ ਤੁਸੀਂ ਵੀ ਜਿਹੜਾ ਸਚਿਨ ਦੀਵਾਨ ਦਾ ਨਾਮ ਲਿਆ? ਆ ਜਾਓ ਬਾਹਰ ਨੂੰ ਆ ਜਾਓ। ਸ਼ੀਸ਼ ਕੌਰ ਬੀਕਾ ਵੱਲੋਂ ਜਿਹੜਾ ਆ ਅਸੀਂ ਚਾਹੁੰਦੇ ਸੀ ਕਿ ਸਾਡਾ ਵੀ ਕੋਈ ਏਰੀਆ ਦਾ ਪ੍ਰਧਾਨ ਬਣਨਾ ਚਾਹੀਦਾ। ਕਿਉਂ ਕਮੇਟੀ ਚਲੋ ਸਾਡੀ ਵੀ ਜੇ ਬਣ ਜਾਂਦੀ ਤਾਂ ਅਸੀਂ ਵੀ ਕੋਈ ਆਪਣੇ ਏਰੀਆ ਦਾ ਸੁਧਾਰ ਕਰਾ ਲੈਂਦੇ। ਔਰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਡੇ ਲਲਿਤ ਮੋਹਨ ਲਾਲ ਦਾ, ਜਿਨ੍ਹਾਂ ਨੇ ਸਾਡੇ ਨਾਲ ਫਾਰਮ ਹੋਣੀ, ਬੀਬੀ ਜਿੰਦਰ ਕੌਰ ਆ, ਤੇ ਹੋਰ ਸਾਡੇ ਜਿੰਨੇ MC ਆ, ਅਸੀਂ ਰਲ ਮਿਲ ਕੇ ਜਿਹੜਾ ਇਹ ਆਪਣਾ ਕੀਤਾ ਆ। ਬੜੀ ਪੂਰਨ ਸ਼ਾਂਤੀ ਨਾਲ ਅਸੀਂ ਇਹ ਕੰਮ ਕੀਤਾ। ਬਹੁਤ ਬਹੁਤ ਮੁਬਾਰਕਾਂ ਸਭ ਨੂੰ। ਵਿਪਕਸ਼ ਦੇ ਕੌਂਸਲਰ ਜਿਹੜੇ ਬਾਹਰ ਆ ਚੁੱਕੇ ਨੇ ਤੇ ਹੁਣ ਮੀਡੀਆ ਐਂਟਰੀ ਅੰਦਰੋਂ ਪਰਮਿਸ਼ਨ ਮਿਲ ਚੁੱਕੀ ਹੈ, ਸ਼ਾਇਦ ਪਰਮਿਸ਼ਨ ਦੇ ਕੇ। ਸੁਣਨ ਵਿੱਚ ਇਹ ਵੀ ਆ ਰਿਹਾ ਕਿ ਡਾਕਟਰ ਕਮਲ ਜੀ ਦਾ ਨਾਮ ਲਿਆ ਸੀ, ਉਹਨਾਂ ਨੇ ਸਹਿਮਤੀ ਜਤਾਈ ਹੈ ਸਚਿਨ ਜੀ ਦੇ ਨਾਮ ਤੇ। ਤਾਂ ਜਿਹੜੇ ਸਵਾਲ ਕਰ ਰਹੇ ਨੇ ਉਹਨਾਂ ਨੂੰ ਪਲੀਜ਼ ਦੱਸਣਾ ਚਾਹਾਂਗੇ। ਆ ਸਾਰੇ ਪਹੁੰਚੇ ਨੇ ਸਚਿਨ ਦੇ ਸਮਰਥਕ। ਸਰਪੰਚ ਸਾਹਿਬ ਨੇ। ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ? ਸਚਿਨ ਦੀਵਾਨ ਜੀ ਪ੍ਰਧਾਨ ਬਣੇ ਨੇ। ਮੁਬਾਰਕਾਂ ਜੀ, ਬਹੁਤ ਬਹੁਤ ਸਾਰੀ ਟੀਮ ਨੂੰ ਸਾਡੇ ਵੱਲੋਂ ਮੁਬਾਰਕਾਂ ਜੀ। ਬਹੁਤ MC ਦੀ ਜਿੰਨੀ ਟੀਮ ਬਣੀ ਨੇ ਸਾਰੇ ਮੈਂਬਰਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਸਚਿਨ ਭਾਜੀ ਬਹੁਤ ਨੇਕ ਦਿਲ ਦੇ ਬੰਦੇ ਆ ਜੀ, ਇਹ ਬਹੁਤ ਹੀ ਵਧੀਆ ਬੰਦੇ, ਔਰ ਹਰ ਮੈਂਬਰ ਨੂੰ ਇਹ ਨਾਲ ਲੈ ਕੇ ਚੱਲਣਗੇ। ਸਾਨੂੰ ਇਸ ਗੱਲ ਤੇ ਬਹੁਤ ਵਾਅਦਾ, ਇਸ ਗੱਲ ਤੇ ਸਾਨੂੰ ਵਿਸ਼ਵਾਸ ਹੈ ਬੰਦੇ ਦਾ। ਇਹ ਪਾਰਟੀ ਬਾਜੀ ਤੋਂ ਉੱਠ ਕੇ ਚੱਲਣਗੇ, ਹਰ ਮੈਂਬਰ ਨੂੰ ਆਪਣੇ ਨਾਲ ਲੈ ਕੇ ਚੱਲਣਗੇ, ਔਰ ਸਾਡੀ ਮਤਲਬ ਹਰ ਜੁੜ ਕੇ ਸ਼ਹਿਰ ਦੀ ਤਰੱਕੀ ਹੋਏਗੀ ਲੱਗਦਾ? ਬਿਲਕੁਲ ਹੋਊਗੀ ਜੀ। ਹੁਣ ਤਾਂ ਨਾਲ ਪੂਰੀ ਆਸ ਹੈ ਜੀ। ਪ੍ਰਧਾਨ ਜੀ ਨੇ ਪਹਿਲਾਂ ਵਧੀਆ ਚੱਲ ਰਿਹਾ ਸੀ ਕੰਮ, ਪਰ ਐਤਕੀ ਵੀ ਹੋਰ ਵਧੀਆ ਚੱਲੇਗਾ ਜੀ। ਬਹੁਤ ਸ਼ੁਕਰੀਆ ਜੀ। ਔਰ ਮੈਂ ਇੱਕ ਚੀਜ਼ ਹੋਰ ਕਲੀਅਰ ਕਰ ਦਵਾਂ ਕਿ ਜਿਹੜੇ ਪ੍ਰਸ਼ਨ ਪੁੱਛ ਰਹੇ ਨੇ, ਡਾਕਟਰ ਕਮਲ ਜੀ ਨੇ ਖੁਦ ਸਹਿਮਤੀ ਜਤਾਈ ਹੈ। ਜੋ ਸਾਨੂੰ ਸੁਣਨ ਵਿੱਚ ਆਇਆ, ਇਸ ਚੀਜ਼ ਨੂੰ ਸਪਸ਼ਟ ਨਹੀਂ ਕਰਦਾ, ਪਰ ਅੰਦਰੋਂ ਇੱਕ ਆਵਾਜ਼ ਸੁਣਾਈ ਦਿੱਤੀ ਹੈ ਕਿ ਡਾਕਟਰ ਕਮਲ ਜੀ ਨੇ ਸਹਿਮਤੀ ਜਤਾਈ ਹੈ ਕਿ ਮੈਂ ਖੁਦ ਚਾਹੁੰਦਾ ਕਿ ਸਚਿਨ ਜੀ ਪ੍ਰਧਾਨ ਬਣ ਜਾਣ। ਤਾਂ ਜਿਹੜੇ ਕੁਝ ਕੁਐਸਚਨ ਕਰ ਰਹੇ ਸੀਗੇ ਕਿ ਸ਼ਾਇਦ ਉਹਨਾਂ ਨੂੰ ਕਿਸੇ ਕਮਿਊਨਿਟੀ ਨਾਲ ਰਿਲੇਟਡ ਕਰਕੇ ਨਹੀਂ ਬਣਾਇਆ ਗਿਆ, ਐਸੀ ਕਮਿਊਨਿਟੀ ਨਾਲ ਰਿਲੇਟਡ ਕਰਕੇ ਨਹੀਂ ਬਣਾਇਆ ਗਿਆ, ਤਾਂ ਐਸੀ ਕਮਿਊਨਿਟੀ ਦੀ ਸਾਰੇ ਬਹੁਤ ਸਤਿਕਾਰ ਕਰਦੇ ਨੇ। ਰਵਿਦਾਸ ਗੁਰੂ ਸਾਰਿਆਂ ਦੇ ਸਾਂਝੇ ਨੇ, ਔਰ ਇਸ ਚੀਜ਼ ਤੇ ਕਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ। ਪੋਲਿਟਿਕਸ ਇੱਕ ਅਲੱਗ ਚੀਜ਼ ਹੈ, ਧਰਮ ਇੱਕ ਅਲੱਗ ਚੀਜ਼ ਹੈ, ਔਰ ਧਰਮ ਦਾ ਸਾਰੇ ਹੀ ਸਤਿਕਾਰ ਕਰਦੇ ਨੇ। ਔਰ ਵਿਜੇ ਜੀ ਤੁਸੀਂ ਥੋੜਾ ਨੇੜੇ ਹੋ ਕੇ ਸੁਣਾ ਦਿਓ ਕੀ ਕਹਿ ਰਹੇ ਨੇ ਲਲਿਤ ਮੋਹਨ ਪਾਠਕ ਸਾਹਿਬ ਦਾ ਪ੍ਰਧਾਨ। ਵਿਜੇ ਤੁਹਾਨੂੰ ਜਿਹੜੀ ਅਕਾਲੀ ਦਲ ਦੀ ਵਾਈਸ ਪ੍ਰਧਾਨ ਜੀ ਬੜੀ ਆ ਗਿਆ ਤੁਸੀਂ ਇਸ ਵਿੱਚ ਕੀ ਮਹਿਸੂਸ ਕਰ ਰਹੇ ਹੋ? ਮਾਣ ਮਹਿਸੂਸ ਕਰ ਰਹੇ ਹੋ? ਸਚਿਨ ਦੀਵਾਨ ਜੀ ਦੇ ਸਮਰਥਕ ਜਿਹੜੇ ਆ ਗਏ ਨੇ, ਸਚਿਨ ਦੀਵਾਨ ਜੀ ਲਈ ਹਾਰ ਲੈ ਕੇ ਆਇਓ। ਬਿਲਕੁਲ ਜੀ, ਬਿਲਕੁਲ। ਅਸੀਂ ਪਰ ਸ਼ਲਾਘਾ ਦੇ ਨਾਲ ਨਾਲ ਇੱਕ ਚੀਜ਼ ਜ਼ਰੂਰ ਪੁੱਛਦੇ ਹਾਂ ਕਿ ਡਿਵੈਲਪਮੈਂਟ ਲੱਗਦਾ ਹੋ ਸਕਦੀ ਹੈ? ਡਿਵੈਲਪਮੈਂਟ ਤਰੱਕੀ ਬਿਲਕੁਲ ਪੱਕੀ। ਹਾਂ, ਜੇ ਤਰੱਕੀ ਹੋਣ ਨਾ ਹੋਈ ਤਾਂ ਫਿਰ ਕਦੀ ਵੀ ਨਹੀਂ ਹੋ ਸਕਦੀ। ਸਲੋਗਨ ਬੜਾ ਅੱਛਾ, ਤਰੱਕੀ ਬਿਲਕੁਲ ਪੱਕੀ। ਬਿਲਕੁਲ ਪੱਕੀ, ਇੱਟ ਵਾਂਗੂ ਪੱਕੀ ਜੀ। ਇੱਟ ਵਾਂਗ ਪੱਕੀ, ਬਿਲਕੁਲ ਜੀ, ਬਿਲਕੁਲ। ਇੰਟਰਲੌਕ ਵਾਂਗ ਤਾਂ ਨਹੀਂ ਹੋ ਜਾਏਗੀ ਇਹ ਤੁਸੀਂ ਦੇਖੋ ਜੀ, ਇੰਟਰਲੌਕ ਵੀ ਦੇਖੋ ਜਿਹੜੀ ਹੈ ਪੱਕੀ ਹੁੰਦੀ ਹੈ, ਇਹ ਉਦੋਂ ਤੱਕ ਪੱਕੀ ਰਹਿੰਦੀ ਹੈ ਜਦੋਂ ਤੱਕ ਜੁਆਇੰਟ ਸਹੀ ਹੋਣ। ਜੇ ਜੁਆਇੰਟ ਸਹੀ ਨਹੀਂ ਹੋਣਗੇ ਫਿਰ ਇਹ ਪੱਕੀ ਨਹੀਂ ਹੈ। ਇਸੇ ਕਰਕੇ ਇਹ ਜੁਆਇੰਟ ਪੱਕੇ ਨੇ, ਬਿਲਕੁਲ ਪੱਕੇ ਨੇ। ਦਰਵਾਜ਼ਾ ਖੁੱਲ ਗਿਆ ਜੀ, ਤੁਸੀਂ ਜਾ ਕੇ ਜਿਹੜੇ ਹਾਰ ਪਹਿਨਾ ਸਕਦੇ ਹੋ। ਔਰ ਅਸੀਂ ਤੁਹਾਨੂੰ ਹੌਲੀ ਹੌਲੀ ਲੈ ਕੇ ਜਾਵਾਂਗੇ। ਧੱਕਾ ਮੁੱਕੀ ਵੀ ਹੋ ਰਹੀ ਹੈ ਇੱਥੇ। ਸਰ ਥੋੜੀ ਸਪੇਸ ਦੇ ਦਿਓ ਸਰ। ਸ਼ੁਕਰੀਆ ਜੀ। ਪੁਲਿਸ ਪ੍ਰਸ਼ਾਸਨ ਵੀ, ਔਰ ਅੰਦਰ ਮੇਰੇ ਖਿਆਲ ਸਪੇਸ ਬਹੁਤ ਘੱਟ ਹੈ, ਤਾਂ ਬਾਹਰ ਵੇਟ ਕਰਨੀ ਚਾਹੀਦੀ ਹੈ ਜੀ। ਸਰ ਬਹੁਤ ਬਹੁਤ ਤੁਹਾਨੂੰ ਵੀ ਮੁਬਾਰਕਾਂ, ਤੁਸੀਂ ਹਾਰ ਲੈ ਕੇ ਖੜੇ ਹੋ ਜੀ। ਸਭ ਤੋਂ PB ਬੱਤੀ ਵਾਲੇ ਸਾਰਿਆਂ ਦਾ ਤਹਿ ਦਿਲੋਂ, ਸਭ ਤੋਂ ਪਹਿਲਾਂ ਤਹਿ ਦਿਲੋਂ ਧੰਨਵਾਦ ਆ। ਅਸੀਂ ਅੱਜ ਨਗਰ ਕੌਂਸਲ ਚੋਣਾਂ ਦੇ ਵਿੱਚ ਆਏ ਆ, ਜੋ ਕਿ ਅਸੀਂ ਪ੍ਰਿਥੀ ਚੰਦ ਜੀ ਦੀ ਵਾਰਡ ਨੰਬਰ 14 ਜੋ ਕਾਫੀ ਮਦਦ ਕੀਤੀ ਆ, ਜਿਨ੍ਹਾਂ ਨੂੰ ਅੱਜ ਨਗਰ ਕੌਂਸਲ ਦੇ ਵਿੱਚ ਸੀਨੀਅਰ ਵਾਈਸ ਪ੍ਰਧਾਨ ਚੁਣਿਆ ਗਿਆ ਵਾ। ਇਹਦੇ ਵਿੱਚ ਅਸੀਂ ਆਪਣੀ
ਭਗਵਾਨ ਵਾਲਮੀਕ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਨੂੰ ਵੱਧ ਮਾਰਜਨ ਨਾਲ ਵੋਟਾਂ ਜਿਤਾ ਕੇ ਨਗਰ ਕੌਂਸਲ ਦੇ ਵਿੱਚ ਸੀਨੀਅਰ ਵਾਈਸ ਪ੍ਰਧਾਨ ਚੁਣਿਆ ਵਾ। ਚਲੋ ਵਿਜੇ ਜੀ ਤੁਸੀਂ ਅੰਦਰਲੀਆਂ ਤਸਵੀਰਾਂ ਇੱਕ ਵਾਰੀ ਜ਼ਰੂਰ ਜਨਤਕ ਕਰ ਦਿਓ। ਲਓ ਵਿਜੇ ਮਾਈਕ ਲੈ ਲਓ ਤੁਸੀਂ, ਕਿਉਂਕਿ ਸਪੇਸ ਦਾ ਮੈਨੂੰ ਲੱਗਦਾ ਇਸ਼ੂ ਹੋਏਗਾ ਅੰਦਰ। ਭਾਜੀ ਕੀ ਹਾਲ ਆ? ਬਹੁਤ ਅੱਛਾ ਜੀ, ਬਹੁਤ ਚੰਗਾ ਜੀ। ਬਾਹਰ ਹੀ ਰੋਕ ਲਓ ਤੁਸੀਂ, ਰਸ਼ ਹੋ ਜਾਣਾ। ਇੱਕ ਵਾਰੀ ਤਸਵੀਰਾਂ ਸ਼ੇਅਰ ਕਰਕੇ ਤੁਸੀਂ ਬਾਹਰ ਆ ਜਾਓ। ਆ ਲਓ ਮਾਈਕ ਲੈ ਲਓ। ਐਮਐਲਏ ਅੰਗਦ ਸਿੰਘ ਜਿੰਦਾਬਾਦ, ਐਮਐਲਏ ਅੰਗਦ ਸਿੰਘ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ। ਬੰਦ ਕਰ ਲਓ, ਪੱਖਾ ਬੰਦ ਕਰ ਲਓ, ਸਿਰ ਜਾਣਾ। ਡਾਕਟਰ ਕਮਲ ਨੇ ਆਪ ਯਾਨੀ ਕਿ ਹਾਰ ਪਵਾਇਆ। ਸੋ ਵੱਡੀ ਖਬਰ ਮੈਂ ਸ਼ੇਅਰ ਕਰ ਦਿੰਦਾ, ਜਿਹੜੇ ਬਾਰ-ਬਾਰ ਡਾਕਟਰ ਕਮਲ ਜੀ ਬਾਰੇ ਪੁੱਛ ਰਹੇ ਸੀ। ਡਾਕਟਰ ਕਮਲ ਜੀ ਨੇ ਖੁਦ ਸਚਿਨ ਦੀਵਾਨ ਜੀ ਦੇ ਗਲ ਵਿੱਚ ਹਾਰ ਪਾਇਆ। ਤਾਂ ਕੋਈ ਰੇੜਕਾ, ਕੋਈ ਗਹਿਮਾ ਗਹਿਮੀ ਵਾਲੀ ਗੱਲ ਨਹੀਂ ਆ। ਤੁਸੀਂ ਬਿਲਕੁਲ ਵੀ ਭਟਕਣਾ ਨਹੀਂ ਹੈ। ਇੱਥੇ ਸਭ ਕੁਸ਼ਲ ਮੰਗਲ ਹੈ, ਕਿਉਂਕਿ ਬਾਰ-ਬਾਰ ਵੀ ਕਮੈਂਟ ਆ ਰਹੇ ਸੀ ਕਿ ਹੁਣ ਗੱਲ ਵਧੂਗੀ। ਤਾਂ ਗੱਲ ਡਿਸਪਲਿਨਡ ਫੰਕਸ਼ਨ ਹੈ, ਅਨੁਸ਼ਾਸਨ ਨਾਲ ਹੀ ਹੈ। ਔਰ ਫਿਰ ਤੋਂ ਮੈਂ ਐਸਡੀਐਮ ਸਾਹਿਬ ਨੇ ਪਹਿਲਾਂ ਹੀ ਇਹਨੂੰ ਇਦਾਂ ਐਸਡੀਐਮ ਸਾਹਿਬ ਨੇ ਪਿਛਲੇ ਸਮੇਂ ਤੇ ਇਹਨੂੰ ਇਦਾਂ ਅਰੇਂਜ ਕੀਤਾ ਹੋਇਆ ਵਾ ਕਿ ਹੱਥ ਕੁਝ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੋ ਰਿਹਾ। ਸੋ ਪ੍ਰਸ਼ਾਸਨ ਪ੍ਰਿਥੀ ਚੰਦ ਜੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਨ ਤੇ ਜਿਹੜਾ ਵਾਰਡ ਨੰਬਰ 14 ਤੋਂ ਪ੍ਰਿਥੀ ਚੰਦ ਜੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣੇ ਨੇ। ਮੈਮ ਤੁਸੀਂ ਧਿਆਨ ਨਾਲ ਆਇਓ ਜੀ, ਚਾਹ ਨਾ ਡੁੱਲ ਜਾਵੇ ਕਿਸੇ ਤੇ ਜੀ। ਸੋ ਪ੍ਰਿਥੀ ਚੰਦ ਜੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ। ਔਰ ਖੁਸ਼ੀ ਦੀ ਲਹਿਰ ਹੈ ਉਹਨਾਂ ਦੇ ਸਮਰਥਕਾਂ ਵਿੱਚ। ਬਹੁਤ ਵੱਡੇ ਮਾਰਜਨ ਨਾਲ ਕਹਿੰਦੇ ਨੇ ਜਿੱਤੇ ਉਹ। ਮੈਂ ਨਾਲ ਦੀ ਨਾਲ ਕਮੈਂਟਸ ਲੈ ਲੈਣਾ, ਕਿਉਂਕਿ ਵਾਲਮੀਕੀ ਸ਼ਕਤੀ ਦੀ ਗੱਲ ਕਰ ਰਹੇ ਨੇ। ਬਾਬਾ ਸਾਹਿਬ ਤੁਹਾਡੀ ਸੋਚ ਤੇ ਸ਼ਹਿਰਾ ਜਾਗੇ ਠੋਕ ਕੇ। ਜਿੰਦਾਬਾਦ ਜਿੰਦਾਬਾਦ। तो सचिन दीवान कह रहे ने मैं बाद सारे नाल रूबरू जरूर होवांगा। एमएलए अंगद सिंह इत्थे मौजूद ने और कोशिश करांगे कि उन्होंने गलबात कराई जाए। और सचिन दीवान पिछे तस्वीर दिखा दो, हार बार बार उन्होंने जोड़े पाए जा रहे हैं, सारे ही खुशी जाहिर करना चाहते हैं। अंगद सिंह दे नाम दे भी बार बार नारे लाए जा रहे हैं कि जिंदाबाद। मैं तुहानूं पहले दस्सिया सी कि यह डिसीजन बहुत क्रूशियल होने वाला है। तुसीं देख पा रहे हो कि कुलवंत कौर जी खुद हार पा के गए ने प्रिथी चंद जी दे। मोनिका जांगड़ा जी भी इत्थे मौजूद ने और मैम नाल भी बाद गलबात जरूर करांगे, क्योंकि वुमेन इंपावरमेंट की गल हुंदी है और अगे आके शहर में बहुत कॉन्ट्रीब्यूट भी कर सकते हैं। और डेफिनेटली सारे पार्षद एक एक बारी जरूर तुहाडे रूबरू करावांगे। डॉक्टर कमल जी तुसीं देख रहे हो कि उन्होंने भी हार पाया जा रहा है और जिहड़ा उन्होंने सचिन जी का नाम लिया उहदे लई भी शलाघा दी जा रही है। प्रधान सचिन दीवान जिंदाबाद की गल की जा रही है। और विजय जी तुसी सचिन जी ना जरूर एक बार गल कर लो, माइक ले लो। सचिन जी आई कैन जी एक बार रूबरू हो जाना। विजय आ फड़ लो तुसी माइक। भाई साहब खोल खोलो पीछे सारे लिख रहे और तुसी तस्वीरें देख पा रहे हो, सचिन बिल्कुल नाल ने अंगद सिंह दे। डॉक्टर कमल जी भी इक्वली रिस्पैक्ट दी जा रही है। और सचिन जी बुजुर्ग ध्यान ना जरा निकलो जी। किवें हो? ठीक है, ध्यान ध्यान
ਜਿਹੜਾ ਵਿਕਟਰੀ ਦਾ ਸਾਈਨ ਬਣਾ ਰਹੇ ਨੇ ਔਰ ਜਿੰਨੇ ਪਾਰਸ਼ਦ ਨੇ ਸਾਰਿਆਂ ਦੇ ਚਿਹਰੇ ਤੇ ਰੌਣਕ ਹੈ, ਸਾਰੇ ਖੁਸ਼ ਨੇ। ਇਉਂ ਲੱਗਦਾ ਕਿ ਜਿਵੇਂ ਚਾਹੁੰਦੇ ਸੀ ਉਵੇਂ ਹੀ ਜਿਹੜੀ ਧਿਆਨ ਨਾਲ ਜੀ ਜਿਵੇਂ ਚਾਹੁੰਦੇ ਸੀ ਉਸੇ ਤਰ੍ਹਾਂ ਸਚਿਨ ਜੀ ਪ੍ਰਧਾਨ ਬਣ ਗਏ ਨੇ, ਵਾਈਸ ਪ੍ਰਧਾਨ ਵੀ ਚੁਣੇ ਗਏ ਨੇ, ਤਾਂ ਸਾਰੇ ਖੁਸ਼ ਨੇ, ਵਿਕਟਰੀ ਦਾ ਸਾਈਨ ਬਣਾ ਰਹੇ ਨੇ। ਫੁੱਲਾਂ ਦੇ ਹਾਰ ਤੁਹਾਨੂੰ ਨਜ਼ਰ ਆ ਰਹੇ ਹੋਣੇ ਸਾਰਿਆਂ ਦੇ ਗਲ ਵਿੱਚ। ਔਰ ਭੱਜ ਨੱਠ ਬੜੀ ਕਰਨੀ ਪਈ ਹੈ ਉਹਨਾਂ ਨੂੰ। ਦੇਖਿਓ ਜੀ ਵਿਜੇ ਜਿਨ੍ਹਾਂ ਨੇ ਲਗਾਤਾਰ ਚੌਥੀ ਵਾਰੀ ਕਾਂਗਰਸ ਪਾਰਟੀ ਅਤੇ ਸਾਡੇ 'ਚ ਆਪਣਾ ਵਿਸ਼ਵਾਸ ਦਿਖਾਇਆ। ਪਿਛਲੇ 4 ਟਰਮਾਂ ਤੋਂ ਲਗਾਤਾਰ ਨਵਾਂ ਸ਼ਹਿਰ ਦੀ ਨਗਰ ਕੌਂਸਲ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਸਾਨੂੰ ਪ੍ਰਾਪਤ ਹੋਇਆ। ਕੁਝ ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਜਿਹੜੀ ਨਗਰ ਕੌਂਸਲ ਦੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਵੀ ਨਵਾਂ ਸ਼ਹਿਰ ਦੇ ਲੋਕਾਂ ਨੇ ਸਾਨੂੰ ਬਹੁਤ ਬੜਾ ਮਾਣ ਦਿੱਤਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਸ਼ਹਿਰ ਨਿਵਾਸੀਆਂ ਦਾ, ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੀ ਤੁਸੀਂ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਆ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿ ਪਹਿਲਾਂ ਨਾਲੋਂ ਵੀ ਵੱਧ ਚੜ੍ਹ ਕੇ ਤੁਹਾਡੀ ਸਲਾਹ ਨਾਲ ਸ਼ਹਿਰ ਦੀ ਤਰੱਕੀ ਵਾਸਤੇ ਆਪਾਂ ਦਿਨ ਰਾਤ ਇੱਕ ਕਰਾਂਗੇ ਔਰ ਕੋਈ ਵੀ ਜਿਹੜੀਆਂ ਸਾਡੇ 'ਚ ਪਹਿਲਾਂ ਪੁਰਾਣੀਆਂ ਕਮੀਆਂ ਰਹੀਆਂ ਦੂਰ ਕਰਕੇ ਜਾਂਦਾ। ਲੱਗਦਾ ਨਹੀਂ ਕਿ ਰਾਤੀ ਕੁਝ ਬੰਦੇ ਸੁੱਤੇ ਹੋਣੇ ਆ ਸ਼ਹਿਰ ਦੇ ਜੋ ਸੱਚਾਈ ਆ, ਰਾਤ ਨੂੰ ਵੀ ਨਹੀਂ ਸੁੱਤੇ, ਸਵੇਰੇ ਵੀ ਨਹੀਂ ਉੱਠੇ। ਪਰ ਚਲੋ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਕੋਈ ਗੱਲ ਨਹੀਂ, ਤੁਸੀਂ ਇਹ ਨਾ ਸਮਝੋ ਆਪੋਜੀਸ਼ਨ 'ਚ ਸਾਡੇ ਲਈ ਸਾਰੇ ਬਰਾਬਰ ਆ। ਇਸ ਤੋਂ ਅੱਜ ਤੋਂ ਪਹਿਲਾਂ ਸੀਗੀਆਂ ਕੋਈ ਪਾਰਟੀਆਂ, ਅੱਜ ਤੋਂ ਬਾਅਦ ਸਾਡੀ ਕੋਈ ਪਾਰਟੀ ਨਹੀਂ। ਸ਼ਹਿਰ ਦੀ ਤਰੱਕੀ ਵਾਸਤੇ ਜੋ ਵੀ ਸਾਨੂੰ ਕਰਨਾ ਪਊਗਾ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਸ਼ਹਿਰ ਦੇ ਉਹਨਾਂ ਨੂੰ ਸਾਥੀਆਂ ਨੂੰ ਨਾਲ ਲੈ ਕੇ ਸ਼ਹਿਰ ਦੀ ਤਰੱਕੀ ਕਰਾਵਾਂਗੇ। ਬਹੁਤ ਬਹੁਤ ਧੰਨਵਾਦ। ਕਾਂਗਰਸ ਪਾਰਟੀ ਜਿੰਦਾਬਾਦ। ਬਾਦਲ ਸਾਹਿਬ ਜਿਹੜੇ ਨਹੀਂ ਆ ਲੇਕਿਨ ਉਹਨਾਂ ਦਾ ਆਸ਼ੀਰਵਾਦ ਉਹਨਾਂ ਦਾ ਹਮੇਸ਼ਾ ਕਹਿਣਾ ਸ਼੍ਰੀ ਵਿਜੇ ਕੁਮਾਰ ਜੀ ਉਹਨਾਂ ਨੂੰ ਮੈਂ ਇਹ ਟ੍ਰਿਬਿਊਟ ਕੀਤੀ ਆ ਔਰ ਸਾਰੇ ਸ਼ਹਿਰ ਵਾਸੀਆਂ ਨੇ ਮੇਰਾ ਬਹੁਤ ਸਾਥ ਦਿੱਤਾ। ਬਹੁਤ ਬਹੁਤ ਧੰਨਵਾਦ। ਜਿਹੜਾ ਵਿਕਾਸ ਦਾ ਕੰਮ ਰੁਕਿਆ ਪੂਰਾ ਕਾਫੀ ਕੰਮ ਕਰੋ। ਹਾਂਜੀ, ਜਿਹੜਾ ਵਿਕਾਸ ਦਾ ਕੰਮ ਰੁਕਿਆ ਤੁਸੀਂ ਕਰੋਗੇ। ਹਾਂਜੀ, ਜਿਹੜਾ ਵੀ ਕੋਈ ਵਿਕਾਸ ਦੇ ਕੰਮ ਰੁਕੇ ਹੋਣਗੇ ਉਹ ਆਪਾਂ ਐਨ ਆਪਣਾ ਇਮਾਨਦਾਰੀ ਭਾਈ ਨੇ ਲੜਾਈ ਵੀ ਨਾ ਕਰੀ ਜਾਏ। ਦੋਸਤੋ ਐਮਐਲਏ ਅੰਕਲ ਸਾਹਿਬ ਜੀ ਨੇ ਤੁਹਾਡੀ ਗੱਲ ਕਰਨੀ ਹੈ ਜੀ। ਏਦਾਂ ਕਰੋ, ਇੱਕ ਵਾਰੀ ਕੋਠੀ ਆ ਜਾਓ ਨਾ, ਏਦਾਂ ਕਰਦੇ ਆ। ਸੋ ਹੁਣ ਬਹੁਤ ਜਲਦੀ ਤੁਹਾਨੂੰ ਰਾਹੋਂ ਦਾ ਜਿਹੜਾ ਡਿਸੀਜਨ ਹੈ ਉਹ ਵੀ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਜੀ ਨੇ ਕਿਹਾ ਇਹ ਮੈਂ ਜਿੱਤ ਆਪਣੇ ਫਾਦਰ ਸਾਹਿਬ ਨੂੰ ਡੈਡੀਕੇਟ ਕਰਦਾ। ਜੀ ਸਚਿਨ ਜੀ ਨੇ ਅੰਦਰ ਇਹ ਸ਼ਬਦ ਕਹੇ ਨੇ, ਇਹ ਜਿੱਤ ਮੈਂ ਆਪਣੇ ਫਾਦਰ ਸਾਹਿਬ ਨੂੰ ਡੈਡੀਕੇਟ ਕਰਦਾ। ਕਿਉਂਕਿ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਕਿ ਉਹਨਾਂ ਦੇ ਫਾਦਰ ਸਾਹਿਬ ਨੇ ਜਿਹੜਾ ਇੱਕ ਸੈਕਰੀਫਾਈਸ ਕੀਤਾ ਸੀ, ਇੱਕ ਬਲੀਦਾਨ ਦਿੱਤਾ ਸੀ। ਜਿਵੇਂ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਉਹਨਾਂ ਦੇ ਬਲੀਦਾਨ ਕਰਕੇ ਉਦੋਂ ਰਾਣੂ ਚੋਪੜਾ ਜੀ ਪ੍ਰਧਾਨ ਬਣੇ ਸੀ, ਤਾਂ ਸਚਿਨ ਦੀਵਾਨ ਨਾਟ ਓਨਲੀ ਯੂਥ ਦੀ ਡਿਮਾਂਡ ਹੈ
ਔਰ ਫੈਮਿਲੀ ਬੈਕਗ੍ਰਾਉਂਡ ਕਰਕੇ, ਕਿਉਂਕਿ ਪਿਤਾ 2 ਵਾਰ ਪਾਰਸ਼ਦ ਬਣੇ ਨੇ, 2 ਵਾਰ ਸਚਿਨ ਦੀਵਾਨ ਬਣ ਗਏ ਨੇ, ਤਾਂ ਸਚਿਨ ਦੀਵਾਨ ਜੀ ਵੀ ਇੱਕ ਵਾਰੀ ਮੈਂ ਜ਼ਰੂਰ ਸ਼ੋਕਰ ਸਾਹਿਬ ਦੇ ਰੂਬਰੂ ਕਰਨਾ ਚਾਹਾਂਗਾ। ਇਹ ਕਾਂਗਰਸ ਪਾਰਟੀ ਦਾ ਨੀਂਹ ਮੰਨੇ ਜਾਂਦੇ ਨੇ, ਫਾਊਂਡੇਸ਼ਨ ਮੰਨੇ ਜਾਂਦੇ ਨੇ। ਸਰ ਸਚਿਨ ਦੀਵਾਨ ਜੀ ਬਣੇ ਨੇ, ਤੁਹਾਡੇ ਮਨ ਦੀ ਕੀ ਪ੍ਰਤੀਕਿਰਿਆ? ਬੜੀ ਖੁਸ਼ੀ ਵਾਲੀ ਗੱਲ ਹੋਈ ਹੈ ਜੀ, ਹੈ ਇਹਨੂੰ ਖੁਸ਼ੀ ਇਹਨੂੰ ਵਾਦੇ ਹੋ ਨਹੀਂ ਸਕਦੀ ਹੈ। ਵਧੀਆ ਬੰਦੇ, ਇਮਾਨਦਾਰ, ਵਧੀਆ ਸਾਰੇ ਬੰਦੇ ਮਿਲ ਗਏ। ਸ਼ਹਿਰ ਨਾਲ ਵੀ ਇਮਾਨਦਾਰੀ ਰਹੇਗੀ ਜੀ? ਬਿਲਕੁਲ ਇੱਧਰ ਹੋ ਗਈ, ਇੱਧਰ ਹੋ ਗਈ। ਸਾਡੇ ਨਾਲ ਕੁਲਦੀਪ ਰਾਣਾ ਜੀ ਵੀ ਮੌਜੂਦ ਨੇ। ਸਰ ਸਚਿਨ ਦੀਵਾਨ ਜੀ ਬਣਨੇ, ਇੱਕ ਵਾਰੀ ਜਨਤਾ ਨੂੰ ਜ਼ਰੂਰ ਸੰਬੋਧਨ ਕਰ ਦਿਓ, ਕੀ ਤੁਹਾਡੇ ਮਨ ਦੇ ਭਾਵ ਕੀ ਨੇ? ਜੀ ਭਾਵਦਾਨ ਇਹ ਹੈ ਜੀ, ਹੁਣ ਤਾਂ ਸ਼ਹਿਰੀਆਂ ਨੇ ਬਣਾਤਾ ਸਾਨੂੰ, ਸਾਡਾ ਬੰਦਾ ਪ੍ਰਧਾਨ ਬਣਾਤਾ, ਹੁਣ ਤਾਂ ਜ਼ਿੰਮੇਵਾਰੀਆਂ ਕਿੱਦਾਂ ਨਿਭਾਉਂਦੇ ਆ? ਜ਼ਿੰਮੇਵਾਰੀਆਂ ਨਿਭਾਉਣਗੇ ਜੀ? ਹਾਂ, ਗੱਲ ਤਾਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣੀਆਂ। ਤੁਸੀਂ ਸੀਨੀਅਰ ਹੋ, ਜੇ ਜ਼ਿੰਮੇਵਾਰੀ ਤੋਂ ਭਟਕਦੇ ਤਾਂ ਕੰਨ ਫੜ ਲਓਗੇ? ਫਿਰ ਤਾਂ ਕੁਝ ਨਾ ਕੁਝ ਕਰਾਂਗੇ ਹੀ। ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ। ਸਰ ਤੁਹਾਡੇ ਲਈ ਐਪਰੀਸੀਏਸ਼ਨ ਬਹੁਤ ਆ ਰਹੀ ਹੈ, ਪਰ ਸਚਿਨ ਦੀਵਾਨ ਜੀ ਬਣਨੇ, ਤੁਸੀਂ ਇੱਥੇ ਕੀ ਕਹੋਗੇ? ਚਲੋ ਵਧਾਈਆਂ ਜੀ ਮੇਰੇ ਵੱਲੋਂ, ਉਦੋਂ ਪਾਰਟੀ ਦਾ ਜੋ ਫੈਸਲਾ ਆ ਆਪਾਂ ਉਹਦੇ ਨਾਲ ਆ। ਸਰ ਇਹ ਵੀ ਸੁਣਨ ਚ ਆਇਆ ਕਿ ਪਹਿਲਾ ਹਾਰ ਤੁਸੀਂ ਪਾਇਆ ਔਰ ਤੁਸੀਂ ਵੀ ਇਹਦੇ ਚੀਜ਼ 'ਚ ਹਾਂ ਵਿੱਚ ਹਾਂ ਮਲਾਈ ਹੈ, ਸੁਣਨ ਚ ਆਇਆ ਜੀ। ਨਹੀਂ, ਜੋ ਪਾਰਟੀ ਦਾ ਹੁਕਮ ਹੈ ਸਿਰ ਮੱਥੇ ਆ, ਔਰ ਅੱਜ ਵੀ ਮੰਨ ਰਹੇ ਆ, ਕੱਲ ਵੀ ਮੰਨਾਂਗੇ ਜੀ। ਸੋ ਇਹ ਜਿਹੜੀ ਟਰੂ ਕੁਆਲਿਟੀ ਹੈ, ਦੇਖੋ ਉਹਨਾਂ ਨੇ ਕਿਹਾ ਕਿ ਪਾਰਟੀ ਦਾ ਫੈਸਲਾ ਸਿਰ ਮੱਥੇ ਹੈ, ਔਰ ਜੀ 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 ਸਰ ਸ਼ੁਕਰੀਆ ਸਰ। ਬਾਅਦ 'ਚ ਜੀ ਪਾਰਟੀ ਦਾ ਫੈਸਲਾ ਉਹਨਾਂ ਨੇ ਕਿਹਾ ਸਿਰ ਮੱਥੇ, ਡਾਕਟਰ ਕਮਲ ਜੀ ਨੇ। ਸਚਿਨ ਜੀ 1-2 ਮਿੰਟ ਬਸ ਲਵਾਂਗਾ। ਸਚਿਨ ਸਰ, ਸਰ ਅੱਜ ਤੁਹਾਡੇ ਲਈ ਸਪੈਸ਼ਲ ਡੇ ਹੈ, ਮੈਨੂੰ ਸੁਣਨ ਚਾਹੇ ਕਿ ਤੁਸੀਂ ਫਾਦਰ ਸਾਹਿਬ ਨੂੰ ਡੈਡੀਕੇਟ ਕੀਤਾ ਹੈ, 2 ਸ਼ਬਦ ਜ਼ਰੂਰ ਪਲੀਜ਼, ਕਿਉਂਕਿ ਸਾਰਾ ਸ਼ਹਿਰ ਤੁਹਾਨੂੰ ਸੁਣਨਾ ਚਾਹੁੰਦਾ। ਦੇਖੋ ਸੂਰੀ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਹੀ ਧੰਨਵਾਦ ਕਰੂੰਗਾ, ਤੁਸੀਂ ਵੀ ਹਮੇਸ਼ਾ ਪੋਜ਼ਿਟਿਵਲੀ ਮੇਰਾ ਸਾਥ ਦਿੱਤਾ, ਔਰ ਅੱਜ ਜੋ ਅਸੀਂ ਤੁਹਾਡਾ ਸਾਥ ਦਿੱਤਾ, ਓਨੈਸਟੀ ਦਾ ਸਾਥ ਦੇ ਰਹੇ ਹਾਂ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸ਼ੋਕਰ ਸਾਹਿਬ ਦੇ ਗਲ ਮਿਲ ਰਹੇ ਨੇ, ਸ਼ੋਕਰ ਸਾਹਿਬ ਨਾਲ ਗੱਲ ਕਰਵਾ ਦਿੱਤੀ ਹੈ ਸਰ। ਮੈਂ ਇਹੀ ਕਹਿਣਾ ਚਾਹਾਂਗਾ, ਅੱਜ ਜੋ ਕਾਂਗਰਸ ਪਾਰਟੀ ਦੀ ਹਾਈ ਕਮਾਨ ਨੇ, ਸਰਦਾਰ ਅੰਗਦ ਸਿੰਘ ਜੀ ਨੇ, ਸਰਦਾਰ ਜੋਗਿੰਦਰ ਸਿੰਘ ਛੋਕਰ ਜੀ ਨੇ, ਰਾਣਾ ਕੁਲਦੀਪ ਜੀ ਨੇ, ਜੋ ਮੇਰੇ ਤੇ ਵਿਸ਼ਵਾਸ ਦਿਖਾਇਆ ਔਰ ਮੈਨੂੰ ਇਹ ਜ਼ਿੰਮੇਵਾਰੀ ਸੰਭਾਲੀ ਆ, ਉਹਦਾ ਮੈਂ ਪੂਰੇ ਤਨਦੇਹੀ ਨਾਲ, ਪੂਰੀ ਇਮਾਨਦਾਰੀ ਨਾਲ ਉਹ ਨਿਭਾਵਾਂਗਾ। ਔਰ ਭਾਵਕ ਗੱਲ ਕਰਨਾ ਚਾਹੁੰਦਾ, ਸਪੈਸ਼ਲ ਡੇ ਫਾਦਰ ਸਾਹਿਬ ਹੁੰਦੇ ਤਾਂ ਕੀ ਕਹਿੰਦੇ? ਇਹ ਮੇਰੇ ਮੈਂ ਦੱਸਦਾ, ਮੈਂ ਪਹਿਲਾਂ ਵੀ ਕਿਹਾ ਸੀ, ਅੱਜ ਮੈਂ ਆਪਣੇ ਫਾਦਰ ਸਾਹਿਬ ਜਿਹੜੇ ਕਿ ਇਸ ਵੇਲੇ ਪਰਮਾਤਮਾ ਦੇ ਚਰਨਾਂ 'ਚ ਵਿਰਾਜਮਾਨ ਆ, ਉਹਨਾਂ ਨੂੰ ਟ੍ਰਿਬਿਊਟ ਦਿੱਤੀ ਆ, ਔਰ MLA ਸਾਹਿਬ ਨੇ ਔਰ ਸਾਡੀ ਕਾਂਗਰਸ ਪਾਰਟੀ ਦੀ ਹਾਈ ਕਮਾਨ ਨੇ ਵੀ ਉਹਨਾਂ ਦਾ ਜਿਹੜਾ ਇਹ ਮਾਣ ਸਤਿਕਾਰ ਕੀਤਾ ਆ। ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਅੱਜ ਮੇਰਾ ਮਨ ਜਿਹੜਾ ਆ ਉਹ ਸ਼ਾਂਤ ਹੋ ਗਿਆ। ਜੋ ਮੇਰੇ ਫਾਦਰ ਸਾਹਿਬ ਦੇ ਕੁਝ ਸੁਪਨੇ ਸੀ, ਮੈਂ ਉਹਨਾਂ ਨੂੰ ਪੂਰਾ ਕਰਨ ਕਿਤੇ ਨਾ ਕਿਤੇ ਸ਼ਾਇਦ ਕਾਮਯਾਬ ਹੋ ਪਾਇਆ। ਫਾਦਰ ਸਾਹਿਬ ਨਹੀਂ ਨੇ, ਘਾਟਾ ਪੂਰਾ ਨਹੀਂ ਹੋ ਸਕਦਾ, ਲੇਕਿਨ ਬਹੁਤ ਪਿਤਾ ਤੁਹਾਨੂੰ ਮਿਲ ਗਏ ਨੇ, ਸਾਰੇ ਪਿਤਾ ਵਾਂਗ ਤੁਹਾਡੇ ਨਾਲ ਖੜੇ ਨੇ। ਇਹ ਇਹਨਾਂ 'ਚ ਸਾਰਿਆਂ ਦੇ ਵਿੱਚ ਮੈਨੂੰ ਆਪਣੇ ਪਿਤਾ ਜੀ ਦਾ ਆਸ਼ੀਰਵਾਦ ਦਿਖਦਾ। ਮੇਰੇ ਤਾਇਆ ਜੀ ਖੜੇ ਆ, ਇਹ ਅੰਕਲ ਖੜੇ ਆ, ਇੱਧਰ ਅੰਕਲ ਖੜੇ ਆ, ਤੇ ਸਾਰੇ ਛੋਕਰ ਸਾਹਿਬ ਸਾਰੇ ਹੀ ਮੈਨੂੰ ਆਪਣੇ ਪਿਤਾ ਜੀ ਦੇ ਸਮਾਨ ਇਸ ਵੇਲੇ ਦਿਖ ਰਹੇ ਆ। ਅੱਛਾ, ਹੁਣ ਪੜਾਵ ਖਤਮ ਨਹੀਂ ਹੋਇਆ, ਸ਼ੁਰੂ ਹੋਇਆ। ਹੁਣ 5 ਸਾਲ ਸਵਾਲ ਲੈਂਦੇ ਰਹੇ ਨਾ, ਡਿਵੈਲਪਮੈਂਟ ਕਰਾਉਣੀ ਹੈ ਤੁਹਾਡੇ ਤੋਂ। ਹਾਂ, ਇਹ ਇਦਾਂ ਸਵਾਦ ਨਹੀਂ ਲੈਣੇ ਜੀ, ਸਵਾਲ ਲੈਣੇ ਆ। ਪ੍ਰਿਥੀ ਚੰਦ ਜੀ ਨਾਲ ਨੇ ਸਰ, ਫੋਨ ਤੇ ਗੱਲ ਕਰ ਰਹੇ ਨੇ, ਉਹਨਾਂ ਨੂੰ ਓਬਵੀਅਸਲੀ ਸ਼ਲਾਘਾ ਆ ਰਹੀ ਹੋਵੇਗੀ। ਸਰ 2 ਪ੍ਰਤੀਕਿਰਿਆ ਜ਼ਰੂਰ ਚਾਹਾਂਗਾ, ਕਿਉਂਕਿ ਆਮ ਜਨਤਾ ਨੂੰ ਸੰਬੋਧਨ ਕਰ ਦਿਓ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸ਼ਹਿਰ ਵਾਸੀਆਂ ਦਾ, ਆਪਣੇ ਬਾੜ ਵਾਸੀਆਂ ਦਾ, ਸਾਰਿਆਂ ਨੂੰ ਜੈ ਭੀਮ, ਜੈ ਭਾਰਤ। ਮੈਨੂੰ ਪਬਲਿਕ ਨੇ ਚਲੋ, ਸੋ ਤੁਸੀਂ ਸੁਣ ਲਈ ਜੀ ਸਾਰੀ ਪ੍ਰਤੀਕਿਰਿਆ, ਔਰ ਬਹੁਤ ਜਲਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਕਾਂਗਰਸ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਪ੍ਰਧਾਨ ਬਣੇ ਨੇ, ਜਿੱਥੇ ਜਾ ਰਹੇ ਨੇ ਉੱਥੋਂ ਜਾ ਕੇ ਇਹਨਾਂ ਦਾ ਸਪੈਸ਼ਲ ਇੰਟਰਵਿਊ ਕਰਕੇ ਦਿਖਾਵਾਂ। ਤੁਸੀਂ ਸਵਾਲ ਦੱਸਦੇ ਰਹਿਣਾ, ਇੱਕ ਸ਼ਖਸ ਰਹਿ ਗਿਆ, ਮੈਂ ਉਸ ਸ਼ਖਸ ਦੇ ਰੂਬਰੂ ਜ਼ਰੂਰ ਕਰਾਂਗਾ, ਕਿਉਂਕਿ ਮੈਂ ਜਿਵੇਂ ਇਸ ਵੀਡੀਓ ਦੇ ਸਟਾਰਟਿੰਗ ਵਿੱਚ ਕਿਹਾ ਸੀ ਕਿ ਅਗਰ ਰੋਮੀ ਖੋਸਲਾ ਜੀ ਜਿੱਤਦੇ ਤਾਂ ਉਹਨਾਂ ਨੇ ਪ੍ਰਧਾਨ ਹੋਣਾ ਸੀ, ਔਰ ਅੱਜ ਵੀ ਉਹਨਾਂ ਦੀ ਇਨਵੋਲਵਮੈਂਟ ਪੂਰੀ ਰਹੀ ਹੈ। ਰੋਮੀ ਜੀ ਸਾਡੇ ਨਾਲ ਨੇ, ਇਹ ਪਹਿਲੇ ਡਿਕਲੇਅਰ ਕਰ ਦਿੱਤਾ ਸੀ, ਤੁਸੀਂ ਇਹ ਦੇਖ ਸਕਦੇ, ਇਹ ਸਮਝ ਸਕਦੇ ਹੋ ਕਿ ਇਹਨਾਂ ਦਾ ਹੋਲਡ ਕਿੰਨਾ ਹੈ ਔਰ ਲੋਕ ਇਹਨਾਂ ਨੂੰ ਪਿਆਰ ਕਿੰਨਾ ਕਰਦੇ ਨੇ। ਇਹ ਕਿਹਾ ਗਿਆ ਸੀ ਕਿ ਰੋਮੀ ਜੀ ਅਗਰ ਜਿੱਤਦੇ ਨੇ ਸ਼ਹਿਰ ਦੇ ਇਹ ਪ੍ਰਧਾਨ ਹੋਣਗੇ, ਔਰ ਹਰੇਕ ਨੇ ਇਸ ਗੱਲ ਤੇ ਸਹਿਮਤੀ ਜਤਾਈ ਸੀ। ਪਰ ਅਨਫੋਰਚੂਨੇਟਲੀ ਚਲੋ ਮੱਖਣ ਜੀ ਜਿੱਤੇ ਨੇ। ਸਰ ਹੁਣੀ ਇੱਥੇ ਮੌਜੂਦ ਨੇ। ਸਰ ਸਚਿਨ ਜੀ ਅੱਜ ਪ੍ਰਧਾਨ ਬਣੇ ਨੇ, ਕੀ ਕਹਿਣਾ ਚਾਹੋਗੇ? ਬਹੁਤ ਖੁਸ਼ੀ ਦੀ ਗੱਲ ਆ ਜੀ, ਪਾਰਟੀ ਨੇ ਜਿਹਦੇ ਸਿਰ ਤੇ ਵੀ ਸਿਹਰਾ ਬੰਨਿਆ, ਅਸੀਂ ਉਹਦੇ ਨਾਲ ਆ, ਹਰ ਵੇਲੇ ਖੜੇ ਆ, ਤੇ ਪਾਰਟੀ ਦੇ ਨਾਲ ਖੜੇ ਆ, ਤੇ ਸਚਿਨ ਜੀ ਦੇ ਨਾਲ ਖੜੇ ਆ। ਜਿੱਥੇ ਵੀ ਉਹਨਾਂ ਦੀ ਜ਼ਰੂਰਤ ਪਏ ਆਪਾਂ ਉਹਦੇ ਨਾਲ ਹੱਥ ਮੋਢੇ ਮੋਢਾ ਲਾ ਕੇ ਚੱਲਾਂਗੇ ਜੀ। ਲੱਗਦਾ ਸਚਿਨ ਜੀ ਡਿਵੈਲਪਮੈਂਟ ਕਰਾ ਸਕਣਗੇ ਜੀ? ਸਚਿਨ ਜੀ ਬਿਲਕੁਲ ਜੀ, ਡਿਵੈਲਪਮੈਂਟ ਇਹ ਪੁਰਾਣੇ ਲਾਸਟ ਟਾਈਮ ਤੋਂ ਕਮੇਟੀ ਦੇ ਵਿੱਚ ਮਿਹਨਤੀ ਔਰ ਇਮਾਨਦਾਰ ਬੰਦੇ ਨੇ, ਤੇ ਦਿਨ ਰਾਤ ਇੱਕ ਕਰਕੇ ਸ਼ਹਿਰ ਦੀ ਡਿਵੈਲਪਮੈਂਟ ਕਰਨਗੇ। ਯੰਗਸਟਰ ਮੁੰਡੇ ਆ,
ਤੜਕਾ ਸੁਜੈਸ਼ਨ ਦੇਣਾ ਚਾਹੋ ਸਚਿਨ ਜੀ ਨੂੰ? ਨਹੀਂ ਸਚਿਨ ਜੀ ਆਪ ਸਮਝਦਾਰ ਆ ਜੀ, ਉਹਨਾਂ ਸੁਜੈਸ਼ਨ ਦੇਣ ਦੀ ਲੋੜ ਨਹੀਂ ਪੈਂਦੀ। ਇਹ ਤਾਂ ਅਣਜਾਣ ਮੇਰੇ ਵਰਗਾ ਬੰਦਾ ਪਹਿਲੀ ਵਾਰ ਜਾਂਦਾ ਤਾਂ ਸਲਾਹ ਲੈਂਦਾ ਕਿ ਪਹਿਲੀ ਵਾਰ ਅਗਰ ਤੁਸੀਂ ਜਾਣਦੇ ਤੁਸੀਂ ਪ੍ਰਧਾਨ ਸੀ, ਇਹ ਵੱਡੀ ਗੱਲ ਹੈ ਕਿ ਪਹਿਲੀ ਵਾਰ ਔਰ ਉਹਦੇ ਤੇ ਸਾਰਿਆਂ ਨੇ ਸਹਿਮਤੀ ਵੀ ਜਤਾਈ ਸੀ। ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਜਿਹਦੇ ਕਿਹਦੇ ਸਿਰ ਤਾਜ ਸਜਾਉਣਾ, ਅਸੀਂ ਬਣ ਗਿਆ ਸਚਿਨ ਬਣ ਗਿਆ, ਇੱਕੇ ਗੱਲ ਵਾ, ਕੋਈ ਫਰਕ ਨਹੀਂ। ਸਚਿਨ ਜੀ ਲਈ ਤੁਸੀਂ ਜਿਹੜਾ ਅੰਗਦ ਜੀ ਨੂੰ ਕਿਹਾ ਸੀਗਾ ਕਿ ਸਚਿਨ ਜੀ ਪ੍ਰਧਾਨ ਚਾਹੀਦੇ ਸਨ, ਇਹਨੇ ਪਾਰਟੀ ਨੇ ਆਪੇ ਡਿਸੀਜਨ ਕੀਤਾ ਜੀ, ਸਾਰਿਆਂ ਦਾ ਫੈਸਲਾ ਜੋ ਵੀ ਹੋਇਆ ਆਪਸ ਬਹਿ ਕੇ ਹੋਇਆ ਵਾ। ਤੇ ਪਰ ਅਸੀਂ ਵੀ ਦਿਖਾਉਂਦੇ ਰਹੇ ਵੀਡੀਓ ਕਿ ਸ਼ਹਿਰ ਦੀ ਆਵਾਜ਼ ਵੀ ਕਿਤੇ ਨਾ ਕਿਤੇ ਸਚਿਨ ਦੀਵਾਨ ਸੀ। ਨਹੀਂ ਚਲੋ ਬਹੁਤ ਵਧੀਆ ਗੱਲ ਆ ਜੀ, ਜਿਹੜੇ ਪਾਰਟੀਆਂ ਜਿਹਦੇ ਸਰ ਵੀ ਕਿਉਂਕਿ ਸਚਿਨ ਦੀਵਾਨ ਜੀ ਨੇ 6 ਨੰਬਰ ਵਾਰਡ ਵੀ ਇੱਕ ਮਾਡਲ ਵਾਰਡ ਦੀ ਤਰ੍ਹਾਂ ਬਣਾ ਲਿਆ, ਯੂਥ ਦੀ ਆਵਾਜ਼ ਇਹ ਨਿਕਲ ਕੇ ਆ ਰਹੀ ਸੀ। ਨਹੀਂ ਹੁਣ ਜ਼ਿੰਮੇਵਾਰੀ ਆ, ਹੁਣ ਸਚਿਨ ਦੀ ਦਿਨ ਰਾਤ ਮਿਹਨਤ ਕਰਨਗੇ ਤੇ ਉਹ ਜਿੰਦਾ 6 ਨੰਬਰ ਵਾਰਡ ਬਣਾਇਆ ਇਸੇ ਤਰ੍ਹਾਂ ਹੀ ਆਸ ਰੱਖਦੇ ਆ ਬਾਕੀ ਸ਼ਹਿਰ ਵੱਲ ਵੀ ਇਹ ਡਿਵੈਲਪਮੈਂਟ ਕਰਨਗੇ। ਇਹ ਸਹੀ ਲੀਡਰ ਦੀ ਗੱਲ ਹੈ ਜੀ। ਇਹਨਾਂ ਨੇ ਕਿਹਾ ਕਿ ਜ਼ਿੰਮੇਵਾਰੀਆਂ ਹੁਣ ਸ਼ੁਰੂ ਹੋਈਆਂ ਨੇ, ਇਹ ਤਾਂ ਪੜਾਅ ਖਤਮ ਹੋ ਗਏ ਸੀ, ਹੁਣ ਅਗਲੇ 5 ਸਾਲ ਡਿਊਟੀ ਨਿਭਾਣੀ ਪੈਣੀ ਜੀ। ਬਹੁਤ ਸ਼ੁਕਰੀਆ ਸਰ। ਤਾਂ ਰੂਮੀ ਖੋਸਲਾ ਜੀ ਨਾਲ ਤੁਹਾਡੀ ਗੱਲਬਾਤ ਕਰਵਾ ਦਿੱਤੀ ਹੈ। ਤਾਂ ਬਾਰ-ਬਾਰ ਗੱਲ ਉਹੀ ਨਿਕਲ ਕੇ ਆ ਰਹੀ ਹੈ, ਤੁਹਾਡੇ ਪ੍ਰਸ਼ਨ 5 ਸਾਲ ਲੈਂਦੇ ਰਹਿਣੇ ਆ। ਔਰ ਜੀ ਜਾਂਗੜਾ ਸਾਹਿਬ ਵੀ ਆਪਣੇ 2 ਸ਼ਬਦ ਕਹਿਣਾ ਚਾਹੁੰਦੇ ਜੀ। ਸਰ ਹਾਂਜੀ ਹਾਂਜੀ, ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਚਿਨ ਦੀਵਾਨ ਜੀ ਅੱਜ ਪ੍ਰਧਾਨ ਬਣ ਗਏ ਨੇ, ਤੇ ਮੈਂ ਉਹਨਾਂ ਨੂੰ ਆਪਣੇ ਤਹਿ ਦਿਲ ਤੋਂ ਮੁਬਾਰਕਾਂ ਦੇਣਾ ਚਾਹੁੰਦਾ ਹਾਂ ਤੇ ਔਰ ਦੇ ਵੀ ਰਿਹਾ ਹਾਂ। ਲੱਡੂਆਂ ਦੇ ਨਾਲ ਲੱਡੂ ਵੀ ਵੰਡ ਰਹੇ ਹੋ, ਮੁਬਾਰਕਾਂ ਵੀ ਦੇ ਰਹੇ ਹੋ, ਲੱਡੂ ਵੀ ਦੇ ਰਹੇ ਹੋ। ਤਾਂ ਹੁਣ ਇੱਕ ਵਾਰੀ ਤੁਹਾਨੂੰ ਕੋਠੀ ਰੋਡ ਦਾ ਥੋੜਾ ਜਿਹਾ ਹਾਲ ਦਿਖਾ ਦਿੰਦੇ ਆ। ਸਚਿਨ ਜੀ ਤੋਂ ਪਹਿਲੀ ਡਿਮਾਂਡ ਇਹੀ ਰਹੇਗੀ ਕਿ ਵਾਸ਼ਰੂਮ ਨੂੰ ਜ਼ਰੂਰ ਸਹੀ ਕਰਵਾਇਆ ਜਾਵੇ, ਕਿਉਂਕਿ ਕੋਵਿਡ ਜਦੋਂ ਨਹੀਂ ਵੀ ਸੀ ਉਦੋਂ ਵੀ ਆਮ ਵਿਅਕਤੀ ਨੂੰ ਇੱਥੇ ਮਾਸਕ ਲਾ ਕੇ ਹੀ ਜਾਣਾ ਪੈਂਦਾ ਸੀ, ਆਪ ਮੁਹਾਰੇ ਮਾਸਕ ਜਿਹੜਾ ਚਿਹਰੇ ਤੇ ਆ ਜਾਂਦਾ ਸੀ। ਸੋ ਕੋਠੀ ਰੋਡ ਦੀਆਂ ਤਸਵੀਰਾਂ, ਬੈਰੀਕੇਡਿੰਗ ਹੁਣ ਖੁੱਲ ਜਾਵੇਗੀ ਕਿਉਂਕਿ ਬੰਦ ਸੀ। ਸਚਿਨ ਦੀਵਾਨ ਪ੍ਰਧਾਨ ਬਣ ਚੁੱਕੇ ਨੇ ਔਰ ਵੀਡੀਓ ਨੂੰ ਇੱਥੇ ਰੈਪ ਅਪ ਕਰਦੇ ਹਾਂ। ਔਰ ਮੈਨੂੰ ਉਮੀਦ ਹੈ ਕਿ ਤੁਸੀਂ ਪੂਰੀ ਕਵਰੇਜ ਜੀ ਸਰ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਜੀ। ਵੀਡੀਓ ਨੂੰ ਇੱਥੋਂ ਹੀ ਇੰਡੀਕੇਸ਼ਨ ਪਹਿਲੇ ਦਿੱਤੀ ਸੀ ਜੀ ਕੀ ਕਹਿ ਰਹੇ ਸਰ? ਮੈਂ ਕਿਹਾ ਤੁਸੀਂ ਤਾਂ ਇੰਡੀਕੇਸ਼ਨ ਪਹਿਲੇ ਦੇ ਰਹੇ ਸੀ ਸਚਿਨ ਦੀ। ਸੂਤਰਾਂ ਤੋਂ ਰਾਤੀ 1 ਵਜੇ ਪਤਾ ਲੱਗਿਆ ਸੀ। ਨਹੀਂ, ਤੁਹਾਡਾ ਆਪਣਾ ਵੀ ਗੈਸ ਵਰਕ ਜਿਹੜਾ ਬਹੁਤ ਵਧੀਆ ਹੈ। ਬਹੁਤ ਸ਼ੁਕਰੀਆ ਸਰ। ਤੇ ਤੁਸੀਂ ਬਣੇ ਰਹਿਣਾ ਜੀ ਵੀਪਤੀ ਨਵਾਂ ਸ਼ਹਿਰ ਦੇ ਨਾਲ। ਆਪਣੇ ਛੋਟੇ ਵੀਰ ਦਿਨੇਸ਼ੂਰੀ, ਕੈਮਰਾ ਪਰਸਨ ਵਿਜੇ ਕੁਮਾਰ ਤੇ ਦੀਪ ਡੀਆਰ ਜੀ ਨੂੰ ਕਮੇਟੀ ਘਰ ਦੇ ਨਜ਼ਦੀਕ ਤੋਂ ਇਜਾਜ਼ਤ ਦਿਓ, ਕੋਠੀ ਰੋਡ ਤੋਂ ਇਜਾਜ਼ਤ ਦਿਓ। ਬਹੁਤ ਜਲਦੀ ਹਾਜ਼ਰ ਹੋਣੇ। ਔਰ ਵੱਡੀ ਚੀਜ਼ ਇਹ ਹੈ ਕਿ ਹੁਣ ਕੁਐਸਚਨਿੰਗ ਸ਼ੁਰੂ ਹੋਣੀ ਹੈ ਸਚਿਨ ਦੀਵਾਨ ਨੂੰ। ਸਚਿਨ ਦੀਵਾਨ ਜੀ ਨੂੰ ਦੀਵਾਨ ਤੇ ਨਹੀਂ ਬੈਠਣ ਦੇਣਾ, ਗਲੀਆਂ 'ਚ ਹੀ ਰੱਖਣਾ ਹੈ, ਕੰਮ ਕਰਵਾਉਣੇ ਆ ਤਾਂ ਕਿ 5 ਸਾਲ ਬਾਅਦ ਸਿਨੈਰੀਓ ਕੁਛ ਹੋਰ ਹੋਵੇ, 5 ਸਾਲ ਬਾਅਦ ਸਿਚੁਏਸ਼ਨ ਕੁਛ ਹੋਰ ਹੋਵੇ। ਬਣੇ ਰਹਿਣਾ ਜੀ, ਟਿੱਪਣੀਆਂ ਕਰਦੇ ਰਹਿਣਾ। ਬਹੁਤ ਬਹੁਤ ਸ਼ੁਕਰੀਆ। ਆਪਣੇ ਛੋਟੇ ਵੀਰ ਦਿਨੇਸ਼ੂਰੀ, ਕੈਮਰਾ ਪਰਸਨ ਵਿਜੇ ਕੁਮਾਰ ਤੇ ਦੀਪ ਡੀਆਰ ਜੀ ਨੂੰ ਇਜਾਜ਼ਤ ਦਿਓ। ਬਹੁਤ ਜਲਦੀ ਫਿਰ ਹਾਜ਼ਰ ਹੋਣੇ ਆ। ਸਤਿ ਸ਼੍ਰੀ ਅਕਾਲ।